मेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9 ਮਾਰਚ ਹੈ, ਵਰਾ 2021 ਦਾ ਮੰਗਲਵਾਰ ਹੈ, 26 ਫੱਗਣ ਨਾਨਕਸ਼ੇ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅਹਲਨ व सहलन। ਅੱਜ ਦੇ ਇਸ ਸ਼ੋਅ ਦੇ ਵਿੱਚ ਪਹਿਲੇ ਹਿੱਸੇ 'ਚ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਨਵਕਿਰਨ ਸਿੰਘ ਪੱਤੀ, ਉਸ ਤੋਂ ਬਾਅਦ ਕੋਸ਼ਿਸ਼ ਕਰ ਰਹੇ ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਉਹਨਾਂ ਨਾਲ ਗੱਲਬਾਤ ਕਰਨ ਦੀ, ਜਿਹੜਾ ਉੱਥੇ 8ਵੇਂ ਪਾਤਸ਼ਾਹ ਦੀ ਯਾਦ ਦੇ ਵਿੱਚ ਇੱਕ ਡਾਇਲਸਿਸ ਦੇ ਲਈ ਕਲੀਨਿਕ ਬਣਾਇਆ, ਉਸ ਦੇ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੱਲਬਾਤ ਕਰਨਗੇ। ਵਾਅਦਾ ਉਹਨਾਂ ਨੇ ਕੀਤਾ ਹੋਇਆ, ਜੇ ਕਈ ਵਾਰ ਬਿਜ਼ੀ ਹੋ ਜਾਂਦਾ ਹੈ ਬੰਦਾ। ਦੂਸਰੇ ਹਿੱਸੇ ਦੇ ਵਿੱਚ ਅੱਜ ਤੁਹਾਡੇ ਵਿੱਤੀ ਮਾਮਲਿਆਂ ਦੇ ਬਾਰੇ ਗੱਲਬਾਤ ਕਰਨ ਲਈ ਸਹਿਤ ਗਿੱਲ ਸਤਵੀਰ ਸਿੰਘ ਗਿੱਲ ਆਉਣਗੇ। 604 204 0600 ਨੰਬਰ ਰਹੇਗਾ। 604204 0600 604 729 1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ, ਤੇ ਇਸੇ ਨੰਬਰ ਤੇ ਤੁਸੀਂ ਐਡਵਰਟਾਈਜ਼ਮੈਂਟ ਲਈ ਵੀ ਸੁਨੇਹਾ ਭੇਜ ਸਕਦੇ ਹੋ। ਫਿਰ ਦਫ਼ਤਰੀ ਅਮਲਾ ਫੈਲਾ ਤੁਹਾਡੇ ਨਾਲ ਗੱਲਬਾਤ ਕਰੇਗਾ। ਤਪਿਸ਼ ਆਖਣ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜੁਗਨੂਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ। ਭੰਬਰਿਆਂ ਦੀ ਹਰ ਇੱਕ ਬੈਠ ਕੇ ਉਹ ਮੁੱਦਾ ਉਠਾਉਂਦੀ ਹੈ ਕਿ ਉਹਨਾਂ ਦੇ ਹੁੰਦਿਆਂ ਤਿਤਲੀ ਦੇ ਸਿਰ ਤੇ ਤਾਜ ਕਿਉਂ ਹੋਵੇ। ਪਰਿੰਦੇ ਬੇਸੁਰੇ ਸਦੀਆਂ ਤੋਂ ਇਤਰਾਜ਼ ਕਰਦੇ ਨੇ ਕਿ ਬਾਗਾਂ ਵਿੱਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ। ਤੂੰ ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹੋ। ਝੁਕੇ ਕਿਉਂ ਸਿਰ ਤੇਰਾ, ਨੀਵੀਂ ਤੇਰੀ ਪ੍ਰਵਾਜ਼ ਕਿਉਂ ਹੋਵੇ। ਅਦਾ ਤੇਰੀ ਵੀ ਹੋ ਸਕਦੀ ਹੈ, ਉਸ ਨੂੰ ਚੀਰ ਕੇ ਲੰਘੇ ਕਿ ਤੈਨੂੰ ਮਸਲ ਕੇ ਜਾਣਾ ਉਹਦਾ ਅੰਦਾਜ਼ ਕਿਉਂ ਹੋਵੇ। ਤੇਰਾ ਹਰ ਨ੍ਰਿਤ ਹਰ ਨਗਮਾ ਜਦੋਂ ਪ੍ਰਵਾਨ ਹੈ ਇੱਥੇ, ਤੇਰਾ ਹਰ ਰੋਸ ਹਰ ਸੁਪਨਾ ਨਜ਼ਰ ਅੰਦਾਜ਼ ਕਿਉਂ ਹੋਵੇ। ਸਿਤਮਗਰ ਤੇ ਤਰਸਕਾ ਦਾ ਤੂੰ ਰੱਖ ਦੇ ਵਿੰਨ ਕੇ ਉਸ ਨੂੰ, ਸਦਾ ਤੂੰ ਹੀ ਨਿਸ਼ਾਨਾ ਉਹ ਨਿਸ਼ਾਨੇਵਾਜ਼ ਕਿਉਂ ਹੋਵੇ। ਇਹ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ, ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ। ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ। ਸੁਖਵਿੰਦਰ ਅੰਮ੍ਰਿਤ ਲਿਖਦੀ ਹੈ। ਤੇ ਹੁਣ ਪੰਜਾਬ ਚੱਲਦੇ ਆ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲੇ 'ਚ। ਨਵਕਿਰਨ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਖੈਰੇ ਉਹਨਾਂ ਦੀ ਸੈਕਟਰ 5 ਦੀ ਕੋਠੀ, ਮਹਿੰਗੀ ਕੋਠੀ ਦੇ ਬਾਹਰ ਝੁਰਮਟ ਲੱਗਿਆ ਪਿਆ ਸੀ ਸਾਰੇ ਪੱਤਰਕਾਰਾਂ ਦਾ। ਈਡੀ ਨੇ ਜਦ ਮਾਰਿਆ ਛਾਪਾ ਤੇ ਆ ਕੇ ਜਦੋਂ ਬਾਹਰ ਗਏ, ਉਹ ਕਹਿੰਦੇ ਮੇਰੇ ਤਾਂ 2 ਕਰੋੜ ਦੀ ਲਿਮਟ ਚੱਕੀ ਆ, ਮੈਂ ਤਾਂ 20 ਲੱਖ ਸਾਲ ਦਾ ਵਿਆਜ ਦੇਣਾ। ਦੇਖੋ ਇਹ ਤਾਂ ਗੱਲ ਬਾਏ ਕਰਨ ਵਾਲੀ ਹੈ ਨਹੀਂ, ਇਹਨੂੰ ਤਾਂ ਮੰਨਦਾ ਨਹੀਂ ਮੈਂ, ਪਰ ਈਡੀ ਦੀ ਇਸ ਛਾਪੇ ਦਾ ਕੀ ਕਾਰਨ ਹੈ? ਜੀ ਗਿੱਲ ਸਾਹਿਬ, ਦੇਖੋ ਜਿਹੜੀ ਭਾਰਤ ਦੀ ਵੱਡੀ ਏਜੰਸੀ ਹੈ ਈਡੀ ਇਨਫੋਰਸਮੈਂਟ ਡਾਇਰੈਕਟੋਰੇਟ, ਜਿਹੜੀ ਮੋਸਟਲੀ ਜਿਹੜੇ ਆਰਥਿਕ ਮਾਮਲੇ ਨੇ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਕਰਦੀ ਹੈ, ਛਾਪੇਮਾਰੀ ਕਰਦੀ ਆ। ਤਾਂ ਈਡੀ ਦੇ ਵੱਲੋਂ ਅੱਜ ਸਤਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਸਥਿਤ ਘਰ ਦੇ ਉੱਤੇ ਛਾਪਾ ਮਾਰਿਆ ਗਿਆ। ਕੱਲਾ ਉੱਥੇ ਹੀ ਨਹੀਂ, ਸਤਪਾਲ ਸਿੰਘ ਖਹਿਰਾ ਦਾ ਕਪੂਰਥਲਾ ਨੇੜੇ ਜਿਹੜਾ ਪਿੰਡ ਹੈ ਰਾਮਗੜ੍ਹ, ਉੱਥੇ ਵੀ ਇਹਨਾਂ ਦੀ ਕੋਠੀ ਦੇ ਵਿੱਚ ਛਾਪਾ ਮਾਰਿਆ ਗਿਆ। ਉੱਥੇ ਵੀ ਜਿਹੜੀ ਤਲਾਸ਼ੀ ਆ ਉਹ ਕੀਤੀ ਗਈ। ਇਸ ਤੋਂ ਇਲਾਵਾ ਸਤਪਾਲ ਸਿੰਘ ਖਹਿਰਾ ਹੋਰਾਂ ਦੇ ਜਵਾਈ ਦੇ ਘਰ ਦਿੱਲੀ ਦੇ ਵਿੱਚ, ਉੱਥੇ ਵੀ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ। ਸਤਪਾਲ ਸਿੰਘ ਖਹਿਰਾ ਦੇ ਪੀਏ ਦੇ ਘਰ ਵੀ ਪੁਲਿਸ ਦੇ ਵੱਲੋਂ ਰੇਡ ਆ ਜਿਹੜੀ ਉਹ ਕੀਤੀ ਗਈ। ਤਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਲਗਾਤਾਰ ਅੱਜ ਪੂਰਾ ਦਿਨ ਸਤਪਾਲ ਸਿੰਘ ਖਹਿਰਾ ਦੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਆ ਜਿਹੜੀ ਉਹ ਕੀਤੀ ਗਈ। ਇਹ ਜਿਹੜਾ ਪੂਰੇ ਦਾ ਪੂਰਾ ਘਟਨਾਕ੍ਰਮ ਆ ਗਿੱਲ ਸਾਹਿਬ, ਇਹ ਸਿੱਧੇ ਤੌਰ ਦੇ ਉੱਤੇ ਅਸਲ ਦੇ ਵਿੱਚ ਕੇਂਦਰ ਸਰਕਾਰ ਦੀ ਉਸੇ ਨੀਤੀ ਦੀ ਇੱਕ ਕੜੀ ਆ, ਜਿਹੜੀ ਨੀਤੀ ਇਹਨਾਂ ਦੇ ਵੱਲੋਂ ਹੀ ਲਿਆਂਦੀ ਗਈ ਆ ਕਿ ਜਿਹੜੇ ਵੀ ਵਿਅਕਤੀ ਕੇਂਦਰ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਬੋਲਦੇ ਨੇ ਉਹਨਾਂ ਸਾਰਿਆਂ ਦੇ ਉੱਤੇ ਸਕੰਜਾ ਕੱਸਿਆ ਜਾਵੇ। ਪਿਛਲੇ ਦਿਨਾਂ ਦੇ ਵਿੱਚ ਬਾਲੀਵੁੱਡ ਦੇ ਨਾਲ ਜੁੜੇ ਹੋਏ ਅਦਾਕਾਰਾ ਤਾਪਸੀ ਪੰਨੂ, ਬਾਲੀਵੁੱਡ ਦੇ ਡਾਇਰੈਕਟਰ ਨੇ ਅਨੁਰਾਗ ਕਸ਼ਯਪ, ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਆ ਜਿਹੜੀ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਕੀਤੀ ਗਈ। ਕੇਂਦਰੀ ਪੱਧਰ ਦੇ ਉੱਤੇ ਉਹਨਾਂ ਦੇ ਕਈ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਆ ਜਿਹੜੀ ਉਹ ਜਾਰੀ ਰੱਖੀ ਗਈ। ਇਸ ਤੋਂ ਇਲਾਵਾ ਲਗਾਤਾਰ ਸਰਕਾਰ ਇਸ ਵਤੀਰੇ ਦੇ ਉੱਤੇ ਆ ਕਿ ਜਿਹੜੇ ਵੀ ਲੋਕ ਸਰਕਾਰ ਦੇ ਲਈ ਚੈਲੰਜ ਬਣਦੇ ਨੇ ਉਹਨਾਂ ਤੇ ਛਾਪੇਮਾਰੀ ਕੀਤੀ ਜਾਵੇ। ਸਤਪਾਲ ਸਿੰਘ ਖਹਿਰਾ ਲਗਾਤਾਰ ਕਿਸਾਨ ਅੰਦੋਲਨ ਦੇ ਪੱਖ 'ਚ ਬੋਲ ਰਿਹਾ।
ਇਸ ਕਿਸਾਨ ਅੰਦੋਲਨ ਦੇ ਦੌਰਾਨ ਜਿੱਦਾਂ ਦਾ ਸ਼ੁਰੂ ਹੋਇਆ ਗਿੱਲ ਸਾਹਿਬ, 100 ਦਿਨ ਦਿੱਲੀ ਦੀਆਂ ਬਰੂਹਾਂ ਤੇ ਪੂਰਾ ਕਰ ਲਿਆ। ਉਸ ਤੋਂ ਪਹਿਲਾਂ ਪੰਜਾਬ 'ਚ, ਹਰਿਆਣਾ 'ਚ ਅੰਦੋਲਨ ਚੱਲ ਰਿਹਾ ਸੀ। ਇੱਕੋ ਹੀ ਨੌਜਵਾਨ ਪੁਲਿਸ ਦੀ ਗੋਲੀ ਦੇ ਨਾਲ ਸ਼ਹੀਦ ਹੋਇਆ ਦੱਸਿਆ ਜਾਂਦਾ, ਨਵਰੀਤ ਸਿੰਘ। ਤੇ ਉਸੇ ਨੌਜਵਾਨ ਦਾ ਮਸਲਾ ਜਿਹੜਾ ਉਹ ਨਵਰੀਤ ਦੇ ਦਾਦਾ ਜੀ ਹਰਦੀਪ ਸਿੰਘ ਡਿਵਡਵਾ ਜੀ ਚੱਕ ਰਹੇ ਨੇ, ਤੇ ਸੁਖਪਾਲ ਸਿੰਘ ਖਹਿਰਾ ਉਸ ਮਸਲੇ 'ਚ ਸਭ ਤੋਂ ਵੱਧ ਬੋਲ ਰਿਹਾ। ਬਿਲਕੁਲ ਇਸੇ ਕਰਕੇ ਜਿਹੜੀ ਕੇਂਦਰ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਆ, ਉਹਨਾਂ ਦੇ ਵੱਲੋਂ ਛਾਪੇਮਾਰੀ ਹੈ ਜਿਹੜੀ ਉਹ ਕੀਤੀ ਗਈ ਆ। ਜਿਵੇਂ ਲਗਾਤਾਰ, ਕਿਉਂਕਿ ਬਹੁਤ ਸਾਰੇ ਮਸਲੇ ਟੈਕਸ ਦੇ ਹੋ ਸਕਦੇ ਨੇ, ਬਹੁਤ ਸਾਰੇ ਮਸਲੇ ਪੈਸੇ ਦੇ ਦੇਣ ਲੈਣ ਦੇ ਹੋ ਸਕਦੇ ਨੇ, ਲੇਕਿਨ ਸਵਾਲ ਇਹ ਹੈ ਕਿ ਕੀ ਇਹ ਜਿਹੜੀਆਂ ਏਜੰਸੀਆਂ ਨੇ, ਚਾਹੇ CBI ਆ, ਚਾਹੇ ED ਆ, ਚਾਹੇ IT ਆ, ਚਾਹੇ NIA ਆ, ਜਿਹੜੇ ਸਰਕਾਰ ਦੇ ਪੱਖੀ ਨੇ, ਉੱਥੇ ਇਮਾਨਦਾਰੀ ਨਾਲ ਛਾਪੇਮਾਰੀ ਕਰਦੇ ਨੇ, ਉੱਥੇ ਇਮਾਨਦਾਰੀ ਦੇ ਨਾਲ ਜਵਾਬਦੇਹੀ ਕਰਦੇ ਨੇ, ਫਿਰ ਤਾਂ ਮੰਨਿਆ ਜਾਵੇ। ਲੇਕਿਨ ਜਦੋਂ ਇਹ ਏਜੰਸੀਆਂ ਵਰਤੀਆਂ ਹੀ ਵਿਰੋਧੀਆਂ ਦੀ ਖਾਤਰ ਜਾਂਦੀਆਂ ਨੇ, ਤਾਂ ਫਿਰ ਏਜੰਸੀਆਂ ਦੇ ਵਕਾਰ ਦੇ ਉੱਤੇ ਵੀ ਸਵਾਲ ਖੜਾ ਹੁੰਦਾ ਹੈ। ਗਿੱਲ ਸਾਹਿਬ, ਇਹ ਜਿਹੜੀ ਪੂਰੀ ਦੀ ਪੂਰੀ ਛਾਪੇਮਾਰੀ, ਅੱਜ ਮੈਂ ਸੁਣ ਰਿਹਾ ਸੀਗਾ, ਜਿਉਂ ਹੀ ਸੁਖਪਾਲ ਖਹਿਰਾ ਦੇ ਘਰ ਛਾਪੇਮਾਰੀ ਹੋਈ, ਸੀਨੀਅਰ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ RS ਬੈਂਸ, ਰਜਿੰਦਰ ਸਿੰਘ ਜੀ ਬੈਂਸ, ਉਹ ਪਹੁੰਚੇ ਸੁਖਪਾਲ ਸਿੰਘ ਖਹਿਰਾ ਦੇ ਘਰ। ਉਹਨਾਂ ਨੇ ਜਾ ਕੇ ED ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਵੀ ਸਾਨੂੰ ਐਂ ਦੱਸੋ, ਤੁਸੀਂ ਛਾਪੇਮਾਰੀ ਕਰ ਲਈ, ਤੁਸੀਂ ਜਾਂਚ ਵੀ ਕਰ ਰਹੇ ਹੋ, ਕੀ ਕਿਉਂ ਕਰ ਰਹੇ ਹੋ? ਸਵਾਲ ਤਾਂ ਕੋਈ ਦੱਸੋ, ਸਾਨੂੰ ਇਹ ਤਾਂ ਸਮਝਾਓ ਵੀ ਇਹਦਾ ਕਾਰਨ ਕੀ ਹੈ। ਔਰ ਬੈਂਸ ਸਾਹਿਬ ਨੇ ਦੱਸਿਆ, ਉਹ ਕਹਿੰਦੇ ਉਹਨਾਂ ਕੋਲ ਕੋਈ ਜਵਾਬ ਨਹੀਂ। ਉਹਨਾਂ ਨੇ ਸਿਰਫ ਇੱਕ, ਜਦੋਂ ਬਾਹਲਾ ਕਹਿੰਦੇ ਅਸੀਂ ਗੱਲ ਪੈ ਗਏ ਵੀ ਦੱਸੋ, ਤਾਂ ਕਿਹਾ ਵੀ ਇੱਕ FIR ਦਾ ਨੰਬਰ ਸਾਨੂੰ ਦੱਸਿਆ ਵੀ ਉਹਦੇ ਕਰਕੇ ਅਸੀਂ ਮਤਲਬ ਇੱਥੇ ਆਏ ਆ। ਸੁਖਪਾਲ ਸਿੰਘ ਖਹਿਰਾ ਨੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ, ਪੰਜਾਬ ਵਿਧਾਨ ਸਭਾ 'ਚ ਵੀ ਇਹ ਮੁੱਦਾ ਗੂੰਜਿਆ, ਔਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿਧਾਨ ਸਭਾ 'ਚ ਵੀ ਇਹਨੂੰ ਸਰਕਾਰ ਦੀ ਬਦਲਾ ਲਓ ਕਾਰਵਾਈ ਕਰਾਰ ਦਿੱਤਾ। ਔਰ ਸੁਖਪਾਲ ਖਹਿਰਾ ਨੇ ਕਿਹਾ ਵੀ ਕੁਛ ਨਹੀਂ ਮਿਲਿਆ ਉਹਨਾਂ ਨੂੰ ਅਜਿਹਾ, ਜਿਹਦੇ ਤੋਂ ਕੋਈ ਅਜਿਹਾ ਗੱਲ ਮਿਲਦੀ ਹੋਵੇ ਜਿਹੜੀ ਖਹਿਰਾ ਦੇ ਖਿਲਾਫ ਜਾਂਦੀ। ਉਹ ਕਹਿੰਦੇ ਘਰੋਂ ਡਾਕੂਮੈਂਟ ਲੈ ਗਏ, ਮੋਬਾਈਲ ਫੋਨ ਲੈ ਗਏ, ਉਹਨਾਂ ਦੀ ਨੂੰਹ ਦਾ ਲੈ ਗਏ, ਉਹਨਾਂ ਦਾ ਲੈ ਗਏ, ਮੁੰਡੇ ਦਾ ਲੈ ਗਏ, ਪਤਨੀ ਦਾ ਲੈ ਗਏ, ਈਵਨ ਉਹਨਾਂ ਦੇ PA ਦਾ ਵੀ ਲੈ ਗਏ, ਔਰ ਹੋਰ ਬਹੁਤ ਸਾਰੇ ਡਾਕੂਮੈਂਟ ਜਿਹੜੇ ਆਮ ਘਰੇਲੂ ਡਾਇਰੀਆਂ ਉਹ ਲੈ ਗਏ। ਸੋ ਇਹ ਅਸਲ ਦੇ ਵਿੱਚ ਸਰਕਾਰ ਇਸ ਹੱਦ ਤੱਕ ਉਤਰੀ ਹੋਈ ਆ ਕਿ ਵਿਰੋਧੀਆਂ ਨੂੰ ਡਰਾਉਣ, ਧਮਕਾਉਣ, ਛਾਪੇਮਾਰੀ ਕਰਨ, ਦਬਾਅ ਬਣਾਉਣ ਦੇ ਉੱਤੇ ਲੱਗੀ। ਜੀ ਗਿੱਲ ਸਾਹਿਬ। ਅੱਛਾ, ਮਨਪ੍ਰੀਤ ਸਿੰਘ ਬਾਦਲ ਬਠਿੰਡੇ ਪਹੁੰਚੇ, ਆਂਗਨਵਾੜੀ ਵਰਕਰਾਂ ਨੇ ਘੇਰ ਲਏ, ਹੋਇਆ ਕੀ ਫਿਰ ਉੱਥੇ? ਜੀ ਗਿੱਲ ਸਾਹਿਬ, ਅੱਜ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਦੇ ਵਿੱਚ ਸੀ। ਬਠਿੰਡਾ ਦੇ ਵਿੱਚ ਉਹਨਾਂ ਦੀ ਮਾਤਾ ਦਾ ਅਸਲ ਦੇ ਵਿੱਚ ਅੱਜ ਬਰਸੀ ਸਮਾਗਮ, ਔਰ ਉੱਥੇ ਹੀ ਆਂਗਨਵਾੜੀ ਵਰਕਰ ਯੂਨੀਅਨ ਦੀਆਂ ਔਰਤਾਂ ਪਹੁੰਚ ਗਈਆਂ। ਦਰਅਸਲ ਆਂਗਨਵਾੜੀ ਵਰਕਰਾਂ ਨੂੰ ਕਾਂਗਰਸ ਪਾਰਟੀ ਲਗਾਤਾਰ ਕਹਿੰਦੀ ਆ ਰਹੀ ਹੈ ਵੀ ਅਸੀਂ ਤੁਹਾਡੇ ਵਾਅਦੇ ਪੂਰੇ ਕਰਾਂਗੇ। ਨਿਗੂਣੀਆਂ ਤਨਖਾਹਾਂ ਦੇ ਉੱਤੇ ਆਂਗਨਵਾੜੀ ਵਰਕਰਾਂ ਕੰਮ ਕਰ ਰਹੀਆਂ ਪਿਛਲੇ ਕਈ ਦਹਾਕਿਆਂ ਤੋਂ। ਈਵਨ ਇੱਥੋਂ ਤੱਕ ਕਿ ਹੁਣ ਉਹਨਾਂ ਦੇ ਰੁਜ਼ਗਾਰ ਤੇ ਖਤਰਾ ਖੜਾ ਹੋ ਗਿਆ। ਇਹਨਾਂ ਨੇ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰ ਲਈਆਂ। ਉਹੀ ਏਜ ਗਰੁੱਪ ਦੇ ਬੱਚਿਆਂ ਨੂੰ ਆਂਗਨਵਾੜੀ ਵਰਕਰਾਂ ਪੜ੍ਹਾਉਂਦੀਆਂ ਨੇ। ਉਹੀ ਏਜ ਗਰੁੱਪ ਆ ਜਿਹੜਾ ਉਹ ਪ੍ਰਾਇਮਰੀ ਸਕੂਲਾਂ ਦੇ ਵਿੱਚ ਪ੍ਰੀ ਨਰਸਰੀ ਦੇ ਤੌਰ ਦੇ ਉੱਤੇ ਸ਼ੁਰੂ ਕਰ ਲਿਆ, ਜਿਸ ਕਰਕੇ ਆਂਗਨਵਾੜੀ ਵਰਕਰਾਂ 'ਚ ਰੋਸ ਪਾਇਆ ਜਾ ਰਿਹਾ ਸੀ। ਆਂਗਨਵਾੜੀ ਵਰਕਰਾਂ ਨੂੰ ਬੇਰੁਜ਼ਗਾਰ ਅਧਿਆਪਕਾਂ ਦੀ ਤਰ੍ਹਾਂ ਇਹ ਲੱਗਦਾ ਸੀ ਕਿ ਇਸ ਬਜਟ ਦੇ ਵਿੱਚ ਮਨਪ੍ਰੀਤ ਬਾਦਲ ਤਜਵੀਜ਼ ਲੈ ਕੇ ਆਉਣਗੇ ਔਰ ਉਹਨਾਂ ਦੀ ਤਨਖਾਹ ਵਧਾਉਣਗੇ, ਉਹਨਾਂ ਦਾ ਰੁਜ਼ਗਾਰ ਨੂੰ ਪੱਕਾ ਕਰਨਗੇ। ਇਹ ਗੱਲ ਲੈ ਕੇ ਆਂਗਨਵਾੜੀ ਵਰਕਰਾਂ ਚੱਲ ਰਹੀਆਂ ਸੀ। ਅੱਜ ਗਿੱਲ ਸਾਹਿਬ ਜਿਉਂ ਹੀ ਆਂਗਨਵਾੜੀ ਵਰਕਰਾਂ ਉੱਥੇ ਪਹੁੰਚੀਆਂ ਪੁਤਲਾ ਬਣਾ ਕੇ, ਉਹ ਕਹਿੰਦੇ ਪੁਤਲਾ ਫੂਕਣਾ, ਤਾਂ ਉਸ ਤੋਂ ਬਾਅਦ ਪੁਲਿਸ ਨੇ ਖਿੱਚਤੂ ਕੀਤੀ। ਜਿਵੇਂ ਕੱਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ ਪੰਜਾਬ ਦੀਆਂ ਬੇਰੁਜ਼ਗਾਰ ETT ਅਧਿਆਪਕਾਂ ਦੇ ਨਾਲ ਪਟਿਆਲੇ 'ਚ ਕੀਤੀ, ਉਸੇ ਤਰੀਕੇ ਨਾਲ ਖਿੱਚਤੂ ਇੱਥੇ ਕੀਤੀ। ਔਰ ਜਿਹੜੀ ਸਭ ਤੋਂ ਮਾੜੀ ਗੱਲ ਇਹ ਹੋਈ ਹੈ ਕਿ ਆਂਗਨਵਾੜੀ ਵਰਕਰਾਂ ਨੇ ਕਿਹਾ ਕਿ ਉਹਨਾਂ ਨਾਲ ਪੁਲਿਸ ਨੇ ਛੇੜਖਾਨੀ ਕੀਤੀ ਆ। ਪੁਲਿਸ ਨੇ ਉਹਨਾਂ ਦੇ ਨਾਲ ਢੂਕੜੀ ਤਾਂ ਕੀਤੀ ਔਰ ਛੇੜਖਾਨੀ ਵੀ ਜਿਹੜੀ ਆ ਉਹ ਕੀਤੀ। ਉਹਨਾਂ ਨਾਲ ਗਲਤ ਹਰਕਤਾਂ ਪੁਲਿਸ ਮੁਲਾਜ਼ਮਾਂ ਨੇ ਇਸ ਵਕਤ ਧੱਕਾ ਮੁੱਕੀ ਦੇ ਦੌਰਾਨ ਕੀਤੀਆਂ। ਸਭ ਤੋਂ ਪਹਿਲਾਂ ਤਾਂ ਗਿੱਲ ਸਾਹਿਬ, ਕੱਲ ਪੂਰੀ ਦੁਨੀਆ ਕੌਮਾਂਤਰੀ ਮਹਿਲਾ ਦਿਵਸ ਬਣਾ ਕੇ ਹਟੀ ਆ। ਮਰਦ ਪੁਲਿਸ ਦਾ ਮਤਲਬ ਹੀ ਕੋਈ ਨਹੀਂ ਹੈਗਾ ਕਿ ਉਹ ਔਰਤਾਂ ਦੇ ਨਾਲ ਖਿੱਚੂ ਕਰਨ। ਮਰਦ ਪੁਲਿਸ ਦਾ ਕੋਈ ਮਤਲਬ ਨਹੀਂ ਕਿ ਉਹ ਔਰਤਾਂ ਨੂੰ ਟੱਚ ਵੀ ਕਰਨ। ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣਾ ਚਾਹੀਦਾ ਕਿ ਉਹਨਾਂ ਦੇ ਰਾਜ ਦੇ ਵਿੱਚ ਵੀ ਮਨਪ੍ਰੀਤ ਬਾਦਲ ਨੂੰ ਜਵਾਬ ਦੇਣਾ ਚਾਹੀਦਾ ਕਿ ਮਰਦ ਪੁਲਿਸ ਨੂੰ ਕਿਹਨੇ ਰਾਈਟ ਦਿੱਤਾ ਕਿ ਔਰਤਾਂ ਦੇ ਨਾਲ ਇਸ ਤਰੀਕੇ ਦੇ ਨਾਲ ਬਦਸਲੂਕੀ ਕਰਨ। ਸੋ ਹੁਣ ਮਸਲਾ ਇਹ ਗੰਭੀਰ ਬਣ ਚੁੱਕਿਆ। ਕੱਲ 10 ਮਾਰਚ ਨੂੰ ਆਂਗਨਵਾੜੀ ਵਰਕਰਾਂ ਦੇ ਵੱਲੋਂ ਬਠਿੰਡਾ ਦੇ SSP ਦਫ਼ਤਰ ਦਾ ਘਿਰਾਓ ਕੀਤਾ ਜਾਊ ਇਸ ਮਸਲੇ 'ਚ। ਜੀ, ਭਾਜਪਾ ਦੀ ਨਵੀਂ ਲੀਡਰਸ਼ਿਪ ਦੇ ਵਿੱਚ ਵੱਡੇ ਜਿਹੜੇ ਚਿਹਰੇ ਨੇ, ਜਿਨ੍ਹਾਂ ਨੇ 10 ਸਾਲਾਂ ਦੀ ਜਿਨ੍ਹਾਂ ਦੀ ਪਲੈਨਿੰਗ ਆ, ਅਨੁਰਾਗ ਠਾਕੁਰ ਹੋਣੀ ਤੇ ਅਜੀਤ ਡੋਵਾਲ ਉਹਨਾਂ ਦੇ ਪੁੱਤਰ ਸ਼ੌਰੀਆ ਡੋਵਾਲ ਦਾ ਪਿਛਲੇ 3-4 ਸਾਲ ਤੋਂ ਜਾਣਾ ਤੇ ਜਾ ਕੇ ਇੰਡੀਆ ਫਾਊਂਡੇਸ਼ਨ ਚਲਾਉਣੀ, ਤੇ ਉੱਤਰਾਖੰਡ
ਕਿ ਬੇਸਿਕਲੀ ਉੱਥੋਂ ਹੀ ਅਡਵਾਲ ਪਰਿਵਾਰ ਤੇ ਉੱਤਰਾਖੰਡ ਦਾ ਮੁੱਖ ਮੰਤਰੀ ਨੇ ਅਸਤੀਫਾ ਦੇ ਦਿੱਤਾ ਤੇ ਹੁਣ ਕੀ ਕਿਆਸਰਾਈਆਂ ਚੱਲ ਰਹੀਆਂ? ਜੀ ਗੱਲ ਸਾਹਿਬ, ਜਿਵੇਂ ਤੁਸੀਂ ਦੱਸਿਆ ਸਰਕਾਰ ਨੂੰ ਚਲਾਉਣ ਵਾਲੇ 2-3 ਚਿਹਰੇ ਨੇ। ਉਹ 2-3 ਚਿਹਰਿਆਂ ਦੇ ਵਿੱਚ ਇੱਕ ਨਰਿੰਦਰ ਮੋਦੀ ਜੀ ਨੇ, ਅਮਿਤ ਸ਼ਾਹ ਜੀ ਨੇ, ਔਰ ਇੱਕ ਜਿਹੜਾ ਇਹਨਾਂ ਦਾ ਸਭ ਤੋਂ ਨੇੜਲਾ ਚਿਹਰਾ ਉਹ ਹੈਗਾ ਅਜੀਤ ਡੋਵਾਲ। ਅਜੀਤ ਡੋਵਾਲ ਉਹ ਵਿਅਕਤੀ ਆ ਜਿਹੜਾ ਇਹਨਾਂ ਨੂੰ ਹਰ ਵਿਸ਼ੇ ਦੇ ਉੱਤੇ ਰਾਏ ਦਿੰਦਾ ਹੈਗਾ, ਔਰ ਉਹਦਾ ਮੁੰਡਾ ਵਾਕਈ ਉੱਤਰਾਖੰਡ ਦੇ ਨਾਲ ਬਿਲੋਂਗ ਕਰਦਾ। ਉੱਤਰਾਖੰਡ ਗਿੱਲ ਸਾਹਿਬ 21 ਸਾਲ ਉੱਤਰਾਖੰਡ ਨੂੰ ਬਣੇ ਨੂੰ ਹੋਏ ਨੇ ਜਦੋਂ ਉੱਤਰ ਪ੍ਰਦੇਸ਼ ਚੋਂ ਅੱਡ ਹੋਇਆ ਸੀ। 70 ਮੈਂਬਰੀ ਵਿਧਾਨ ਸਭਾ ਹੈ। ਅੱਜ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਅਸਤੀਫਾ ਦਿੱਤਾ। ਅਚਾਨਕ ਉਹਦਾ ਅਸਤੀਫਾ ਆਇਆ। ਪੰਜਾਬ ਦੇ ਨਾਲ ਹੀ ਉੱਤਰਾਖੰਡ 'ਚ ਵੋਟਾਂ ਪੈਣੀਆਂ ਨੇ, ਲਗਭਗ 1 ਸਾਲ ਦਾ ਸਮਾਂ ਰਹਿੰਦਾ, ਔਰ ਉੱਥੇ ਬੀਜੇਪੀ ਕੋਲੇ ਬਹੁਮਤ ਹੈਗਾ। 70 ਮੈਂਬਰੀ ਵਿਧਾਨ ਸਭਾ ਚ 56 ਮੈਂਬਰ ਬੀਜੇਪੀ ਦੇ ਉੱਥੇ ਜਿੱਤੇ ਸੀਗੇ। ਔਰ ਗਿੱਲ ਸਾਹਿਬ ਇਹ ਵੀ ਇੱਕ ਇਤਫਾਕ ਹੈ ਕਿ 21 ਸਾਲ ਹੋ ਗਏ ਉੱਤਰਾਖੰਡ ਦੇ ਗਠਨ ਹੋਏ ਨੂੰ, 8 ਮੁੱਖ ਮੰਤਰੀ ਦੇਖ ਲਏ, ਇੱਕੋ ਹੀ ਮੁੱਖ ਮੰਤਰੀ ਹੋਇਆ ਹੁਣ ਤੱਕ ਤਿਵਾੜੀ ਜੀ, ਜਿਹੜਾ ਇਹਨੇ ਪੂਰਾ ਸਮਾਂ ਦਾ 5 ਸਾਲ ਪੂਰੇ ਕੀਤੇ ਆ। ਨਹੀਂ ਬਾਕੀ 7 ਜਿਹੜੇ ਉੱਥੇ ਮੁੱਖ ਮੰਤਰੀ ਹੋਏ ਨੇ ਉਹਨਾਂ ਦਾ ਸਮਾਂ ਅੱਧ ਵਿਚਾਲੇ ਜਿਹੜਾ ਉਹ ਲਮਕਦਾ ਰਿਹਾ। ਸੋ ਅਸਲ ਦੇ ਵਿੱਚ ਜਿਹੜਾ ਹੁਣ ਇਹ ਮੁੱਖ ਮੰਤਰੀ ਦਾ ਅਸਤੀਫਾ ਦਿੱਤਾ ਹੈਗਾ, ਉੱਥੇ ਬੀਜੇਪੀ ਨੇ ਵੀ ਪਿਛਲੇ 4 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ, ਤੇ ਹੁਣ ਜਦੋਂ ਸਾਲ ਬਾਅਦ ਚੋਣਾਂ ਹੋਣ ਜਾ ਰਹੀਆਂ ਬੀਜੇਪੀ ਨੂੰ ਸਵਾਲ ਉੱਠ ਰਹੇ ਨੇ। ਬੀਜੇਪੀ ਦੇ ਵਿੱਚ ਬਗਾਵਤ ਦਾ ਡਰ ਖੜਾ ਹੋਇਆ ਪਿਆ ਸੀ, ਜਿਸ ਕਰਕੇ ਮੁੱਖ ਮੰਤਰੀ ਸਾਹਿਬ ਦਾ ਅਸਤੀਫਾ ਦਵਾਇਆ ਗਿਆ। ਦੂਸਰਾ ਕਾਰਨ ਇਹਦਾ ਇਹ ਕਿ ਬੀਜੇਪੀ ਏਜੰਡੇ ਦੀ ਰਾਜਨੀਤੀ ਨਹੀਂ ਕਰਦੀ। ਬੀਜੇਪੀ ਹੈ ਜਿਹੜੀ ਉਹ ਚਿਹਰਿਆਂ ਦੀ ਰਾਜਨੀਤੀ ਕਰਦੀ ਆ, ਉਹ ਚਿਹਰੇ ਲਿਆਉਂਦੀ ਆ। ਆਹ ਦੇਖੋ ਜੀ, ਆ ਨਰਿੰਦਰ ਮੋਦੀ ਇਹਨਾਂ ਦਾ ਸਾਡਾ ਚਿਹਰਾ, ਆ ਯੂਪੀ 'ਚ ਜੋਗੀ ਸਾਡਾ ਚਿਹਰਾ ਹੋਊਗਾ। ਹੁਣ ਉੱਤਰਾਖੰਡ ਦੇ ਵਿੱਚ ਇਹਨਾਂ ਦਾ ਜਿਹੜਾ ਪੁਰਾਣਾ ਚਿਹਰਾ ਸੀਗਾ ਉਹ ਲੋਕਾਂ ਦੇ ਵਿੱਚ ਕੋਈ ਬਹੁਤਾ ਪਾਪੂਲਰ ਨਹੀਂ ਹੋ ਪਾਇਆ, ਜਿਸ ਕਰਕੇ ਉਹ ਨਵਾਂ ਚਿਹਰਾ ਲਿਆਂਦਾ ਜਾ ਰਿਹਾ। ਚਰਚਾ ਇਹ ਚੱਲ ਰਹੀ ਆ, 2 ਨਾਵਾਂ ਦੀ ਚਰਚਾ ਚੱਲ ਰਹੀ ਹੈ, ਇੱਕ ਧਨ ਸਿੰਘ ਰਾਵਤ, ਇੱਕ ਪੁਸ਼ਕਰ ਸਿੰਘ ਧਾਮੀ, ਕਿ ਇਹਨਾਂ ਚੋਂ ਕਿਸੇ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ। ਔਰ ਚਰਚਾ ਡੋਵਾਲ ਦੇ ਮੁੰਡੇ ਦੀ ਵੀ ਚੱਲ ਰਹੀ ਹੈ, ਲੇਕਿਨ ਜ਼ਿਆਦਾ ਚਾਂਸ ਧਨ ਸਿੰਘ ਰਾਵਤ ਦੇ ਮੁੱਖ ਮੰਤਰੀ ਬਣਾਉਣ ਦੇ ਆ। ਔਰ ਲੱਗਦਾ ਕਿ ਪੁਸ਼ਕਰ ਸਿੰਘ ਧਾਮੀ ਵੀ ਚਾਹਵਾਨ ਆ, ਉਹਨੂੰ ਉਪ ਮੁੱਖ ਮੰਤਰੀ ਵੀ ਬਣਾਇਆ ਜਾ ਸਕਦਾ ਹੈ। ਜੀ, ਇੱਕ ਖਬਰ ਅੱਜ ਜਿਹੜੀ ਅਲ ਜਜ਼ੀਰਾ ਨੇ ਛਾਪੀ ਹੈ ਕਿ ਸੂਰਤ ਦੇ ਵਿੱਚ 2001 'ਚ ਮੁਸਲਮਾਨ ਸਕਾਲਰ 400 ਦੇ ਕਰੀਬ ਇੱਕ ਸੈਮੀਨਾਰ 'ਚ ਜਾਣ ਲਈ ਇਕੱਠੇ ਹੁੰਦੇ ਆ ਤੇ ਉਹਨਾਂ ਨੂੰ ਚਾਰਜ ਕਰ ਲੈਂਦੇ ਆ। ਉਸ ਸਮੇਂ ਜਿਹੜਾ ਕੇਸੂ ਭਾਈ ਪਟੇਲ ਜਾ ਰਿਹਾ ਤੇ ਨਰਿੰਦਰ ਮੋਦੀ ਹੋਣੀ ਆ ਰਹੇ ਨੇ। 2001 ਦਾ ਸਮਾਂ, 20 ਸਾਲਾਂ ਬਾਅਦ ਉਹ ਬਰੀ ਹੋਏ ਨੇ। ਉਹ ਕੀ ਖਬਰ ਹੈ ਜੀ? ਜੀ ਗਿੱਲ ਸਾਹਿਬ, ਵਾਕਈ ਇਹ ਭਾਰਤ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਲੋਕਤੰਤਰ ਆ। 20 ਸਾਲ ਉਹ ਲੋਕਾਂ ਨੂੰ ਇਹ ਦੱਸਣ ਨੂੰ ਲੱਗ ਗਏ ਵੀ ਭਾਈ ਅਸੀਂ ਆਮ ਬੰਦੇ ਆ, ਅਸੀਂ ਕੋਈ ਅੱਤਵਾਦੀ ਨਹੀਂ ਹੈਗੇ। ਔਰ 20 ਸਾਲਾਂ ਦੇ ਵਿੱਚ ਉਹਨਾਂ ਨੇ ਤੁਸੀਂ ਇਹ ਦੇਖੋ ਕਿ ਵਾਪਰਿਆ ਕੀ। ਦਰਅਸਲ ਹੋਇਆ ਇਹ ਸੀਗਾ ਕਿ ਭਾਰਤ ਦੇ ਵਿੱਚ ਇੱਕ ਇਹਨਾਂ ਨੇ ਪਾਬੰਦੀ ਲਾਈ ਸੀ, ਜਥੇਬੰਦੀ ਸੀਗੀ ਇਸਲਾਮਿਕ ਮੂਵਮੈਂਟ ਆਫ ਇੰਡੀਆ, ਸਟੂਡੈਂਟਾਂ ਦੀ ਸਿੰਮੀ ਦੇ ਨਾਂ ਦੇ ਨਾਲ ਮਸ਼ਹੂਰ ਹੋਈ ਸੀ। ਔਰ ਇੱਕ ਹੋਟਲ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਹੋਇਆ ਸੀ। ਇਹਨਾਂ ਵੱਲੋਂ ਦੱਸਿਆ ਜਾ ਰਿਹਾ ਸੀ ਸਰਕਾਰ ਵੱਲੋਂ ਕਿ ਇਹ ਪ੍ਰੋਗਰਾਮ ਸਿੰਮੀ ਦਾ ਸੀਗਾ। ਔਰ ਉੱਥੋਂ ਪ੍ਰੋਗਰਾਮ ਤੋਂ 1 ਦਿਨ ਪਹਿਲੇ 127 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕਰਕੇ UAPA ਜਿਹੜਾ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਆ, ਉਹਦੇ ਤਹਿਤ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਗਿੱਲ ਸਾਹਿਬ 13 ਮਹੀਨੇ ਦੇ ਲਗਭਗ ਉਹ 127 ਲੋਕ ਜੇਲ੍ਹ 'ਚ ਰਹੇ। ਉਸ ਤੋਂ ਬਾਅਦ 13 ਮਹੀਨਿਆਂ ਬਾਅਦ ਵੱਖ-ਵੱਖ ਮਾਮਲਿਆਂ ਦੇ ਵਿੱਚ ਉਹਨਾਂ ਦੀ ਜ਼ਮਾਨਤ ਹਾਈ ਕੋਰਟ 'ਚ ਹੋਈ। ਅੱਧੀ ਕੁ ਦਰਜਨ ਦੇ ਲਗਭਗ ਦੀ ਜ਼ਮਾਨਤ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ। ਫਿਰ ਉਹ ਕਿਉਂਕਿ ਉਹ ਸਿਰਫ ਇਕੱਲੇ ਗੁਜਰਾਤ ਦੇ ਨਹੀਂ ਸੀ, ਭਾਰਤ ਦੇ ਵੱਖ-ਵੱਖ ਸੂਬੇ, ਕੋਈ 200 ਕਿਲੋਮੀਟਰ ਤੋਂ ਆਇਆ ਹੋਇਆ ਸੀ, ਕੋਈ 400 ਕਿਲੋਮੀਟਰ ਤੋਂ ਆਇਆ ਹੋਇਆ ਸੀ, ਕੋਈ 700 ਕਿਲੋਮੀਟਰ ਤੋਂ ਆਇਆ ਹੋਇਆ ਸੀ। ਔਰ 12-13 ਮਹੀਨੇ ਉਹਨਾਂ ਨੇ ਸੂਰਤ ਦੇ ਵਿੱਚ ਜੇਲ੍ਹ 'ਚ ਗੁਜ਼ਾਰੇ। ਉਸ ਤੋਂ ਬਾਅਦ ਜਦੋਂ ਉਹਨਾਂ ਦੀ ਜ਼ਮਾਨਤ ਹੋਈ ਗਿੱਲ ਸਾਹਿਬ, 20 ਸਾਲ ਕੇਸ ਚੱਲਿਆ। ਔਰ ਦੱਸਦੇ ਨੇ ਕਿ ਹਰ ਮਹੀਨੇ ਲਗਭਗ ਉਹਨਾਂ ਦੀ ਤਰੀਕ ਹੁੰਦੀ ਸੀ। ਤਾਂ ਇੰਨੀ ਦੂਰੋਂ ਉਹ ਲੋਕ ਆ ਜਿਹੜੇ ਆਪਦਾ ਕੰਮ ਛੱਡ ਕੇ ਤਰੀਕ ਦੇ ਉੱਤੇ ਅਦਾਲਤ ਆਉਂਦੇ ਸੀ, ਬੈਠ ਕੇ ਮੁੜ ਜਾਂਦੇ ਸੀ। 20 ਸਾਲ ਬਾਅਦ ਹੁਣ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਜਾਓ ਭਾਈ, ਤੁਸੀਂ ਬਰੀ ਹੋ, ਤੁਸੀਂ ਬੇਕਸੂਰ ਹੋ। ਹੁਣ ਇਹਨਾਂ ਦੇ ਵਿੱਚ ਉਹ ਮੁਸਲਮਾਨ ਨੌਜਵਾਨ ਵੀ ਨੇ ਜਿਹੜੇ ਇਹਦੇ ਕੰਮ ਛੁੱਟ ਗਏ, ਔਰ ਉਹ ਵੀ ਨੇ ਜਿਨ੍ਹਾਂ ਨੂੰ ਉਹਨਾਂ ਨੇ ਦੱਸਿਆ ਬਾਅਦ ਦੇ ਵਿੱਚ, ਉਹਨਾਂ ਦੀਆਂ ਇੰਟਰਵਿਊ ਜਾ ਰਹੀਆਂ ਨੇ, ਉਹ ਕਹਿੰਦੇ ਸਾਨੂੰ ਲੋਕਾਂ ਨੇ ਬੁਲਾਉਣਾ ਛੱਡਤਾ। ਕੋਈ ਕਹਿੰਦਾ ਸਾਨੂੰ ਅੱਤਵਾਦੀ ਸਮਝਣ ਲੱਗ ਗਏ। ਇੱਕ ਪੱਤਰਕਾਰ ਸੀ ਬਹੁਤ ਸੀਨੀਅਰ, ਉਹਦਾ ਕੰਮ ਛੁੱਟ ਗਿਆ। ਉਦੋਂ ਬਾਅਦ ਕਿਸੇ ਨੇ ਉਹਨੂੰ ਕੰਮ ਨੌਕਰੀ ਤੇ ਨਹੀਂ ਰੱਖਿਆ, ਤੇ ਉਸ ਤੋਂ ਬਾਅਦ ਉਹ ਬਹੁਤ ਛੋਟੇ-ਮੋਟੇ ਕੰਮ ਕਰਕੇ ਆਪਦਾ ਗੁਜ਼ਾਰਾ ਚਲਾਉਂਦਾ ਗਾ। ਔਰ ਇਸੇ ਸੁਣਵਾਈ ਦੌਰਾਨ 20 ਸਾਲਾਂ 'ਚ 5 ਲੋਕਾਂ ਦੀ ਮੌਤ ਹੋ ਗਈ, ਔਰ ਜਿਹੜੇ ਬਰੀ ਹੋਏ ਨੇ ਉਹ 122 ਜਣੇ ਹੋਏ।
ਇੱਕ ਵਿਅਕਤੀ ਦੱਸਦਾ, ਉਹ ਕਹਿੰਦਾ ਮੈਂ ਉਦੋਂ 35 ਸਾਲਾਂ ਦਾ ਸੀ, ਡਿਪਰੈਸ਼ਨ 'ਚ ਚਲਿਆ ਗਿਆ, ਅੱਜ ਤੱਕ ਡਿਪਰੈਸ਼ਨ ਦੀ ਦਵਾਈ ਖਾਂਦਾ। ਪਤਨੀ ਵੀ ਕਹਿੰਦਾ ਸਟ੍ਰੈਸ 'ਚ ਚਲੀ ਗਈ ਜੇਲ੍ਹ ਜਾਣ ਤੋਂ ਬਾਅਦ, ਬੱਚੇ ਸਟ੍ਰੈਸ 'ਚ ਚਲੇ ਗਏ, ਪਤਨੀ ਵੀ ਡਿਪਰੈਸ਼ਨ ਦੀ ਦਵਾਈ ਖਾਂਦੀ ਆ ਔਰ ਕਹਿੰਦਾ ਮੈਂ ਵੀ ਡਿਪਰੈਸ਼ਨ ਦੀ ਦਵਾਈ ਖਾਂਦਾ। ਸੋ ਇਹ ਬਹੁਤ ਮੰਦਭਾਗੀ ਗੱਲ ਹੈ। ਅਦਾਲਤਾਂ ਦੇ ਵਿੱਚ ਸਾਲਾਂ ਬੱਧੀ ਕੇਸ ਲੰਮਕੇ ਰਹਿੰਦੇ ਨੇ ਔਰ ਸਾਲਾਂ ਤੱਕ ਵਿਅਕਤੀ ਆ ਜਿਹੜਾ ਉਹ ਇਸੇ ਰੂਪ ਦੇ ਵਿੱਚ ਘੁੰਮਦਾ ਰਹਿੰਦਾ ਗਾ ਕਿ ਪਤਾ ਨਹੀਂ ਉਹਦਾ ਕੀ ਬਣਨਾ। ਸੋ 20 ਸਾਲ ਕੇਸ ਚੱਲਣ ਤੋਂ ਬਾਅਦ ਹੁਣ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਬਰੀ ਹੋ। ਉਹਨਾਂ ਦੀ 20 ਸਾਲ ਜ਼ਿੰਦਗੀ ਦੇ ਜਿਹੜੇ ਅਦਾਲਤਾਂ ਦੇ ਚੱਕਰ ਕੱਟਦਿਆਂ ਦੇ ਲੰਘੇ, ਉਹਨਾਂ ਦੇ 13 ਮਹੀਨੇ ਜਿਹੜੇ ਜੇਲ੍ਹ 'ਚ ਲੰਘੇ, ਉਹਨਾਂ ਦਾ ਕੋਈ ਜਵਾਬ ਨਾ ਸਰਕਾਰ ਕੋਲੇ ਆ, ਨਾ ਅਦਾਲਤ ਕੋਲੇ, ਨਾ ਇਸ ਪ੍ਰਬੰਧ ਕੋਲੇ ਆ। ਜੀ ਗਿੱਲ ਸਾਹਿਬ, ਹਰਿਆਣਾ ਸਰਕਾਰ ਦੀ ਕੱਲ ਨੂੰ ਕੋਈ ਪ੍ਰੀਖਿਆ ਹੋਣੀ ਹੈ, ਕਾਹਦੀ ਪ੍ਰੀਖਿਆ ਹੋਣੀ ਹੈ ਜੀ? ਗਿੱਲ ਸਾਹਿਬ, ਕੱਲ ਨੂੰ ਪੂਰੀ ਅਗਨੀ ਪ੍ਰੀਖਿਆ ਹਰਿਆਣਾ ਸਰਕਾਰ ਦੀ। ਦਰਅਸਲ ਹੋਇਆ ਇਹ ਕਿ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਸਾਈਨ ਕਰਾ ਕੇ 25 MLA ਦੇ ਸਪੀਕਰ ਸਾਹਿਬ ਨੂੰ ਚਿੱਠੀ ਦਿੱਤੀ ਗਈ ਕਿ ਇਹਦਾ ਜਿਹੜਾ ਹਰਿਆਣਾ ਦੀ ਸਰਕਾਰ ਦਾ ਉਹਨਾਂ ਨੇ ਅਵਿਸ਼ਵਾਸ ਮਤਾ ਗਾ ਜਿਹੜਾ ਉਹ ਲਿਆਂਦਾ, ਤਾਂ ਹੁਣ ਕੱਲ ਨੂੰ ਇਸ ਵਿਸ਼ੇ ਦੇ ਉੱਤੇ ਵੋਟਿੰਗ ਹੋ ਸਕਦੀ ਆ। ਦਰਅਸਲ ਇਹ ਹੈਗਾ ਕਿ 90 ਮੈਂਬਰੀ ਜਿਹੜੀ ਹਰਿਆਣਾ ਦੀ ਵਿਧਾਨ ਸਭਾ ਹੈ ਉਹ ਡਿੱਗੂ ਕਰਦੀ ਹੈਗੀ। ਉੱਥੋਂ ਦੀ ਸਰਕਾਰ ਬੀਜੇਪੀ ਦੇ 40 MLA ਨੇ, 10 ਉਹਦੇ 'ਚ JJP ਦੇ। ਇਸ ਤੋਂ ਇਲਾਵਾ ਕਾਂਗਰਸ ਦੇ 30 ਨੇ ਤੇ ਕੁਝ ਆਜ਼ਾਦ ਨੇ। ਆਜ਼ਾਦ ਬੀਜੇਪੀ ਤੋਂ ਸਮਰਥਨ ਵਾਪਸ ਲੈ ਲਿਆ ਔਰ ਚਟਾਲਿਆਂ ਦਾ ਮੁੰਡਾ ਮੰਨ ਨਹੀਂ ਰਿਹਾ, ਉਹਦੇ ਨਾਲ ਦੇ 3 MLA ਦਾ ਪਤਾ ਲੱਗਿਆ ਕਿ ਬਗਾਵਤ ਕਰਕੇ ਤਾਂ ਬਾਕੀ ਕਰਨ ਦੀ ਹਾਲਤ ਦੇ ਵਿੱਚ ਆ। ਤਾਂ ਬੀਜੇਪੀ ਨੂੰ ਉੱਥੇ ਸਰਕਾਰ ਬਚਾਉਣ ਲਈ ਚਾਹੀਦਾ 45 ਦਾ ਅੰਕੜਾ, ਲੇਕਿਨ ਬੀਜੇਪੀ ਕੋਲ ਇਸ ਵਕਤ ਜਿਹੜਾ ਸਾਰਾ ਜ਼ੋਰ ਲਾ ਕੇ ਉਹ 47 MLA ਬਣਦੇ ਆ। 2 ਦਾ ਫਰਕ ਆ, ਬਿਲਕੁਲ ਹਾਸ਼ੀਏ ਦੇ ਉੱਤੇ ਸਰਕਾਰ ਆ ਜਿਹੜੀ ਉਹ ਖੜੀ ਹੈ। ਔਰ ਕੱਲ ਨੂੰ ਇਹ ਵੱਡੀ ਅਗਨੀ ਪ੍ਰੀਖਿਆ ਹੋਊ। ਬੀਜੇਪੀ ਨੇ ਪੂਰਾ ਜ਼ੋਰ ਲਾਤਾ ਕਿ ਕੱਲ ਨੂੰ ਸਰਕਾਰ ਬਚਾਈ ਜਾਵੇ। ਵਿਪ ਜਾਰੀ ਕਰਤੀ ਕਿ ਸਾਰੇ MLA ਪਹੁੰਚੋ ਔਰ ਜਿੱਥੇ ਅਸੀਂ ਕਹਾਂਗੇ ਉੱਥੇ ਹੀ ਵੋਟ ਪਾਉਣੀ ਹੈ। ਇਸੇ ਤਰੀਕੇ ਦੀ ਵਿਪ ਆ ਜਿਹੜੀ ਉਹ ਦੂਜੀਆਂ ਪਾਰਟੀਆਂ ਨੇ ਵੀ ਜਾਰੀ ਕਰ ਦਿੱਤੀ ਆ। ਸੋ ਹੁਣ ਜੇ ਕੱਲ ਨੂੰ ਕੋਈ MLA ਆਪਣੀ ਪਾਰਟੀ ਦੇ ਕਹੇ ਅਨੁਸਾਰ ਨਹੀਂ ਚੱਲਦਾ ਜਾਂ ਉੱਥੋਂ ਗੈਰ ਹਾਜ਼ਰ ਰਹਿੰਦਾ, ਪਾਰਟੀ ਦੇ ਕਹੇ ਅਨੁਸਾਰ ਹਾਜ਼ਰ ਨਹੀਂ ਹੁੰਦਾ, ਤਾਂ ਉਸ ਨੂੰ ਖਾਰਜ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਪੂਰੇ ਹਰਿਆਣੇ 'ਚ ਗੇੜਾ ਦਿੱਤਾ ਗਿਆ ਗਾ ਔਰ ਸਾਰੇ MLA ਦੇ ਦਫ਼ਤਰਾਂ 'ਚ ਜਾ ਕੇ ਉਹਨਾਂ ਨੂੰ ਕਿਹਾ ਗਿਆ ਵੀ ਭਾਈ ਕੱਲ ਨੂੰ ਤੁਸੀਂ ਵਿਧਾਨ ਸਭਾ 'ਚ ਪਹੁੰਚੋ, ਕਿਸਾਨਾਂ ਦੇ ਪੱਖ 'ਚ ਫੈਸਲਾ ਲਓ। ਜੇ ਪੱਖ 'ਚ ਸਾਡੇ ਫੈਸਲਾ ਲਓਗੇ ਤਾਂ ਅਸੀਂ ਤੁਹਾਡੇ ਨਾਲ ਆ ਦੁਬਾਰੇ ਵੋਟਾਂ 'ਚ। ਜੇ ਤੁਸੀਂ ਸਾਡੇ ਪੱਖ 'ਚ ਨਹੀਂ ਖੜੋਗੇ ਤਾਂ ਤੁਹਾਡਾ ਪਿੰਡਾਂ 'ਚ ਵੜਨਾ ਤੋਂ ਉੱਪਰ ਕਰ ਦੇਣਗੇ। 2 ਵੱਡੇ ਜਿਹੜੇ ਲੀਡਰ ਨੇ ਹਰਿਆਣਾ ਦੇ, ਗੁਰਨਾਮ ਸਿੰਘ ਚਿਰੂਨੀ, ਉਹਨਾਂ ਨੇ ਸਪਸ਼ਟ ਕਿਹਾ। ਇਸ ਤੋਂ ਇਲਾਵਾ ਰਾਕੇਸ਼ ਟਕੈਤ ਨੇ ਸਪਸ਼ਟ ਕਿਹਾ। ਸੋ ਕੱਲ ਨੂੰ ਇਹ ਕਾਫੀ ਅਹਿਮ ਜਿਹੜਾ ਦਿਨ ਹੈਗਾ ਉਹ ਰਹਿਣ ਵਾਲਾ ਗਾ। VOTING ਹੋਣ ਦੀ ਸੰਭਾਵਨਾ ਪੂਰੀ ਦੀ ਪੂਰੀ ਬਣੀ ਹੋਈ ਆ ਵਿਧਾਨ ਸਭਾ ਦੇ ਵਿੱਚ। ਸੋ ਉੱਥੇ ਹਰਿਆਣਾ ਦੀ ਸਰਕਾਰ ਬਚਾਉਣੀ ਬੀਜੇਪੀ ਦੇ ਲਈ ਇੱਕ ਵੱਡਾ ਚੈਲੰਜ ਬਣਿਆ। ਜੀ ਗਿੱਲ ਸਾਹਿਬ, ਤਲਵੰਡੀ ਸਾਬੋ ਦੇ ਨੇੜੇ ਇਕੱਤ ਘਿਨਾਉਣੀ ਮਾੜੀ ਹਰਕਤ ਹੋਈ ਹੈ, ਇੱਕ ਬਜ਼ੁਰਗ ਔਰਤ ਦਾ ਬਲਾਤਕਾਰ ਹੋਇਆ ਜੀ, ਕੀ ਖਬਰ ਆ ਉਹ? ਜੀ ਗਿੱਲ ਸਾਹਿਬ, ਇਹ ਵੀ ਇੱਕ ਕਾਫੀ ਮੰਦਭਾਗੀ ਜਿਹੜੀ ਖਬਰ ਆ ਉਹ ਸਾਹਮਣੇ ਆਈ ਹੈ ਤਲਵੰਡੀ ਸਾਬੋ ਤੋਂ। ਅਜਿਹੀਆਂ ਘਟਨਾਵਾਂ ਜਦੋਂ ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਵਾਪਰਦੀਆਂ ਨੇ ਤਾਂ ਬਹੁਤ ਔਖਾ, ਅਜਿਹੀਆਂ ਘਟਨਾਵਾਂ ਬਾਰੇ ਗੱਲ ਕਰਨੀ ਵੀ ਔਖੀ ਹੋ ਜਾਂਦੀ ਹੈਗੀ। ਦਰਅਸਲ ਹੋਇਆ ਇਹ ਕਿ ਤਲਵੰਡੀ ਸਾਬੋ ਨੇੜੇ ਰਈਆ ਪਿੰਡ ਦੇ ਵਿੱਚ ਇੱਕ ਔਰਤ ਰਿਸ਼ਤੇਦਾਰੀ ਦੇ ਵਿੱਚ ਆਈ ਹੋਈ ਸੀ। 72 ਸਾਲ ਦੀ ਉਹਦੀ ਉਮਰ ਹੈ ਔਰ ਲੱਤ 'ਚ ਰਾੜ ਪਈ ਹੋਈ ਸੀ। ਪਰਿਵਾਰ ਕਿਸੇ ਸਮਾਗਮ ਤੇ ਗਿਆ ਹੋਇਆ ਸੀਗਾ ਔਰ ਉਹ ਔਰਤ ਘਰ 'ਚ ਇਕੱਲੀ ਸੀ ਤੇ ਉਸ ਤੋਂ ਬਾਅਦ ਉਹਦੇ ਨਾਲ ਬਲਾਤਕਾਰ ਆ ਜਿਹੜਾ ਉਹ ਕੀਤਾ ਗਿਆ। ਸੋ 72 ਸਾਲ ਦੀ ਬਜ਼ੁਰਗ ਔਰਤ ਦੇ ਨਾਲ ਅਜਿਹੀ ਘਟਨਾਕ੍ਰਮ ਬਹੁਤ ਮਾੜੀ ਗੱਲ ਜਿਹੜੀ ਉਹ ਸਾਹਮਣੇ ਆਈ ਹੈ। ਜੀ ਧੰਨਵਾਦ ਜੀ, ਬਹੁਤ ਬਹੁਤ। ਤੇ ਕੱਲ ਨੂੰ 9:15 ਵਜੇ ਫੇਰ ਗੱਲਬਾਤ ਹੋਏਗੀ। ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਨਵਕੇਂਦਰ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਸੀ ਤੇ ਇਸ ਸੈਗਮੈਂਟ ਦੇ ਸਪਾਂਸਰ ਸਨ ਸਰਦਾਰ ਸਤਿੰਦਰਪਾਲ ਸਿੰਘ ਬਰਾੜ। 604 906 74 13 604 906 7413। ਉਹਨਾਂ ਕੋਲ ਐਕਸਕਲੂਸਿਵ ਜਿਹੜੀਆਂ ਆਫਰਸ ਆਪਣੇ ਪ੍ਰੋਪਰਟੀਆਂ ਵਿਕਣ ਲਈ ਆਈਆਂ ਤੇ ਜਿਹਦੇ 'ਚ 7000 ਸਕੁਅਰ ਫੁੱਟ ਦੀ ਪਲੱਸ ਦੀਆਂ ਲੋਟਾਂ, 2 ਬੇਸਮੈਂਟਾਂ ਤੇ 14 ਲੱਖ ਉਹਦੀ ਕੀਮਤ ਆ। 3 ਘਰ ਨੇ। 604 906 74 13 ਤੇ ਤੁਸੀਂ ਗੱਲਬਾਤ ਉਹਨਾਂ ਨਾਲ ਕਰ ਸਕਦੇ ਹੋ।
ਵਪਾਰਕ ਸੰਦੇਸ਼ ਲੈ ਲਵਾਂ ਜੀ। ਇੱਕ ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆ ਕੇ ਕੋਸ਼ਿਸ਼ ਕਰਦੇ ਹਾਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨਾਲ ਗੱਲਬਾਤ। ਸਵਾਬੇ ਬਣ ਜਾਂਦਾ ਹੈ। ਪਰਮਿੰਦਰ ਸਿੰਘ ਥਿੰਦ ਉਹਨਾਂ ਦੀ ਐਡਵਰਟਾਈਜ਼ਮੈਂਟ ਸੀ। ਪਰਮਿੰਦਰ ਸਿੰਘ ਥਿੰਦ ਵੀ ਸਿਰਸੇ ਤੋਂ ਨੇ ਤੇ ਨਾਲ ਹੀ ਮੇਰੇ ਨਾਲ ਸਰਦਾਰ ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਮੁੱਖ ਸੇਵਾਦਾਰ ਨੇ। ਸਰਦਾਰ ਸਿਰਸਾ ਉਹਨਾਂ ਨੇ ਪਿਛਲੇ ਦਿਨੀ ਸੰਘਰਸ਼ ਦੇ ਸਮੇਂ ਤੋਂ ਜਿੰਨੇ ਵੀ ਸਾਡੇ, ਮੈਂ ਬਹੁਤ ਵਾਰ ਕਿਹਾ ਆਪਾਂ ਨੂੰ 20 22 ਸਾਲ ਹੋ ਗਏ ਪ੍ਰਦੇਸੀ ਵਸਦਿਆਂ ਨੂੰ, ਦਿੱਲੀ ਦੇ ਵਿੱਚ ਦੀ ਲੰਘਣਾ ਹੈ ਤਾਂ ਐਂ ਹੁੰਦਾ ਵੀ ਯਾਰ ਦਿੱਲੀ ਦੇ ਵਿੱਚ ਦੀ ਲੰਘ ਕੇ ਸੁੱਖ ਸਬੀਲੀ ਜਹਾਜ਼ ਚੜ੍ਹ ਜਾਈਏ, ਜਹਾਜ਼ੋਂ ਉਤਰ ਕੇ ਤੇ ਅਸੀਂ ਮੂਰਥਲ ਟੱਪ ਜਾਈਏ, ਕਿਉਂਕਿ ਦਿੱਲੀ ਦੀਆਂ ਸੜਕਾਂ ਦੇ ਉੱਪਰ ਮਾੜਾ ਬੰਦਾ ਜਿਹੜਾ ਲੰਘ ਨਹੀਂ ਸਕਦਾ। ਕੁਝ ਨਾ ਕੁਝ ਸਿੱਖਾਂ ਦੇ ਮਨ ਦੇ ਵਿੱਚ ਇਹ ਚੀਜ਼ ਰਹਿੰਦੀ ਹੈ ਕਿ ਇੱਥੇ ਅੱਜ ਤੋਂ 37 ਵਰ੍ਹੇ ਪਹਿਲਾਂ ਕੀ ਹੋਇਆ ਸੀ, ਜਾਂ ਪੰਜਾਬ ਦੇ ਇਹਨਾਂ ਜਵਾਕਾਂ ਤੇ ਕੇਸ ਪਏ ਤਿਹਾੜ ਜੇਲ੍ਹ ਦੇ ਵਿੱਚ, ਤੇ ਕਿਵੇਂ ਉਹਨਾਂ ਦੇ ਬਜ਼ੁਰਗ ਆਉਂਦੇ ਤੇ ਕਿਵੇਂ ਉਹ ਤੁਰਦੇ ਫਿਰਦੇ। ਮੈਨੂੰ ਯਾਦ ਹੈ ਸਰਦਾਰ ਸਤਵੰਤ ਸਿੰਘ, ਸ਼ਹੀਦ ਸਤਵੰਤ ਸਿੰਘ ਦੇ ਪਿਤਾ ਜਦ ਬਾਪੂ ਤਰਲੋਕ ਸਿੰਘ ਆਉਂਦੇ ਹੁੰਦੇ ਸੀ ਦਿੱਲੀ, ਤਾਂ ਕਿਵੇਂ ਜਿਹੜਾ ਟੈਕਸੀਆਂ ਸਟੈਂਡ ਤੇ ਟੈਕਸੀ ਸਟੈਂਡ ਤੇ ਉਹ ਸਮਾਂ ਕੱਢਦੇ ਰਹੇ ਕੌਮ ਦੇ ਉਸ ਯੋਧੇ ਦੇ ਸਤਿਕਾਰਯੋਗ ਪਿਤਾ ਜੀ। ਸੋ ਇਸ ਦੀ ਜਿਹੜੀ ਦਿੱਲੀ ਦੇ ਵਿੱਚ ਰਹਿੰਦੇ ਆ ਕੌਮ ਦੀ ਜਿਹੜੀ ਗੱਲਬਾਤ ਕਰਨੀ ਜਾਂ ਕਿਸੇ ਦੀ ਜ਼ਰੂਰਤ ਹੋਵੇ ਜਿਹੜੀ ਉਹ ਜ਼ਰੂਰਤ ਪੂਰੀ ਕਰਨੀ, ਉਹ ਬੜੀ ਇੱਕ ਵਧੀਆ ਗੱਲ ਹੈ। ਜ਼ਿਆਦਾ ਐਡੇ ਵੱਡੇ ਇੰਸਟੀਟਿਊਟ ਦੇ ਤੁਸੀਂ ਮੁੱਖ ਸੇਵਾਦਾਰ ਹੋ, ਜ਼ਾਤੀ ਤੌਰ ਤੇ ਪਾਰਟੀ ਤੌਰ ਤੇ ਕਿਸੇ ਨਾਲ ਕਿਸੇ ਦੇ ਮਤਭੇਦ ਹੋ ਸਕਦੇ ਨੇ, ਬਲਕਿ ਕਲੈਕਟਿਵਲੀ ਕੌਮ ਦੇ ਸਰਬੱਤ ਦੇ ਭਲੇ ਲਈ ਇਕੱਠਿਆਂ ਹੋ ਕੇ ਗੱਲ ਜਿਹੜੀ ਕਰਨੀ ਆ ਉਹਦੇ ਤੇ ਕੌਮ ਨੂੰ ਜਾਂ ਮਨੁੱਖਤਾ ਨੂੰ ਇੱਕ ਪਲੇਟਫਾਰਮ ਤੇ ਸਦਾ ਰਹਿਣਾ ਚਾਹੀਦਾ। ਤੇ ਪਿਛਲੇ ਦਿਨੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ, ਜਿਹੜਾ ਇੱਕ ਡਾਇਲਿਸਿਸ ਦਾ ਕਲੀਨਿਕ ਖੋਲ੍ਹਿਆ। ਉਹਦੇ ਲਈ ਸਰਦਾਰ ਸਿਰਸਾ ਮੇਰੇ ਨਾਲ ਨੇ। ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ, ਧੰਨਵਾਦ ਤੁਹਾਡੇ ਸਮੇਂ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਬਾਲਾ ਪ੍ਰੀਤਮ ਸਾਹਿਬ ਦੇ ਨਾਂ ਤੇ ਬੰਗਲਾ ਸਾਹਿਬ ਦੇ ਵਿੱਚ ਜੀ ਇੱਕ ਬਹੁਤ ਵੱਡਾ ਤੁਸੀਂ ਇੱਕ ਸੇਵਾ ਦਾ ਇਹ ਜਿਹੜਾ ਕਨਸੈਪਟ ਜਿਹੜਾ ਸ਼ੁਰੂ ਕੀਤਾ ਹੈ, ਉਸ ਕਲੀਨਿਕ ਦੇ ਬਾਰੇ ਤੇ ਉਸ ਕਲੀਨਿਕ ਦੀਆਂ ਗੱਲਾਂ ਇੰਟਰਨੈਸ਼ਨਲ ਲੈਵਲ ਤੇ ਹੋ ਰਹੀਆਂ ਜੀ, ਉਹਦੇ ਬਾਰੇ ਦੱਸਿਓ ਥੋੜਾ ਜਿਹਾ। ਬਾਲਾ ਪ੍ਰੀਤਮ ਸਾਹਿਬ ਦਾ ਨਾਮ ਤੇ ਬਹੁਤ ਦੇਰ ਪਹਿਲਾਂ ਹਸਪੀਟਲ ਨੂੰ ਬਣਾਉਣ ਦੀ ਚੇਸ਼ਟਾ ਕੀਤੀ ਗਈ ਜੀ। 2000 ਦੇ ਅੰਦਰ ਉਸ ਵੇਲੇ ਜਿਹੜੇ ਅਵਤਾਰ ਸਿੰਘ ਜੀ ਪ੍ਰਧਾਨ ਸੀ, ਜਗ੍ਹਾ ਲੈ ਕੇ ਉਸ ਵੇਲੇ ਸੰਤ ਬਾਬਾ ਹਰਜੀ ਕਾਰ ਸੇਵਾ ਵਾਲੇ ਰਤਨ, ਉਸ ਵੇਲੇ ਉਹਨਾਂ ਨੇ ਇਹਦੀ ਕਾਰ ਸੇਵਾ ਸ਼ੁਰੂ ਕਰਾਈ ਔਰ ਉਹਨਾਂ ਨੇ 500 ਬੈੱਡ ਹਸਪੀਟਲ ਖੜਾ ਕਰਤਾ। ਇਸ ਦੌਰਾਨ ਹੀ ਕਮੇਟੀ ਬਣੀ ਸੀ ਔਰ ਜਿਹੜੀ ਇਹਨਾਂ ਨੇ ਕਮੇਟੀ ਹਸਪਤਾਲ ਚਲਾਉਣ ਵਾਸਤੇ ਬਣਾਈ ਸੀ, ਉਹ ਡਾਕਟਰ ਟ੍ਰੇਨ ਵਗੈਰਾ ਦੀਆਂ ਕਈ ਲੋਕ ਸੀ ਜੋ ਉਸ ਵੇਲੇ ਅਵਤਾਰ ਸਿੰਘ ਸਾਹਿਬ ਨੇ ਬਣਾਈ ਜੋ ਦੱਸਦੇ। ਲੇਕਿਨ ਉਸ ਤੋਂ ਬਾਅਦ ਹਸਪੀਟਲ ਨੂੰ ਪ੍ਰਾਈਵੇਟ ਲਾਕਾਂ 'ਚ ਵੇਚ ਦਿੱਤਾ ਗਿਆ, ਫਿਰ ਕਾਫੀ ਡਿਸਪਿਊਟ ਖੜੇ ਹੋ ਕੇ ਕੋਰਟ ਕਚਹਿਰੀਆਂ 'ਚ ਗੱਲਾਂ ਗਈਆਂ, ਮੁਕੱਦਮੇ ਦਰਜ ਹੋਏ ਵੇਚਣ ਕਰਕੇ। ਲੇਕਿਨ ਅਲਟੀਮੇਟਲੀ ਫਿਰ 6 ਸਾਲ ਪਹਿਲਾਂ ਜਦੋਂ ਮਨਜੀਤ ਸਿੰਘ ਜੀ ਕੇ ਪ੍ਰਧਾਨ ਬਣੇ, ਉਸ ਵੇਲੇ 14 ਕਰੋੜ ਰੁਪਏ ਦੇ ਕੇ ਕੋਰਟ ਕਚਹਿਰੀ ਦੀ ਕਾਫੀ ਲੰਬੀ ਲੜਾਈ ਤੋਂ ਬਾਅਦ ਇਸ ਹਸਪੀਟਲ ਨੂੰ ਵਾਪਸ ਕੌਮ ਕੋਲ ਲਿਆ, ਲੇਕਿਨ ਫਿਰ ਵੀ ਚਲਾਇਆ ਨਹੀਂ ਜਾ ਸਕਿਆ। ਹੁਣ ਅਸੀਂ ਜਦੋਂ ਮੈਨੂੰ ਮੌਕਾ ਮਿਲਿਆ ਇਸ ਸੇਵਾ ਦਾ, ਤੇ ਮੈਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਅੱਜ ਤੋਂ 1.5 ਸਾਲ ਪਹਿਲਾਂ ਅਰਦਾਸ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਬਾਬਾ ਬਚਨ ਸਿੰਘ ਜੀ ਹੁਣ ਕਾਰ ਸੇਵਾ ਕਰਾਉਂਦੇ ਆ, ਉਹਨਾਂ ਨੂੰ ਨਾਲ ਲੈ ਕੇ ਕਿ ਆਪਾਂ ਇਹਦੀ ਸੇਵਾ ਦੁਬਾਰਾ ਤੋਂ ਸ਼ੁਰੂ ਕਰਾਵਾਂਗੇ ਔਰ ਸੰਗਤਾਂ ਦਾ ਸਹਿਯੋਗ ਮਿਲੂਗਾ। ਆਪਾਂ ਨੂੰ ਹਰ ਹਾਲਤ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਚਾਲੂ ਕਰਨਾ। तो गुरु साहब ने बड़ी कृपा की उन्होंने प्रकाश पुरब तो पहला, हालांकि कोविड भी आ गया, बड़ी प्रॉब्लम आईया, पर गुरु साहब ने आप ही कृपा की और आप ही सेवकों तो सेवा ली और हुण ये देश का सब तो बड़ा किडनी डायलिसिस हॉस्पिटल 101 बेड का और बिल्कुल मुफ्त जी, कोई पैसा नहीं, बिलिंग काउंटर भी नहीं है। लोग लाइना लगा के खड़े ने ਜਿਹੜੇ इस बीमारी में समझते हैं जिन्होंने रब ना लोड़ पावे। हिंदुस्तान वर्गा मुल्क इतने कोई शोर नहीं कुछ नहीं है, इतने तो हर कोई तेरा ही है बस। हस्पताल ही डाक्टरिया का घर है, जो सरकारी हस्पताल वो बंदा जिंदगी देख के मर जाता, जो प्राइवेट हस्पताल वो बिल देख के मर जाता। मम्मी मरना तो तय है दोनों के भावे किसी च चले जाए जी। तो इस करके बड़ी जरूरी थी आज ये देश का एक ऐसी चीज बनी है कि जिसमें पूरा देश के लोग सारे नेशनल चैनल है। मैं जरूर अपनी कमेटी ने वादा किया चलो गुरु साहब ने सेवा दी है, लैनी है मालक नहीं होंगी है, आप तो अरदासा करनी होंगे ने कि जो 26 जनवरी के लोग सानू बहुत माफ चंगा कह रहे थे, माफ करना। मैं एक दिन टीवी से मैंने रोना नहीं आ गया, मैं क्या तू सानू जलील कर दे यार, तुम है इन्ना कुछ कंपनी साडी ने देश पिछे किया, तू सानू इतना बेइज्जत करते जी टीवी पे बुला के। बड़ा दुख सी यार, मैं उस दिन क्या सी, मैं क्या देखो कुछ चिंता ना करो, रुक जाओ 15 दिन, हॉस्पिटल ऐसा खुलेगा, साढ़े साल लोगों ने मुंह तो चपेड़ होगी, जो लोग सानू भौंकते ना, तुहानू लोगों नू
ਇਹ ਆਰਤੀ ਉਤਾਰਨੀ ਪਊਗੀ ਸਿੱਖਾਂ ਦੀ। ਤੁਸੀਂ ਸਿੱਖਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਪਏ ਜੀ, ਕਿਉਂਕਿ ਸੱਚਾਈ ਨਹੀਂ ਹੈ। ਔਰ ਕੱਲ ਤੁਸੀਂ ਦੇਖੋ ਉਹੀ ਟੀਵੀ ਚੈਨਲ ਤੁਸੀਂ ਚੁੱਕ ਕੇ ਦੇਖ ਲਓ, ਮੈਂ ਤੁਹਾਨੂੰ ਵੀਡੀਓ ਬਿਲਕੁਲ ਜੀ ਬਿਲकुल, ਭਾਵੇਂ ਰਜਤ ਸ਼ਰਮਾ ਹੋਣ, ਭਾਵੇਂ ਉਹ ਸੁਨੀਲ ਚੌਧਰੀ ਹੋਣ, ਭਾਵੇਂ ਉਹ ਆਜ ਤੱਕ ਹੋਵੇ, ਮਤਲਬ ਕੋਈ ਚਾਹੇ ਟਾਈਮਸ ਨਾ ਹੋਵੇ, ਕੋਈ ਦੇਸ਼ ऐसा चैनल नहीं जिन्हें नहीं बोलना पाया या बोलना है। लोग सुनना चाहे, लोग कह रहे दिखाओ जी क्यों नहीं बोल रहे किसी आप, तो ये टोटल 100% किसी को उनको पैसा चार्ज नहीं करना जी। जो भी है ਅਸੀਂ ਜਿਹੜੇ ਸ਼ਰਧਾਲੂ ਨੇ, ਜਿਹੜੇ ਲੋਕ ਬਾਹਰ ਕੰਪਨੀਆਂ ਨੇ ਜਿਹੜੀਆਂ ਸਾਡੇ CSR ਹੁੰਦਾ ਇੱਕ ਕਾਰਪੋਰੇਟ ਜਿਹੜਾ ਰਿਸਪੌਂਸਿਬਿਲਿਟੀ ਫੰਡ ਹੁੰਦਾ ਜਿਹੜਾ ਕਾਰਪੋਰੇਟ ਘਰਾਣਿਆਂ ਨੇ ਖਰਚ ਕਰਨਾ ਹੁੰਦਾ ਜ਼ਰੂਰੀ, ਐਸੇ ਲੋਕਾਂ ਨੇ ਪਹਿਲੇ ਦਿਨ ਤੋਂ ਅਪਰੋਚ ਕਰਨਾ ਸ਼ੁਰੂ ਕਰ ਦਿੱਤਾ। ਇਨਫੀਲਡ ਦੇ ਮਾਲਕ ਜਿਹੜਾ ਬੁਲਟ ਮੋਟਰਸਾਈਕਲ ਆਉਂਦਾ, ਉਹਦੇ ਮਾਲਕ ਨੇ ਕਿਹਾ ਕਿ ਮੈਂ 22 ਤਰੀਕ ਨੂੰ ਦੇਖਣ ਆਉਣਾ। ਸੁੰਦਰਮ ਫਾਈਨਾਂਸ ਇੱਕ ਬਹੁਤ ਵੱਡੀ ਕੰਪਨੀ ਹੈ, ਉਹਨੇ ਕਿਹਾ ਇੱਕ ਸਾਊਥ ਇੰਡੀਆ ਦਾ ਪੇਪਰ ਹੈਗਾ ਏ, ਕਦੀ ਤੁਹਾਨੂੰ ਕਦੇ ਟਾਈਮ ਉਹਦੇ ਗੂਗਲ ਕਰਕੇ ਦੇਖਿਓ ਜੀ, ਮਲਾਲਿਆਮ ਜੀ ਜੀ, ਉਹ ਮਨੋਰਮਾ ਮਲਾਲਿਆਮ ਸਾਊਥ ਦੇ ਸਭ ਤੋਂ ਵੱਡਾ ਪੇਪਰ ਆ। ਉਹਦੇ ਮਾਲਕ ਨੇ ਚਿੱਠੀ ਲਿਖ ਕੇ NDTV ਤੇ ਖਬਰ ਦੇਖ ਕੇ NDTV ਦੇ ਮਾਲਕ ਨੂੰ ਚਿੱਠੀ ਲਿਖ ਕੇ ਤੇ ਚੈੱਕ ਭੇਜਿਆ ਕਿ ਸਾਡੇ ਚੈੱਕ ਦੀ ਕੋਈ ਤੱਕ ਪਹੁੰਚਾ ਦਿਓ ਜੀ। ਤੇ ਅਸੀਂ ਇਹ ਸਕੀਮ ਦੇਖ ਕੇ ਇੰਨਾ ਖੁਸ਼ ਹੋਏ ਹਾਂ ਵੀ ਅਜੇ ਵੀ ਇਨਸਾਨ ਜਿੰਦਾ ਹੈ। ਇਹ ਸਾਨੂੰ ਦੇਖ ਕੇ ਅੱਛਾ ਲੱਗਾ ਵੀ ਇਨਸਾਨੀਅਤ ਨਹੀਂ ਮਰੀ ਅਜੇ। ਅੱਛਾ ਸਿਰਸਾ ਸਾਹਿਬ, ਜਿਹੜਾ ਫਸਟ ਕਮ ਫਸਟ ਸਰਵ ਵਾਲੀ ਗੱਲ ਆ, ਜਿਹਦਾ ਅੱਜ ਡਾਇਲਿਸਿਸ ਹੋ ਗਿਆ, ਤੀਸਰੇ ਦਿਨ ਫੇਰ ਹੋਣਾ ਜੀ, ਉਹਨਾਂ ਦਾ ਨੰਬਰ ਫਿਰ ਕਿਸ ਤਰ੍ਹਾਂ, ਇਹਦੀ ਆਪਰੇਸ਼ਨ ਕਿਵੇਂ ਹੋਏਗੀ ਜੀ? ਦੇਖੋ ਜੀ, ਅਸੀਂ ਪਹਿਲਾਂ ਤਾਂ ਰਜਿਸਟ੍ਰੇਸ਼ਨ ਕਰਦੇ ਪਏ ਹਾਂ, ਜਿਹਦੀ ਰਜਿਸਟ੍ਰੇਸ਼ਨ ਹੋਊਗੀ, ਕਿਉਂਕਿ ਤੁਸੀਂ ਜਿਹੜੀ ਗੱਲ ਕੀਤੀ ਜਿਹਦੇ ਫਿਰ ਲੋੜ ਪੈਣੀ ਆ। ਔਰ ਇਹ ਹਸਪੀਟਲ ਜਿਹੜਾ ਹੈ, ਪਹਿਲਾਂ ਸਾਡੀ ਕੋਸ਼ਿਸ਼ ਸੀਗੀ ਵੀ ਅਸੀਂ ਇਹਨੂੰ 12 ਘੰਟੇ ਹੀ ਆਪਰੇਟ ਕਰੀਏ, ਲੇਕਿਨ ਜਿਸ ਤਰ੍ਹਾਂ ਦੀ ਲੋਕਾਂ ਦੀ ਡਿਮਾਂਡ ਆ ਗਈ ਆ, ਉਹ 24 ਘੰਟੇ ਸੋਚਿਆ ਸੀ ਕਿ ਅਜੇ 5-4 ਮਹੀਨੇ ਬਾਅਦ ਤਿਆਰੀ ਕਰਕੇ 24 ਘੰਟੇ ਚਲਾਵਾਂਗੇ ਇਹਨੂੰ। ਪਰ ਮੈਨੂੰ ਲੱਗਦਾ ਨਹੀਂ ਕਿ 15 ਦਿਨਾਂ ਬਾਅਦ ਹੀ 24 ਘੰਟੇ ਕਰਨਾ ਪਊਗਾ ਸਾਨੂੰ ਇਨਫਰਾਸਟ੍ਰਕਚਰ ਆਪਣਾ ਤਿਆਰ ਕਰਕੇ, ਕਿਉਂਕਿ ਇੰਨੀ ਦੁਨੀਆਂ ਲਾਈਨਾਂ ਲੱਗ ਰਹੀ। ਅਸੀਂ ਅੱਜ ਆਪਣੀ ਰਜਿਸਟ੍ਰੇਸ਼ਨ ਬੰਦ ਕਰਤੀ, ਕੇਵਲ 2 ਦਿਨਾਂ ਸਾਨੂੰ ਰਜਿਸਟ੍ਰੇਸ਼ਨ ਬੰਦ ਕਰਨੀ ਚਾਹੀਦੀ। ਪਰਸੋਂ ਹਸਪੀਟਲ ਖੋਲਿਆ ਸੀ, ਕੱਲ ਦਾ ਦਿਨ ਸੀ ਔਰ ਅੱਜ ਦੇ ਦਿਨ ਅੱਜ ਰਜਿਸਟ੍ਰੇਸ਼ਨ ਇੰਨੀ ਹੋ ਚੁੱਕੀ ਹੈ ਕਿ ਸਾਨੂੰ ਅੱਜ ਆਪਣੀ ਰਜਿਸਟ੍ਰੇਸ਼ਨ ਬੰਦ ਕਰਨੀ ਪਈ ਆ। ਹੁਣ ਕੱਲ ਜਿਹੜੇ ਲੋਕ ਆਉਂਦੇ ਤੋਂ ਮਾਫੀ ਮੰਗਣੀ ਪਈ, ਹੁਣ ਰਜਿਸਟ੍ਰੇਸ਼ਨ ਹੋ ਗਈ ਆ, ਹੁਣ ਨਹੀਂ ਕੁਝ ਕਰ ਸਕਦੇ। ਸੋ ਇੰਨੀ ਲੋਕਾਂ ਨੂੰ ਤੁਸੀਂ ਸਮਝ ਸਕਦੇ ਜੀ ਕਿ ਇੱਕ ਡਾਇਲਿਸਿਸ ਵਾਸਤੇ ਤਕਰੀਬਨ 4 ਤੋਂ 5 ਹਜ਼ਾਰ ਰੁਪਇਆ ਖਰਚ ਕਰਨਾ ਪੈਂਦਾ, ਔਰ ਲੋਕਾਂ ਦਾ 3 ਦਿਨਾਂ ਬਾਅਦ ਮਤਲਬ 3 ਡਾਇਲਿਸਿਸ ਹੁੰਦੇ ਨੇ ਜੀ। ਜਿਸ ਬੰਦੇ ਨੂੰ ਹਰ ਮਹੀਨੇ 15,000 ਰੁਪਇਆ ਹਰ ਹਫ਼ਤੇ ਖਰਚਣਾ ਪੈ ਰਿਹਾ ਹੋਵੇ, ਮਹੀਨੇ ਦਾ 40-50,000 ਰੁਪਇਆ ਚਲੇ ਜਾਣਾ ਹੋਵੇ, ਉਹ ਲੋਕਾਂ ਦੇ ਘਰ ਵਿੱਚ ਜਾਂਦੇ ਨੇ ਜੀ ਜੀ, ਤੇ ਫਿਰ ਵੀ ਬਚਣ ਦੀ ਆਸ ਨਹੀਂ ਰਹੀ। ਅੱਛਾ ਸਿਰਸਾ ਸਾਹਿਬ, ਹੁਣ ਤੁਸੀਂ ਜਦ ਇਸ ਦੇ ਪ੍ਰਧਾਨ ਨਹੀਂ, ਸਿਰਸੇ ਤੋਂ ਤੁਹਾਡਾ ਸਫ਼ਰ ਜਿਹੜਾ ਤੁਸੀਂ ਆਮ ਪਰਿਵਾਰ ਦੇ ਵਿੱਚੋਂ ਨਿਕਲ ਕੇ ਜਾ ਕੇ ਦਿੱਲੀ ਰਾਜਨੀਤੀ ਦੇ ਵਿੱਚ ਆਪਣੇ ਪੈਰ ਗੱਡਣੇ ਤੇ ਕਰੂਰਾ ਕਾਇਮ ਰੱਖਣਾ, ਸਦਾ ਹੀ ਹੱਥ ਜੋੜਿਆਂ ਵੀ ਗੱਲ ਨਹੀਂ ਬਣਦੀ ਤੇ ਹੱਥ ਜੋੜਿਆਂ ਵੀ ਗੱਲ ਬਣਦੀ ਹੈ। ਸਿੱਖ ਦਾ ਇੱਕ ਪ੍ਰਤਿਭਾ ਹੈ ਕਿ ਉਹ ਸਰਬੱਤ ਦੇ ਭਲੇ ਲਈ ਗੁਰੂ ਪਾਤਸ਼ਾਹ ਤੋਂ ਦੇ ਡਰ ਤੋਂ ਬਿਨਾਂ ਨਾ ਡਰ ਦਿੰਦਾ ਕਿਸੇ ਦੀ, ਨਾ ਡਰ ਕਿਸ ਦਾ ਲੈਂਦਾ। ਤੇ ਦਿੱਲੀ ਦੇ ਵਿੱਚ ਸਾਡੇ ਨਾਲ ਜਿਹੜਾ 37 ਵਰ੍ਹੇ ਪਹਿਲਾਂ ਹੋਇਆ, ਮੈਂ ਆਪਣੀ ਨਿੱਜੀ ਗੱਲ ਕਰਾਂ, ਜੇ ਦਿੱਲੀ ਏਅਰਪੋਰਟ ਤੋਂ ਮੈਂ ਪੰਜਾਬ ਨੂੰ ਜਾਣਾ ਹੋਵੇ ਪਿਛਲੇ 20-22 ਵਰ੍ਹਿਆਂ ਤੋਂ, ਪਤਾ ਨਹੀਂ ਇੱਕ ਮਨ ਦੇ ਵਿੱਚ ਸਦਾ ਇਸ ਤਰ੍ਹਾਂ ਰਹਿੰਦਾ ਯਾਰ ਬਈ ਇਹ ਸੜਕਾਂ ਤੇ ਕਦੇ ਕੁਝ ਹੋ ਸਕਦਾ। ਤੁਸੀਂ ਉੱਥੇ ਰਹਿ ਰਹੇ ਹੋ, ਹੁਣ ਇਸ ਦੇ ਸੰਦਰਭ ਦੇ ਵਿੱਚ ਕੀ ਸੋਚਦੇ ਹੋ? ਇਹ ਇਨਸਿਕਿਉਰਿਟੀ ਆ ਸੁਰੱਖਿਆ ਕਿਉਂ ਸਿੱਖ ਦੇ ਮਨ 'ਚ ਆ, ਨਾਲੇ ਕਿ ਸਭ ਤੋਂ ਵੱਧ ਮਨੁੱਖਤਾ ਲਈ ਕੰਮ ਕਰਦਾ, ਜਿਵੇਂ ਤੁਸੀਂ ਪਹਿਲਾਂ ਦੱਸ ਕੇ ਹਟੇ? ਨਹੀਂ ਦੇਖੋ, ਗੱਲ ਇਹ ਆ, ਇਸ ਗੱਲ 'ਚ ਕੋਈ ਸ਼ੱਕ ਨਹੀਂ, ਇਨਸਿਕਿਉਰਿਟੀ ਸੀ ਹੈ ਔਰ ਰਹੂਗੀ, ਉਸ ਗੱਲ 'ਚ ਕੋਈ ਸ਼ੱਕ ਹੀ ਨਹੀਂ ਹੈਗਾ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਕਤ ਨੇ ਬਹੁਤ ਬਦਲ ਗਿਆ। ਅੱਜ ਦੇਖੋ, ਗੁਰੂ ਸਾਹਿਬ ਤੋਂ ਦਾ ਕੋਟਾਨਕੋਟ ਸ਼ੁਕਰਾਨਾ, ਅੱਜ ਤੁਸੀਂ ਦਿੱਲੀ ਦੇ ਸਿੱਖਾਂ ਨਾਲ ਗੱਲ ਕਰੋ, ਜ਼ਰੂਰ ਕਰੀ, ਤੁਹਾਨੂੰ ਟਾਈਮ ਮਿਲੇ ਤੇ 2-4 ਫੋਨ ਲੋਕਾਂ ਨਾਲ ਜ਼ਰੂਰ ਗੱਲ ਕਰਿਓ ਦਿੱਲੀ 'ਚ। ਅੱਜ ਸਿੱਖਾਂ ਨੂੰ ਪਤਾ ਹੈ, ਦੇਸ਼ ਦੇ ਸਿੱਖਾਂ ਨੂੰ, ਵੀ ਸਾਡੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਖੜੀ ਆ, ਔਰ ਲੋਕਾਂ ਨੂੰ ਪਤਾ ਹੈ। ਤਾਂ ਸਾਨੂੰ ਜਿਹੜੇ ਜੇਲ੍ਹ 'ਚੋਂ ਲੋਕ ਨਿਕਲ ਆਏ, ਜ਼ਰੂਰ ਉਹਨਾਂ ਨਾਲ ਫੋਨ ਤੇ ਗੱਲ ਕਰਿਓ, ਜਿਹੜੇ ਜੇਲ੍ਹਾਂ ਤੋਂ ਬਾਹਰ ਆਏ ਆ। ਮੈਂ ਤੁਹਾਨੂੰ ਉਹਨਾਂ ਦੇ ਅਲਫਾਜ਼ ਕਹਿ ਰਹੇ, ਮੇਰੇ ਨਹੀਂ, ਕਹਿੰਦੇ ਜਦੋਂ ਸਾਨੂੰ ਇਹ ਜਿੱਦਣ ਪਤਾ ਲੱਗਾ 26 ਨੂੰ 27 ਨੂੰ ਪਤਾ ਹੀ ਲੱਗਾ ਨਾ ਕਿਸੇ ਨੂੰ ਅਰੈਸਟ ਹੋ ਗਏ ਨੇ, 29 ਨੂੰ ਜਾ ਕੇ ਸਾਨੂੰ ਪਤਾ ਲੱਗਾ ਕਿ ਅਰੈਸਟ ਹੋਏ ਨੇ, 29 ਨੂੰ ਫਟਾਫਟ ਜੇਲ੍ਹ ਤੇ ਜੇਲ੍ਹ ਪਹੁੰਚ ਗਏ, ਜਦੋਂ ਪਤਾ ਲੱਗਾ ਅਰੈਸਟ ਹੋਏ ਨੇ, ਉੱਥੋਂ ਜਾ ਕੇ ਪਤਾ ਲੱਗਾ ਕਿ 32 ਬੰਦੇ ਨਹੀਂ ਹੈਗੇ, ਪਿੱਛੇ 100 ਹੋਰ ਵੀ ਪਹਿਲਾਂ ਹੋ ਚੁੱਕੇ ਅਰੈਸਟ। ਤੇ 30 ਤਰੀਕ ਨੂੰ ਅਸੀਂ ਸਵੇਰੇ ਫਿਰ ਪਹੁੰਚ ਗਏ, ਕੱਪੜੇ ਲੈ ਕੇ ਵੀ ਇਹਨਾਂ ਨੂੰ ਸਮਾਨ ਅੰਦਰ ਪਹੁੰਚਾਈਏ, ਤੇ ਇਹਨਾਂ ਨੂੰ ਪਤਾ ਲੱਗ ਗਿਆ ਉੱਥੇ ਵੀ ਤਕਰੀਬਨ 125 ਬੰਦਾ ਹੈਗਾ। ਸੋ ਉਹ ਕਹਿੰਦੇ ਜਦੋਂ ਸਾਨੂੰ ਅੰਦਰ ਸਮਾਨ ਆ ਗਿਆ ਨਾ, ਤੇ ਸਾਨੂੰ ਤੇ ਕਹਿੰਦਾ ਸਾਡੀ ਤੇ ਜਾਨ ਪੈ ਗਈ, ਜਦੋਂ ਸਾਨੂੰ ਪਤਾ ਲੱਗਾ ਦਿੱਲੀ ਦੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਗਈ ਆ, ਸਾਡੀ ਤੇ ਕਹਿੰਦਾ ਗੱਲ ਛੱਡੋ, ਜਿਹੜੇ ਕਹਿੰਦਾ ਪੁਲਿਸ ਵਾਲੇ ਜਿਹੜੇ ਸੀ ਨਾ, ਸਾਨੂੰ ਉਹਨਾਂ ਨੇ ਖੜਾ ਕਰ ਕੁੱਟਿਆ ਸੀ, ਜਿਹੜਾ ਨੇ ਡਿਓਰੀਆਂ 'ਚ ਕਰ ਕੁੱਟਿਆ ਸੀ ਨਾ, ਉਹ ਸਾਡੇ ਵੱਲ ਨੂੰ ਹੱਥ ਜੋੜ ਕੇ ਤੇ ਮਤਲਬ ਕਹਿਣ ਲੱਗ ਪਏ, ਕਿਆ ਲੋਗੇ ਔਰ ਲੋਗੇ, ਤੁਮ ਧਿਆਨ ਰੱਖਣਾ,
चलो तुम भी हमारा ध्यान रखो, हम भाई हैं, हम भी किसान हैं, मतलब कहता उन्होंने एक गल समझाउण लग पई भी ये काम उल्टा पै गया ते जिन्ने जेल दे अंदर लोग सीगे किसी दी मतली पैंदी सी पहला उन्होंने भी दस्सिया कहता पहला उन्होंने जेहड़े एंटी किसान जेहड़े लोग सी अंदर उन्होंने सानू हड़बड़ कटवाया सानू कुटवाया जी इस तरह जलालत से उतरे हुए सी। लेकिन गुरु साहब की बड़ी कृपा है जी, तुसीं जिहड़ी गल कही हर काम करना पैंदा है, ਤੁਹਾਨੂੰ ਹੱਥ ਨਾਲ ਵੀ ਲੜਨਾ ਪੈਂਦਾ ਹੈ ਔਰ ਤੁਹਾਨੂੰ ਆਪਣੀ ਮੈਂ ਕੱਲ ਵੀ ਬਨਵਾ ਸਾਹਿਬ ਕਿਹਾ ਸੀ ਔਰ ਅੱਜ ਮੈਂ ਤੁਹਾਨੂੰ ਫੇਰ ਕਹਿੰਦਾ ਜੀ ਦੇਖੋ ਗੁਰੂ ਦਾ ਸਿੱਖ ਜਿਹੜਾ ਹੈ ਨਾ ਉਹ ਗੁਰੂ ਨੇ ਸਿੰਘ ਸਜਾਇਆ, ਉਹ ਸ਼ੇਰ ਆ। ਪਰ ਸ਼ੇਰ ਦਾ ਮਤਲਬ ਇਹ ਨਹੀਂ ਕਿ ਗੁਰੂ ਨੇ ਤੁਹਾਨੂੰ ਸ਼ੇਰ ਦਾ ਨਾਮ ਦੇ ਦਿੱਤਾ ਤੁਹਾਨੂੰ ਖੱਪੇ ਰਹੋਗੇ ਤਾਂ ਸ਼ੇਰ ਬਣੋਗੇ, ਨਹੀਂ। ਤੁਹਾਨੂੰ ਦਹਾੜਨਾ ਪੈਣਾ ਹੈ, ਤੁਹਾਨੂੰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਲੜਨਾ ਪੈਣਾ ਹੈ ਔਰ ਤੁਹਾਨੂੰ ਬਾਰ-ਬਾਰ ਇਹ ਮਹਿਸੂਸ ਕਰਾਉਣਾ ਪੈਣਾ ਕਿ ਜੰਗਲ ਦਾ ਸ਼ੇਰ ਮੈਂ ਹੀ ਹੈ ਤੇ ਮੈਂ ਹੀ ਰਹਿਣ ਵਾਲਾ ਹੈ। ਸ਼ੇਰ ਨਾਮ ਰੱਖਿਆ, जंगल के लोग जंगल के जानवर तुहानूं राजा नहीं मन लैणगे, राजा मनाउण वाला पऊगा तुहानूं और तुहानूं बार-बार मनाउणा पऊगा। इस करके पहला पहली गल याद रखिए कि जब आप सोच रहे साडे नाल ही क्यों, साडे नाल ही होएगा क्योंकि जंगल के शेर असीं ही रखवाउंदे आ ते आपां भेड़ बकरी जिहदा जी करे वढ के टंग देवे। इस करके लड़ाई लड़नी पऊगी और जज्बे नाल लड़नी पऊ आपां नूं। एक सवाल, क्योंकि हुण तुसीं श्रोमणी अकाली दल दे नाल जुड़े हो, बहुत वड्डा बजट जिहड़ा जी अपना श्रोमणी गुरुद्वारा प्रबंधक कमेटी दा किते कोई गलबात होवे तां पंजाब दे विच भी ये बहुत वड्डी जरूरत है जी इस इन्हां चीज़ां दी। चाहे गुरु रामदास साहब दे नाम ते उहदे इंस्टीट्यूट खुले ने, छोटे मोटे हस्पताल है ने, पर एक प्रेसिडेंट सैट करन लई, एक मील पत्थर स्थापित करन लई पंजाब दे विच, दिल्ली दे विच इंचां च जमीन आ, इंचां च। पंजाब च तां एकड़ां च कोई प्रवासी दे देगा 10-15 एकड़, उत्थे भी कुछ इहो जिहा कराउण दे लई कोई ना कोई सुहिरद यतन तुसीं करो जी। ये सुनेहा आया न्यूयॉर्क तो मैनूं हुणे किसी ने भी ये भी सिरसा साहब नूं गल कहो। देखो श्रोमणी कमेटी आप जरूर समर्थ है, जरूर उन्होंने, पर एक मैं तुहानूं जरूर बेनती करना चाहुंदा कि जिहड़ा लोगों ने एक वहम आ ना कि 5 करोड़ रुपए का बजट है, वो थोड़ा जिहा आपां नूं मतलब उन्होंने ना वधा चढ़ा के कह दिता जाता है। देखो बजट कोई नहीं हुंदा किसी दे कोल भी, जिहड़ा गुरु घर दे अंदर तुसीं चढ़ावा चढ़ाउणा उन्ना ही स्टाफ आ गुरुद्वारिਆਂ 'ਚ, उन्ना ही गुरुद्वारे दा खर्चा, उन्नी ही बिजली आ, उन्नी ही एसी आ, उन्ना ही लंगर। तो ये जरूर है कि देखो गुरु घर की सेवा चलनी तो सिखां तो ही है, होर कोई बाहरों आउणा नहीं कितों। ते गुरु दे सिख ने जिन्हें दसवंध का अपना मन बनाया उन्हें ही दसवंध कढना है। हाँ ये गल जरूर है कि साडा दसवंध का एक रुपया जिहड़ा है वो सार्थक तरीके नाल लगे, जिहदी सब तो ज्यादा रिटर्न आवे। देखो कंपनियां काम करदियां ने, बिजनेस किया जाता है, ठीक है, एक बिजनेस कंपनी करदी आ जिहदा 1 रुपया ला के उहदा वध तो वध रिटर्न निकलदी है, दूजी कंपनी करदी है 100 रुपया लगता है फिर मतलब 10 रह जाते हैं, करजाई होकर डुब जाती है। तो एक काम करने का जरूर फर्क हो सकता है और सानू सब नूं वो काम जरूर करना चाहिए जिहदे नाल 1 रुपए की रिटर्न जी 1000 रुपए बराबर आवे, सानू दा लाभ होवे, दुनिया साडी शान वधे और मानवता की सेवा भी करिए और अपने सिख परिवार की सेवा कर सकीए। इस मैं तुहाडे हक चाहूँगा। अखीर दे विच ये दस के जाओ जी जे बाहर बैठा जिहड़ा परदेसी इत्थे सिख पंजाबी जिन्ने ने ਜਾਂ कोई होर भी इस वड्डे क्लिनिक दे विच कोई हिस्सा अपना पाउणा चाहे ਉਹਦਾ की प्रॉपर चैनल है जी? जी जरूर पाओ। मैं तुहानूं बेनती करदा कि पहला तुहानूं इस गल दी ਵਧਾਈ दिंदा है कि देखो सानू एक गुरुद्वारा कमेटी 1971 की बनी आ, साडे कोल एक FCR हुंदा जिहड़ा फॉरन तो पैसा लैण वास्ते तुहानूं लैणा पैंदा, पता ही नहीं कई साल हो गए, सब ने कोशिशां कर करके देख लिया। सब तो पहला जिहड़े प्रधान रहे ने, जिहड़े उन्हां तो पहला प्रधान रहे ने, कोई कांग्रेस तो समर्थक रहा, कोई BJP दा रहा, हर एक कुछ ने रहा, लेकिन क्योंकि साडी जिहड़ी काम करन दी छवि सी देश के अंदर नहीं सी वो चंगी। लेकिन गुरु साहब की कृपा देखो 2 सालों के अंदर जो कोरोना च काम होया है, जो हेल्थ के अंदर काम किया, जिस तरीके असीं अज देश दी सब तो सस्ती मेडिसिन की दुकान भी दिल्ली से गुरुद्वारा मैनेजमेंट कमेटी चला रही है जी। और कल रात को मैंने जानकारी दी गृह मंत्रालय ने, अज सवेरे उन्होंने चिट्ठी भेजी उन्होंने मैनूं कि जिहड़ी असीं गृह मंत्री को पुटअप की सी FCR सानूं मिलनी चाहिए है। साडी क्रेडिबिलिटी देखो, साडा काम अज उन्होंने सानूं गुरु घरां दे वास्ते और 3 चीज़ों वास्ते, धर्म के काम वास्ते भी, एजुकेशन के काम वास्ते भी और हेल्थ वास्ते ही, 3 दे वास्ते उन्होंने सानूं अलाउ कीता है कि तुसीं फॉरन तो जो भी तुहानूं तुहाडा श्रद्धालु फंड करना चाहता हो करे। तो साडे वास्ते बहुत, क्योंकि गुरु दुनिया भर च बैठे सिखां नूं अज गुरु हरकृष्ण पातशाह जी दे दर नाल, गुरु तेग बहादुर साहब जी दे दर नाल, गुरु नानक देव पातशाह जी दे दर नाल जुड़न दा एक मौका मिलूगा। मैं जरूर चाहुंदा है कि आपां तुसीं अपना योगदान पाओ, असीं तुहानूं एक विश्वास दिवाने आ कि थोड़ा जिहा सानूं मिले तो केवल साल दा सेवा दा मौका मिलिਆ, गुरु साहब ने तरफ कीता है, गुरु साहब गां भी कि सानूं सेवावां देणगे, असीं भी तन मन धन नाल और लड़ाई सेवा करन वाले लोग हां कि देश और दुनिया ने देखा कि 2 सालों के अंदर लोगों को महसूस कराया कि कमेटी की ने
ਅੱਜ ਦੇਸ਼ ਦੇ ਅੰਦਰ ਦੇਖੋ ਸ਼ਤਰੂਘਨ ਸਿੰਘ ਮੈਂ ਟਵੀਟ ਪੜ੍ਹ ਰਿਹਾ ਸੀ, ਅੱਜ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਬੜੀ ਜ਼ਰੂਰੀ ਜੀ। ਮੈਨੂੰ ਕੱਲ ਸਵੇਰੇ ਫੋਨ ਆਇਆ, ਤੁਸੀਂ ਜ਼ਰੂਰ ਦੇਖਦੇ ਹੋਗੇ NDTV ਤੇ ਰਵੀਸ਼ ਕੁਮਾਰ ਪੱਤਰਕਾਰ। ਜੀ ਜੀ। देखो रवीश कुमार के अल्फाज में तुम दसन लगा, मैनू कहता सिरसा जी 9 बजे फोन आया, मैं आपको बधाई देता। चलो सारी गलों ने कहा कौम ने बधाई देना, सिखा ने कमाल करता और एक काम सिख ही कर सकते हैं। दो गलों ने इंपॉर्टेंट कही, कहता जेडे लोग तुम सिखों की सेवा यही कहना चाहता हूँ कि उसमें एक पोछा लगाऊंगा। सिरसा जी ਤੁਹਾਡੀ ਆਵਾਜ਼ ਕੱਟ ਹੋ ਗਈ ਜੀ। ਰਵੀਸ਼ ਕੁਮਾਰ ਦੀ ਗੱਲ ਫੇਰ ਰਿਪੀਟ ਕਰਿਓ ਜੀ। रवीश कुमार ने कहा कि मैं देश के लोगों दे ਆਵਾਜ਼ ਦੀ ਕੋਈ ਨਾ ਕੋਈ ਪ੍ਰੋਬਲਮ ਹੋ ਗਈ ਜੀ, ਕਲੀਅਰ ਨਹੀਂ ਆ ਰਹੀ ਗੱਲ ਜੀ। ਮਨਜਿੰਦਰ ਸਿੰਘ ਸਿਰਸਾ ਉਹਨਾਂ ਨਾਲ ਕੰਟੈਕਟ ਫੇਰ ਹੋ ਗਿਆ ਜੀ। ਕੋਈ ਮੁਸ਼ਕਲ ਸੀ ਥੋੜੀ ਜੀ, ਪਤਾ ਨਹੀਂ, ਕਈ ਵਾਰ ਇਧਰੋਂ ਵੀ ਹੋ ਸਕਦੀ ਹੈ ਉਧਰੋਂ ਵੀ ਹੋ ਸਕਦੀ ਹੈ। ਸਿਰਸਾ ਸਾਹਿਬ ਆਪਣੀ ਗੱਲ ਰਵੀਸ਼ ਕੁਮਾਰ ਤੇ ਟੁੱਟੀ ਸੀ ਜੀ। ਰਵੀਸ਼ ਕੁਮਾਰ ਨੇ ਜਿਹੜੀ ਗੱਲ ਤੁਹਾਨੂੰ ਕਹੀ ਜੀ ਉਹਨੂੰ ਰਿਪੀਟ ਕਰਿਓ ਪਲੀਜ਼। ਦਿੱਕਤ ਇਧਰੋਂ ਵੀ ਹੋ ਸਕਦੀ ਉਧਰ ਵੀ ਹੋ ਸਕਦੀ, ਸਾਡੇ ਵੱਲੋਂ ਜਾਰੀ ਹੁੰਦੀ ਆ। ਪਰ ਚਲੋ ਮੈਂ ਤੁਹਾਨੂੰ ਰਵੀਸ਼ ਕੁਮਾਰ ਦੀ ਗੱਲ ਸੁਣਾਵਾਂ ਜੀ। रवीश कुमार मैंने परसों फोन करके कहता है जी, कहता भी ये जो लोग सिरसा जी आप लोगों को बुरा भला सिखों को बोल रहे थे, ये उनके मुंह के ऊपर ये आपने काला रंग पोतने का काम किया, उनका उनकी दुरुस्त कर दिया उनका दिमाग। और मैं तो पहले से कहता आ रहा हूँ कि सिखों की सेवा को कोई मुकाबला नहीं है। ये जो सिख अगर कर सकते हैं, सिखों से सीखो, कुछ ईर्षा करना मत सीखो, उनकी सेवा सीखो उनसे। और फिर मैंने कहता कि मैं सिरसा जी एक दिन वहां पे आऊंगा पोछा लगाने के लिए, वाह, ताकि मैं देश को बता सकूं कि ये कितनी बड़ी सेवा है और हमारे जैसे लोगों को यहाँ पे आके पोछे लगाने चाहिए। ये रवीश कुमार की गल कह रहे हैं, मैं ਤੁਹਾਨੂੰ जनतक तौर पर रेडियो से कह रहे हूँ, ने मैंने गल कही ताई मैं कह रहा जी। ਅੱਛਾ, ਇਹ ਭਾਵਨਾ ਹੈ ਲੋਕਾਂ ਬਹੁਤ ਅਖੀਰ ਦੇ ਵਿੱਚ ਜੀ, ਰਾਤ ਦੇ 11:30 ਵਜੇ ਨੇ, ਮੈਂ ਤੁਸੀਂ ਲੇਟ ਹੋ। ਅਖੀਰ ਦੇ ਵਿੱਚ ਲੋਕਾਂ ਦਾ ਬੜੀ ਉਤਸੁਕਤਾ ਹੈ ਕਿਉਂਕਿ ਤੁਸੀਂ ਕਿਸਾਨ ਸੰਘਰਸ਼ ਦੇ ਨਾਲ ਸਿੱਧੇ ਜੁੜੇ ਹੋਏ ਹੋ। ਹੁਣ ਕੀ ਵੇਖਦੀ ਹੈ ਜੀ, ਰੂਪ ਰੇਖਾ ਕੀ ਹੈ ਤੁਹਾਡੇ ਹਿਸਾਬ ਨਾਲ, ਇਸ ਦਾ ਕਿੱਧਰ ਨੂੰ ਜਾ ਰਿਹਾ ਮਹਾਨ? ਹੁਣ ਦੇਖੋ ਮੈਂ ਤੁਹਾਨੂੰ अगर शॉर्ट बिल्कुल दसा, देखो एक रियलिटी जो आप, क्योंकि आप गल सच्ची करांगे ਉਹਦੇ ਹਾਲਾਤ ਹੋਰ ਹੁੰਦੇ ਨੇ ਜੀ। ਜੇਕਰ 26 ਤਰੀਕ ਦਾ ਘਟਨਾਕ੍ਰਮ ਜਾਂ ਨਾ ਘਟਦਾ और ये जिस तरीके की सरकार ने शरारत की है, ट्रैप फाकी जो भी होया रब जाने, लेकिन फिर मैं जरूर तुहानू कह सकता सी भी ये वध तो वध 29 तरीक और 30 तरीक नूं इन्हां ने तिन्ने बिल जिहड़े सी स्क्रैप करना ही करना सी, इन्हां कोल रस्ते नहीं बचे सी। एक गल। दूजी गल, हुण सरकार के दिमाग च एक गल ये आ गई कि असीं इन्हां नूं बड़ा बदनाम करने की कोशिश की है, देश असीं मैसेज दिता, मुकदमे दर्ज कराते, बंदे अंदर दे दिते। हुण अगर असीं बिल वापस लैने आ ਤੇ ਫਿਰ ਇਹ ਲੋਕ ਕਹਿਣਗੇ ਵੀ ਤੁਸੀਂ ਜਿਨ੍ਹਾਂ ਨੂੰ ਤੇ ਦੇਸ਼ ਜੋ ਹੀ ਕਹਿ ਰਹੇ ਸੀ, ਹੁਣ ਇਹਨਾਂ ਨੂੰ ਹੁਣ ਸਰਕਾਰ ਰਸਤਾ ਲੱਭਦੀ ਪਈ ਆ। ਹੁਣ ਸਰਕਾਰ ਨੂੰ ਇੱਕ ਗੱਲ ਸਮਝ ਆ ਗਈ ਵੀ ਇਹ ਕਿਸਾਨ ਅੰਦੋਲਨ ਫੇਰ ਬੜੀ ਸਪੀਡ ਫੜ ਗਿਆ ਪਰ ਹੁਣ ਅੱਗੇ ਤੇ ਇੱਕ ਜਗ੍ਹਾ ਤੱਕ ਸੀਮਿਤ ਸੀ, ਬਾਰਡਰਾਂ ਤੱਕ ਸੀਮਿਤ ਸੀ, ਹੁਣ ਇਹ ਦੇਸ਼ ਜਗ੍ਹਾ ਜਗ੍ਹਾ ਪਹੁੰਚਣ ਲੱਗ ਪਏ। ਲੋਕ ਮਹਾਰਾਸ਼ਟਰ ਪਹੁੰਚ ਗਏ ਨੇ, ਕਰਨਾਟਕਾ ਪਹੁੰਚ ਗਏ ਨੇ, ਕਲਕੱਤੇ ਪਹੁੰਚ ਗਏ ਨੇ, ਹਰਿਆਣੇ ਚ। ਤੇ ਕੱਲ ਦੇਖੋ ਪਤਾ ਨਹੀਂ ਸਰਕਾਰ ਬਚਦੀ ਕਿ ਨਹੀਂ ਬਚਦੀ, ਇੱਡੇ ਹਾਲਾਤ ਵਿਗੜੇ ਪਏ ਨੇ। ਸੋ ਹੁਣ ਸਰਕਾਰ ਦੇ ਮੂੰਹ ਦੇ ਅੰਦਰ ਨਾ ਕੋੜ ਕਿਰਲੀ ਵਾਲਾ ਕੰਮ ਬਣ ਗਿਆ ਹੈ। ਅੰਦਰ ਸੁੱਟਦੇ ਆ ਤਾਂ ਮਾਰਦੇ ਆ, ਬਾਹਰ ਸੁੱਟਦੇ ਆ ਤੇ ਉਹ ਖਾਂਦੀ ਆ, ਉਹ ਕੰਮ ਇਹਨਾਂ ਦਾ ਬਣ ਗਿਆ। ਧੰਨਵਾਦ ਜੀ, ਬਹੁਤ ਬਹੁਤ ਸਿਸਟਰ ਸਾਹਿਬ। ਕਿਸ ਦਿਨ ਫੇਰ ਖੁੱਲੇ ਸਮੇਂ ਆਪਾਂ ਗੱਲਬਾਤ ਕਰਾਂਗੇ ਤੁਹਾਡੀ, ਕਿਉਂਕਿ ਕਈ ਵਾਰ ਇੱਕ ਰਾਜਨੀਤਿਕ ਦੇ ਤੌਰ ਤੇ ਬੰਦੇ ਇੱਕ ਪ੍ਰਿਤਵਾ ਨੂੰ ਦੇਖ ਕੇ ਹੀ ਹਰ ਵਕਤ ਉਸੇ ਫਰੇਮ 'ਚ ਬੰਦੇ ਨੂੰ ਸੈੱਟ ਕਰਦੇ ਆ, ਪਰ ਉਹਦੇ ਪਿੱਛੇ ਬੜੀ ਘਾਲਣਾ ਲੰਮੀ ਹੁੰਦੀ ਆ, ਮਿਹਨਤਾਂ ਬੜੀਆਂ ਹੁੰਦੀਆਂ ਨੇ। ਕਿਸੇ ਦਿਨ ਜਦੋਂ ਮੁਨਾਸਬ ਹੋਇਆ ਗੱਲਬਾਤ ਕਰਾਂਗੇ ਤੁਹਾਡੀ ਜ਼ਿੰਦਗੀ ਦੇ ਬਾਰੇ, ਸਟੇਬਿਲਿਟੀ ਦੇ ਬਾਰੇ। ਇੱਕ ਆਮ ਪਰਿਵਾਰ ਦੇ ਵਿੱਚੋਂ ਆ ਕੇ ਇਸ ਜਗ੍ਹਾ ਤੇ ਆਉਣਾ, ਇਹ ਸਿਰੜ ਹੈ। ਸਿਰੜ ਦੇ ਨਾਲ ਇੱਕ ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਵੀ ਹੈ। ਕੋਈ ਕਿਸੇ ਨੂੰ ਕੁਛ ਨਹੀਂ ਦਿੰਦਾ ਜੀ, ਇੱਥੇ ਤਾਂ ਲੈਣਾ ਹੀ ਪੈਂਦਾ ਇਸ ਦੁਨੀਆ ਦੇ ਵਿੱਚ। ਸੋ ਧੰਨਵਾਦ ਤੁਹਾਡੇ ਸਮੇਂ ਲਈ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮਨਜਿੰਦਰ ਸਿੰਘ ਸਿਰਸਾ ਗੱਲਬਾਤ ਕਰ ਰਹੇ ਸੀ। ਇੱਕ ਜਿਹੜਾ ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇਖੋ ਪ੍ਰਧਾਨ ਤਾਂ ਸਦਾ ਹੀ ਰਹਿੰਦੇ ਨੇ, ਇੰਸਟੀਟਿਊਟਸ ਦੇ ਪ੍ਰਧਾਨ ਆਉਂਦੇ ਰਹਿੰਦੇ ਨੇ, ਪ੍ਰਧਾਨ ਜਾਂਦੇ ਰਹਿੰਦੇ ਨੇ। ਇੱਕ ਵਿਅਕਤੀਤਵ, ਇੱਕ ਨਿੱਜੀ ਬੰਦੇ ਦੇ ਤੌਰ ਤੇ
ਕਿਵੇਂ ਉਸ ਨੂੰ ਵਧੀਆ ਇੰਸਟੀਚਿਊਟ ਨੂੰ ਚਲਾਉਣਾ ਹੈ, ਇਹ ਬਹੁਤ ਵੱਡੀ ਗੱਲ ਹੈ। ਸੋ ਜਿਹਦੇ 'ਚ ਜਿਵੇਂ ਇਹ ਪ੍ਰਧਾਨ ਜਿੰਨਾ ਚਿਰ ਦੇ ਬਣੇ ਨੇ, ਜਿਵੇਂ ਇਹਨਾਂ ਦਾ ਕਰੂਰ ਆ, ਜਿਹੜਾ ਕੰਮ ਕਰਨ ਦਾ ਢੰਗ ਹੈ, ਉਹਦੇ ਲਈ ਸਾਰੇ ਹੀ ਇਸ ਗੱਲ ਤੋਂ ਪਰਾਂ ਨਹੀਂ ਹੋ ਸਕਦੇ ਕਿ ਸਰ ਸਿਰਸਾ ਬਹੁਤ ਵਧੀਆ ਕੰਮ ਕਰ ਰਹੇ ਨੇ। ਖਾਸ ਤੌਰ 'ਤੇ ਕਿਸਾਨ ਸੰਘਰਸ਼ ਦੇ ਵਿੱਚ ਬਹੁਤ ਖਬਰਾਂ ਛਪਦੀਆਂ ਨੇ, ਬਹੁਤ ਕੁਛ ਹੋਇਆ ਜੀ। ਦੇਖੋ ਜੀ, ਫੋਟੋ ਖਿਚਾਉਣ ਆ ਗਏ, ਫੋਟੋ ਨਹੀਂ ਖਿਚਾਉਣ, ਵਕੀਲ ਕਰਨੇ, ਵਕੀਲ ਭੇਜਣੇ, ਉੱਥੇ ਤਿਹਾੜ ਜੇਲ੍ਹ 'ਚ ਜਾਣਾ ਹੈ। ਜੇ ਕਿਸੇ ਦਾ ਲਗਾ ਨਾ ਹੋਵੇ ਕੋਈ ਨਹੀਂ ਜਾਂਦਾ। ਔਰ ਸਰਕਾਰ ਜਿੱਥੇ ਸਾਰਾ ਹੀ ਪਾਵਰ ਹਾਊਸ ਆ, ਜਿੱਥੇ ਤੇ ਆਪੋਜੀਸ਼ਨ ਦੀ ਸਰਕਾਰ ਹੋਵੇ ਤੇ ਪਾਰਟੀ ਪਰਾਂ ਹੋ ਗਈ ਹੋਵੇ ਸ਼੍ਰੋਮਣੀ ਅਕਾਲੀ ਦਲ, ਫੇਰ ਵੀ ਐਗਜ਼ਿਸਟੈਂਸ ਦੇਣੀ ਸੌਖੀ ਨਹੀਂ ਹੈ। ਦੇਖ ਲਓ ਸੁਖਪਾਲ ਖਹਿਰੇ ਦੇ ਜਿਹੜੀ ਈਡੀ ਦਾ ਛਾਪਾ ਕਿਵੇਂ ਆ, ਤੇ ਇਹ ਤਾਂ ਲੋਕ ਰਹਿੰਦੇ ਉੱਥੇ ਨੇ, ਬਿਜ਼ਨਸ ਉੱਥੇ ਕਰਦੇ ਨੇ। ਸੋ ਕੁਛ ਵੀ ਹੋਵੇ, ਮੇਰੇ ਖਿਆਲ ਕਈ ਵਾਰ ਅਸੀਂ ਨਿੱਜ ਤੇ ਚਲੇ ਜਾਂਦੇ ਹਾਂ, ਕਿਸੇ ਪਾਰਟੀ ਨਾਲ ਐਫੀਲੀਏਸ਼ਨ ਕਰਕੇ ਵਿਅਕਤੀਤਵ ਨੂੰ ਅਸੀਂ ਧੰਦਲਾ ਦਿੰਦੇ ਹਾਂ, ਕਿਸੇ ਦੀ ਪਰਸਨੈਲਿਟੀ ਨੂੰ। ਇਨਸਾਨ ਕਿਸੇ ਜਗ੍ਹਾ ਤੇ ਵੀ ਚਲੇ ਜਾਵੇ, ਠੀਕ ਹੈ, ਚੌਖਟਾ ਉਹਨੂੰ ਔਖਾ ਕਰੂਗਾ ਪਾਰਟੀ ਦਾ, ਪਰ ਉਹਦਾ ਅੰਦਰਲਾ ਜਿਹੜਾ ਦਿਲ ਹੈ ਉਹ ਜਿੱਥੇ ਬੰਨਿਆ ਹੋਊਗਾ ਉਹ ਉੱਥੇ ਖੜੂਗਾ। ਇਹ ਇੱਕ ਬਹੁਤ ਵੱਡੀ, ਕਿਉਂਕਿ ਡਾਇਲਸਿਸ ਜਦ ਆਪਣੇ ਵੀ ਕਈ ਵਾਰ ਮਾਪੇ ਜਾਂਦੇ, ਉਹਨਾਂ ਨੂੰ ਲੋੜ ਹੈ। ਸੜਕਾਂ ਤੇ ਗੇੜੇ ਕੱਢਦਾ ਰਹਿ ਜਾਂਦਾ ਬੰਦਾ, ਇੱਕ ਦਿਹਾੜੀ ਲਾ ਕੇ ਆਉਂਦਾ, ਇੱਕ ਦਿਹਾੜੀ ਕਰੇ, ਦੂਜੇ ਦਿਨ ਫੇਰ ਲਿਜਾਣਾ ਪੈਂਦਾ। ਸੋ ਇਹ ਸੌਖਾ ਨਹੀਂ ਕੰਮ, ਔਖਾ ਕੰਮ। ਹੁਣੇ ਸਤਵੀਰ ਸਿੰਘ ਗਿੱਲ, ਸੈਟ ਗਿੱਲ ਦੇ ਨਾਲ ਤੁਹਾਡੇ ਵਿੱਤੀ ਮਾਮਲਿਆਂ ਦੀ ਗੱਲ ਤੋਰਦੇ ਆ। ਹੁਣ ਸਤਵੀਰ ਸਿੰਘ ਗਿੱਲ ਮੇਰੇ ਨਾਲ, ਸੈਟ ਗਿੱਲ ਦੇ ਮੇਰੇ ਨਾਲ ਨੇ, ਗਿੱਲ ਗਰੁੱਪ ਵੱਲੋਂ। ਗਿੱਲ ਗਰੁੱਪ ਤੁਹਾਡੇ ਲਈ ਸਾਰਾ ਤੁਹਾਡਾ ਫਾਈਨੈਂਸ਼ੀਅਲ ਜਿਹੜੀ ਓਬਲੀਗੇਸ਼ਨ ਹੈ, $500 ਮਿਲੀਅਨ ਤੋਂ ਉੱਪਰ ਦੀ ਇਨਵੈਸਟਮੈਂਟ ਕਿਵੇਂ ਕਰਨੀ ਹੈ, ਪੈਨਸ਼ਨ ਪਲਾਨ ਕਿਵੇਂ ਕਰਨਾ, ਆਉਣ ਵਾਲੀ ਕਿਵੇਂ ਜਿਹੜੀ ਜਨਰੇਸ਼ਨ ਆ ਉਹਨੂੰ ਸੇਫ ਕਿਵੇਂ ਕਰਨਾ ਹੈ, ਉਸ 'ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੈਟ ਗਿੱਲ ਨੇ। ਗਿੱਲ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹਰਜੀਤ ਸਿੰਘ, ਸਤਿ ਸ੍ਰੀ ਅਕਾਲ ਸਾਰੇ ਲਿਸਨਰਸ ਨੂੰ। ਅੱਛਾ ਜੀ, ਅੱਜ ਮੈਂ ਬਿਨਾਂ ਕਿਸੇ ਕਲਾਇੰਟ ਦਾ ਨਾਂ ਲਏ ਤੁਹਾਡੇ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਇੱਕ ਇਮੀਗ੍ਰੈਂਟ ਫੈਮਿਲੀ ਜਿਹੜੀ ਕੋਈ 25-30 ਸਾਲ ਪਹਿਲਾਂ ਆਈ, ਜਿਨ੍ਹਾਂ ਨੇ ਆਪਣਾ ਫਿਰ ਬਿਜ਼ਨਸ ਸੈੱਟ ਕੀਤਾ, ਪਹਿਲਾ ਘਰ, ਦੂਜਾ ਘਰ, ਕੰਮਕਾਰ ਤੇ ਜਵਾਕ ਵੱਡੇ, 3-4 ਬੱਚੇ ਨੇ, ਉਹਨਾਂ 'ਚੋਂ 2 ਵਿਆਹੇ ਗਏ, 2 ਰਹਿੰਦੇ ਨੇ, ਗ੍ਰੈਂਡ ਕਿਡਸ ਵੀ ਹੋ ਗਏ, ਦੋਤੇ ਵੀ ਹੋ ਗਏ, ਪੋਤੇ ਵੀ ਹੋ ਗਏ। ਉਸ ਪਰਿਵਾਰ ਨੂੰ ਮੈਂ ਫਰੇਮ 'ਚ ਸੈੱਟ ਕਰਕੇ ਉਹਨਾਂ ਦਾ ਤੁਹਾਡੇ ਤੋਂ ਮੈਂ ਇੱਕ ਪੁੱਛਣਾ ਚਾਹੁੰਦਾ, ਟੈਂਟੇਟਿਵਲੀ, ਵੀ ਇੱਕ ਪਰਿਵਾਰ ਜਿਹੜਾ ਬਿਜ਼ਨਸ ਵਾਲਾ ਹੈ, ਉਹਨੇ ਆਪਣੀਆਂ ਫਾਈਨੈਂਸ਼ੀਅਲ ਓਬਲੀਗੇਸ਼ਨਸ, ਫਾਈਨੈਂਸ਼ੀਅਲ ਨੀਡਸ ਜਿਹੜੀਆਂ ਕੀਤੀਆਂ, ਉਹ ਕਿਵੇਂ ਕੀਤੀਆਂ, ਜੇ ਤੁਸੀਂ ਇਹ ਸਮਝਾਓ ਜੀ। ਹਾਂਜੀ, ਸਿਨੈਰੀਓ ਵਧੀਆ ਹੈ, ਰਿਐਲਿਟੀ ਹੈਗੀ। ਆਪਣੇ ਫੈਮਿਲੀਜ਼ ਬਹੁਤ ਹੈਗੇ ਜਿਹੜੇ ਆਪਣੇ ਆਪ ਦਾ ਬਿਜ਼ਨਸ ਖੋਲ੍ਹਿਆ, ਜਿਨ੍ਹਾਂ ਨੇ ਕਮਾਈ ਕੀਤੀ ਹੈ, ਪੈਸੇ ਸੇਵ ਕੀਤੇ, ਜਿਵੇਂ ਤੁਸੀਂ ਕਿਹਾ ਪ੍ਰਾਪਰਟੀਆਂ ਬਾਏ ਕੀਤੀਆਂ, ਬੱਚੇ ਵੀ ਪੜ੍ਹਾ ਲਏ। ਉਹਦੇ ਵਿੱਚ ਆਏ ਸੀ ਜੀ, ਉਹਨਾਂ ਦੇ ਬਿਲਡਿੰਗ ਵੀ ਉਹਨਾਂ ਦੀ ਸੀਗੀ, ਸਟੋਰ ਵੀ ਉਹਨਾਂ ਦੇ ਸੀਗੇ, ਰੈਂਟ ਵੀ ਮਿਲਦੇ ਸੀਗੇ, ਪ੍ਰਾਪਰਟੀਜ਼ ਵੀ ਸੀਗੀਆਂ, ਪਰ ਉਹਨਾਂ ਦੇ ਕੈਸ਼ ਜਿਹੜਾ ਪੈਸੇ ਸਾਰਾ ਸੇਵ ਹੁੰਦਾ ਸੀ GSEs ਵਿੱਚ ਪਿਆ ਸੀ, ਗੈਟਿੰਗ ਮੇਬੀ 1%, 1.5%, 2% ਸੀ ਉਸ ਟਾਈਮ। ਹੁਣ ਤਾਂ ਉਦੋਂ ਵੀ ਘੱਟ ਹੋ ਗਿਆ। ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਵੀ ਤੁਸੀਂ ਦੱਸੋ ਵੀ ਤੁਸੀਂ ਪਲੈਨਿੰਗ, ਤੁਸੀਂ ਚਾਹੁੰਦੇ ਕੀ ਆ, ਵੀ ਤੁਸੀਂ ਹੁਣ ਆਪਾਂ ਆਪਦਾ ਤੁਸੀਂ ਕਰ ਲਿਆ, ਕੰਮ ਕਰ ਲਿਆ, ਕਿੰਨੇ ਚਾਲੇ ਕੰਮ ਕਰਨਾ, ਤੁਸੀਂ ਹੁਣ ਕੀ ਚਾਹੁੰਦੇ, ਕਿਵੇਂ ਕਰਨਾ, ਸਾਰਾ ਕੁਛ। ਤੇ ਉਹ ਬੈਠ ਕੇ ਫਿਰ ਫੈਮਿਲੀ ਨਾਲ ਗੱਲਾਂ ਜਦੋਂ ਤੋਰੀਆਂ ਵੀ, ਉਹ ਅਸੀਂ ਚਾਹੁੰਦੇ ਵੀ ਅਸੀਂ ਰਿਟਾਇਰ ਹੋਈਏ ਤੇ ਸਾਡੀ ਇਨਕਮ ਹੋ ਜਾਵੇ, ਸਾਨੂੰ 80,000 ਸਾਲ ਦਾ ਮਿਲਣਾ ਚਾਹੀਦਾ, ਵੀ ਸਰ ਅਸੀਂ ਜਿਹੜਾ ਕਰਨਾ ਚਾਹੁੰਦੇ, ਇੰਡੀਆ ਜਾ ਸਕਦੇ, 2-3 ਮਹੀਨੇ ਆਹ ਕਰ ਸਕਦੇ ਆ, ਸਾਨੂੰ ਕੋਈ ਫਿਕਰ ਨਹੀਂ ਗਾ। ਬੱਚਿਆਂ ਨੂੰ ਘਰ ਲਾ ਕੇ ਦੇਣੇ, ਵਿਆਹ ਵੀ ਕਰਨੇ ਆ, ਉਹਦੇ ਲਈ ਕਿੰਨੇ ਪੈਸੇ ਚਾਹੀਦੇ ਸਾਨੂੰ। ਜਿਹੜੇ ਪਹਿਲੇ 2 ਵਿਆਹ ਹੋਏ ਸੀ, ਅਸੀਂ ਉਹਨਾਂ ਨੂੰ ਇੰਨੇ ਪੈਸੇ ਦਿੱਤੇ ਸੀਗੇ, ਸੋ ਫਿਰ ਦੂਜਿਆਂ ਨੂੰ ਵੀ ਸੇਮ ਰੱਖਣੇ, ਉਹਨੇ ਪੈਸੇ ਦੇਣੇ ਉਹਨਾਂ ਨੂੰ। ਓਕੇ, ਨੋ ਪ੍ਰੋਬਲਮ। ਉਹ ਸਾਰਾ ਕੁਛ ਵੇਖ ਕੇ ਪਲਾਨ ਕਰਕੇ ਵੀ ਫਿਰ ਠੀਕ ਹੈ। ਫਿਰ ਅਸੀਂ ਕੀਤਾ ਵੀ ਹੁਣ ਗ੍ਰੈਂਡ ਕਿਡਸ ਵੀ ਆ ਗਏ, ਉਹਨਾਂ ਦੀ ਪੜ੍ਹਾਈ ਵੀ ਕਰਨੀ ਆ, ਉਹਨਾਂ ਦੇ ਵੀ ਪਰਪੈਚੁਏਟ ਕਰਨਾ ਵੀ, ਉਹ ਵੀ ਕਿਵੇਂ ਕਰਨਾ। ਸੋ ਜਿਹੜਾ ਪੋਰਟਫੋਲੀਓ ਸੀ ਉਹਨਾਂ ਦਾ $1 million plus ਸੀਗਾ, GSEs ਵਿੱਚ ਜਿਹੜਾ 1.5% ਜਿੰਨਾ ਮਿਲਦਾ ਸੀਗਾ, ਉਹ ਅਸੀਂ ਇਨਵੈਸਟ ਕਰਨਾ, ਉਹ ਇੰਟਰਸਟ ਵੀ ਪੂਰਾ ਸੀਗਾ, ਸੋ ਟੈਕਸ ਵੀ ਪੂਰਾ ਪੈਂਦਾ ਸੀ ਜਿਹੜਾ ਵਿਆਜ ਹੁੰਦਾ। ਉਹ ਅਸੀਂ ਸਾਰਾ ਕੁਛ ਕਰਕੇ ਵੇਖ ਕੇ ਓਕੇ ਲੈਟਸ ਬਾਈ ਡੀਸੈਂਟ ਪੋਰਟਫੋਲੀਓ, ਡਿਵੀਡੈਂਡ ਪੇਇੰਗ, 4% ਡਿਵੀਡੈਂਡਸ ਵਿੱਚ ਆਉਣ ਲੱਗ ਪਿਆ, ਰਾਈਟ। ਉਹ ਟੈਕਸ ਵੀ ਘੱਟ ਪੇ ਕਰਨਾ ਪੈਣਾ। ਸੋ ਹੁਣ ਵੇਖ ਲਓ, ਹੁਣ ਤੁਹਾਨੂੰ ਐਕਸਟਰਾ 30,000 ਸਾਲ ਦਾ ਮਿਲਦਾ ਜਸਟ ਫਰਮ ਇਨਕਮ, ਜਿਹੜਾ ਤੁਹਾਨੂੰ ਪਹਿਲਾਂ ਨਹੀਂ ਮਿਲਦਾ ਸੀ। ਉਹ ਸੇਵ ਕਰਕੇ ਤੇ ਫਿਰ ਉਹ ਕਹਿੰਦੇ ਤੁਸੀਂ ਬੱਚੇ ਨੂੰ ਕਰ ਦੇਣਾ, ਨੋ ਪ੍ਰੋਬਲਮ। ਉਹ ਜਿੰਨੇ ਚਾਹੀਦੇ ਸੀ ਡਾਊਨ ਪੇਮੈਂਟ ਦੇਤੀ, ਉਹ ਵੀ ਫਿਰ ਮੋਰਗੇਜ ਦਵਾਤੀ ਉਹਨਾਂ ਨੂੰ, ਬਿਕਾਜ਼ ਰਿਲੇਸ਼ਨਸ਼ਿਪ ਹੈਗੀ ਸਾਡੇ ਕੋਲ। ਬੈਂਕਾਂ ਨੂੰ ਫੋਨ ਕਰ ਲਿਆ ਵੀ ਲਿਸਨ,
ਘਰ ਲੈਣਾ ਇਹਨਾਂ ਨੇ ਲਾਓ ਸਾਰੇ ਫਾਈਨੈਂਸ਼ੀਅਲ ਪੇਪਰਸ ਇਹਨਾਂ ਨੂੰ ਮੋਰਗੇਜ ਦਵਾ ਦਿਓ ਸੋ ਮੋਰਗੇਜ ਵੀ ਦਵਾਤੀ ਉਹਨਾਂ ਨੂੰ ਵਿਆਹ ਵੀ ਕਰਨੇ ਉਹ ਵੀ ਪੈਸੇ ਸਾਈਡ ਤੇ ਰੱਖ ਲਏ ਓਕੇ ਸੋ ਵੀ ਇਨਵੈਸਟਡ ਇਨ ਸੱਚ ਅ ਵੇ ਵੀ ਜਿਹੜੇ ਬੱਚਿਆਂ ਜੇ ਆਪ ਦੇ ਲਈ ਸੀਗੇ ਤੇ ਫਿਰ 1-2% ਬਹੁਤ ਸੀ ਪਰ ਜਦੋਂ ਗਾਂ ਪੀਣਿਆਂ ਦੀ ਸੋਚਦੇ 1-2% ਨਾਲ ਬਣਨਾ ਨਹੀਂ ਗਾ ਇਟਸ ਨਾਟ ਇਨਫ ਸੋ ਉਹ ਫਿਰ ਅਸੀਂ ਕੀਤਾ ਵੀ ਉਹ ਵੀ ਇਨਵੈਸਟ ਕੀਤੇ ਉਹਨਾਂ ਦੇ ਮਨ ਦੇ ਵਿੱਚ ਵੀ ਉਹਨਾਂ ਲਈ ਆ ਪੈਸੇ ਇਹਨਾਂ ਨੂੰ ਆਪ ਚਾਹੀਦੇ ਨਹੀਂ ਸੋ ਉਹ 6-8% ਜੇ ਮਿਲ ਜਾਵੇ then it's more than enough to help them out right ਜਦੋਂ ਉਹਨਾਂ ਨੂੰ ਚਾਹੀਦੇ ਸੋ ਸਾਰਾ ਕੁਝ ਬੈਠ ਕੇ ਵੱਡੀ ਪਿਕਚਰ ਵੇਖਣੀ ਪੈਂਦੀ ਆ ਵੀ ਤੁਸੀਂ ਚਾਹੁੰਦੇ ਕੀ ਆ what's your plan ਤਾਂ ਹੈ ਨਹੀਂ ਆਪਣੇ ਲੋਕਾਂ ਕੋਲ ਦੇ just ਕੰਮ ਕਰੀ ਜਾਂਦੇ there is no planning in place ਪਰ ਪਤਾ ਮਨ ਦੇ ਵਿੱਚ ਵੀ ਕੀ ਕਰਨਾ ਚਾਹੁੰਦੇ ਆ ਉਹ ਫਿਰ ਸਾਰਾ ਕੁਝ let's put it together right actually ਲੈ ਕੇ ਬਣਾਈਏ ਵੀ ਕੀ ਕਰਨਾ ਕਿਵੇਂ ਕਰਨਾ ਕੀ ਹੈਗਾ ਤੁਹਾਡਾ ਕੋਲ ਫਿਰ ਉਹ assets ਜਿਹੜੇ ਤੁਹਾਡੇ ਹੈਗੇ ਆ let's work with it we get you what you need the biggest thing is we risk na lo jare risk na lo ਅੱਛਾ ਗਿੱਲ ਸਾਹਿਬ ਇਹ ਹੁਣ ਮੇਰਾ ਬੰਦੇ ਦਾ ਅੰਤਰੀਵ ਕੁਛ ਹੈ ਮੈਂ ਆਹ ਕਰਨਾ ਜਦ ਤੁਸੀਂ ਫਿਰ ਸਮਝਾਉਨੇ ਹੋ ਸਾਰੇ ਰੀਅਲਿਸਟਿਕਲੀ ਮੈਨੂੰ ਦੱਸਿਓ ਸਮਝ ਜਾਂਦੇ ਆ ਵੀ ਨਹੀਂ ਜੀ ਗਿੱਲ ਸਾਹਿਬ ਤੁਹਾਡੀ ਗੱਲ ਸਹੀ ਆ ਸਾਡੀ ਠੀਕ ਨਹੀਂ ਪ੍ਰੋਫੈਸ਼ਨਲ ਦੀ ਗੱਲ ਮੰਨ ਲੈਂਦੇ ਆ ਜਾਂ ਆਪਣੀ ਗੱਲ ਤੇ ਰਹਿੰਦੇ ਆ ਵੀ ਨਾ ਯਾਰ ਅਸੀਂ ਤਾਂ ਘਰੇ ਬਣਾਉਣੇ ਆ ਅਸੀਂ ਨਹੀਂ ਇਨਵੈਸਟ ਕਰਨੇ ਕਿਤੇ ਇਹ ਗੱਲ ਹੁੰਦੀ ਆ ਜੀ ਹੁੰਦੀ ਆ ਪਰ ਪਤਾ ਕੀ ਜੀ ਆਈ ਨਹੀਂ ਵੀ ਉਹ ਠੀਕ ਆ ਜਾਂ ਗਲਤ ਆ ਇਟਸ ਨਾਟ ਦੈਟ ਇਟਸ ਵੀ ਤੁਸੀਂ ਕਰਨਾ ਕੀ ਚਾਹੁੰਦੇ ਆ ਤੇ ਉਹਦੇ ਵਿੱਚ ਆਪੇ ਫਿਰ ਠੀਕ ਹੁੰਦਾ ਆਈ ਨਹੀਂ ਵੀ ਮੈਂ ਅਸੀਂ ਕਿਸੇ ਨੂੰ ਕਨਵਿੰਸ ਨਹੀਂ ਕਰਨਾ ਵੀ ਤੁਸੀਂ ਆ ਕਰੋ ਅਸੀਂ ਦੇਖਣਾ ਵੀ ਤੁਸੀਂ ਕਰਨਾ ਕੀ ਚਾਹੁੰਦੇ ਫਿਰ ਉਹਦੀ ਹੈਲਪ ਕਰੋ ਵੀ ਕਿਵੇਂ ਕਰਾਈਏ ਸਾਰਾ ਕੁਝ ਸੋ ਕੋਈ ਠੀਕ ਨਹੀਂ ਕੋਈ ਗਲਤ ਨਹੀਂ ਗਾ ਇਟਸ ਬੇਸਿਕਲੀ ਜਸਟ ਉਹਨਾਂ ਦੀ ਲਾਈਫ ਆ ਵੀਰ ਜਸਟ ਯੂਜ਼ਿੰਗ ਆਰ ਸਕਿੱਲਸ ਤੇ ਜਿਹੜੇ ਸਾਡੇ ਕੋਲ ਹੈਗੀ ਕੈਪੈਸਿਟੀ ਸਾਰਿਆਂ ਦੀ ਵੀ ਕਿਵੇਂ ਇਹਨਾਂ ਨੂੰ what do we do with ਜਿਹੜਾ ਬਣਾਇਆ ਤੁਸੀਂ to make it to the next level ਅੱਛਾ ਇੱਕ ਦੱਸਿਓ ਹੋਰ ਜਿਵੇਂ ਹੁਣ ਅਸੀਂ ਸੈਲਫ ਇੰਪਲਾਇਡ ਹਾਂ ਗਿੱਲ ਸਾਹਿਬ ਅਸੀਂ ਸਾਰਾ ਕੁਝ ਅਖੀਰ ਤੱਕ 65 ਸਾਲ ਦੀ ਉਮਰ ਤੱਕ ਜਵਾਕਾਂ ਨੂੰ ਕਰ ਦੇਣਾ ਜਵਾਕਾਂ ਨੂੰ ਘਰ ਬਣਾ ਤੇ ਉਹਨਾਂ ਨੂੰ ਕੋਈ ਬਿਜ਼ਨਸ ਸ਼ੁਰੂ ਕਰਦਾ ਜਿੰਨਾ ਕੁ ਸਾਡਾ ਉਹ ਹੈ ਤੇ ਅਸੀਂ ਸਾਡੀ ਸੁਰੱਖਿਆ ਤਾਂ 65 ਤੋਂ ਬਾਅਦ ਜਦ ਗੋਡੇ ਘੁੰਮਣੇ ਆ ਸਾਡਾ ਕੌਣ ਸਾਂਭੂਗਾ ਸਾਨੂੰ ਜੇ ਜਵਾਕ ਨੇ ਨਾ ਸਾਂਭਿਆ ਕੋਈ ਪੈਨਸ਼ਨ ਪਲਾਨ ਕਿਹੋ ਜਿਹਾ ਸੈੱਟ ਹੋਊ ਉਹਦੇ ਲਈ ਕੀ ਕਰਨਾ ਚਾਹੀਦਾ ਜੀ I mean government ਨੇ program ਪਾਇਆ ਵਿੱਚ ਜਿਹੜੇ RSPs ਕਹਿੰਦੇ ਆ so registered retirement saving plans TFSA ਕਹਿੰਦੇ tax free savings accounts ਜਿਹਦੇ ਵਿੱਚ ਤੁਸੀਂ ਹਰੇਕ ਸਾਲ ਪੈਸੇ ਪਾ ਸਕਦੇ ਹੋ ਤੁਹਾਡੀ ਸੇਵਿੰਗਸ ਬਣਦੀਆਂ ਸੋ ਜਦੋਂ ਤੁਸੀਂ 71 years old ਹੁੰਦੇ ਫਿਰ ਤੁਹਾਨੂੰ ਪੈਸੇ ਕੱਢਣੇ ਪੈਣ ਲੱਗ ਪੈਂਦੇ ਆ ਹਰੇਕ ਸਾਲ ਥੋੜੇ ਕੱਢਣੇ ਪੈਂਦੇ ਆ ਉਹਦੇ ਨਾਲ ਫਿਰ ਤੁਹਾਡਾ ਇਨਕਮ ਬਣ ਜਾਂਦਾ ਜਿਹੜੇ RSP ਦੇ ਵਿੱਚ ਨਾਲੇ ਜਿਹੜੇ ਤੁਸੀਂ ਪੈਸੇ ਪਾਉਂਦੇ ਉਹਦੀ ਟੈਕਸ ਰਿਡਕਸ਼ਨ ਮਿਲਦੀ ਹੈ ਤੁਹਾਨੂੰ ਤੇ ਨਾਲੇ ਜਿੰਨੇ ਗਰੋ ਹੁੰਦੇ ਉਹਦੇ ਵਿੱਚ ਕੋਈ ਟੈਕਸ ਨਹੀਂ ਪੇ ਕਰਨਾ ਪੈਂਦਾ ਸੋ ਦੋ ਚੀਜ਼ਾਂ ਮਿਲਦੀਆਂ ਟੈਕਸ ਫ੍ਰੀ ਗਰੋਥ ਤੇ ਨਾਲੇ ਟੈਕਸ ਰਿਡਕਸ਼ਨ ਇਹ ਪ੍ਰੋਗਰਾਮ ਸੈਟਅਪ ਤਾਂ ਹੀ ਕੀਤੇ ਸੀਗੇ ਅਜੀਤ ਸਿੰਘ ਵੀ ਉਹ ਫਿਊਚਰ ਦੇ ਵਿੱਚ ਲੋਕ ਆਪ ਪੈਰਾਂ ਤੇ ਖੜੇ ਹੋਣ ਆਈ ਨਹੀਂ ਫਿਰ ਗਵਰਨਮੈਂਟ ਤੇ ਆ ਕੇ ਕੌਣ ਵੀ ਸਾਨੂੰ ਵੈਲਫੇਅਰ ਦੋ ਸਾਨੂੰ ਆ ਦੋ ਬੱਚਿਆਂ ਨੂੰ ਦੇਦਾ ਸਾਰਾ ਕੁਛ ਸਾਡੇ ਕੋਲ ਕੁਛ ਹੈ ਨਹੀਂ ਗਾ ਹੁਣ ਨੋ ਇਹ ਵੀ ਤੁਸੀਂ ਆਪ ਸਪੋਰਟ ਕਰੋ ਜੇ ਤੁਸੀਂ ਕੁਛ ਚਾਹੁੰਦੇ ਤੁਸੀਂ ਫਿਰ ਕਰ ਸਕਦੇ ਹੋ ਤਾਂ ਹੀ ਇਹ ਪ੍ਰੋਗਰਾਮ ਸੈਟਅਪ ਕੀਤੇ ਸੀ ਸਪੈਸ਼ਲੀ ਜਿਹੜੇ ਸੈਲਫ ਇੰਪਲੋਇਡ ਆ ਉਹਨਾਂ ਲਈ ਮੋਸਟ ਲੋਕ ਜਿਹੜੇ ਕੰਮ ਕਰਦੇ ਜੇ ਕੰਪਨੀ ਨਾਲ ਕੰਮ ਕਰਦੇ ਫਿਰ ਪੈਨਸ਼ਨ ਜੇ ਸਾਹਮਣੇ ਉਸ ਦੇ ਵਿੱਚ ਸੀਗੇ ਜਾਂ ਰੇਲਰੋਡ ਸੀਗੇ ਪਹਿਲਾਂ ਜਾਂ ਹੋਰ ਕੋਈ ਵੱਡੀਆਂ ਕੰਪਨੀਆਂ ਹੈਗੀਆਂ ਹੁਣ ਵੀ ਬਹੁਤ ਹੈਗੀਆਂ ਉਹਨਾਂ ਨੂੰ ਦੇ ਨਾਲ ਪੈਨਸ਼ਨ ਪਲਾਨ ਉਹ ਦੇ ਦਿੰਦੇ ਆ ਸੋ ਦੈਟਸ ਵੈਰੀ ਗੁੱਡ ਜੇ ਉਹੋ ਜਿਹੀ ਜੌਬ ਮਿਲਦੀ ਹੈ ਜਿਹੜਾ ਪੈਨਸ਼ਨ ਪਲਾਨ ਹੈਗਾ ਬਿਲਟ ਇਨ ਵੈਰੀ ਗੁੱਡ ਪਰ ਜਿਹੜੇ ਸੈਲਫ ਇੰਪਲੋਇਡ ਆ ਉਹਨਾਂ ਲਈ ਅਸੀਂ ਸੈਪਰੇਟ ਪੈਨਸ਼ਨ ਪਲਾਨ ਬਣਾਉਂਦੇ ਹਾਂ ਸੋ ਹਰੇਕ ਸਾਲ ਵਿੱਚ ਪੈਸੇ ਪਾਉਂਦੇ ਹਾਂ ਗਰੋਜ਼ ਟੈਕਸ ਫ੍ਰੀ ਇਟਸ ਨਾਟ ਐਨ RSP ਡਿਫਰੈਂਟ ਇਟਸ ਐਕਚੁਅਲੀ ਸਾਡਾ ਆਪਦਾ ਸਟਰਕਚਰ ਬਣਾਇਆ ਪੈਨਸ਼ਨ ਪਲਾਨ ਲਈ ਉਹ ਫਿਰ ਜਦੋਂ ਉਮਰ ਚ ਹੋ ਗਏ ਜਦੋਂ ਚਾਹੀਦੇ ਫਿਰ ਉਹਦੇ ਵਿੱਚੋਂ ਫਿਰ ਉਹ ਪੈਸੇ ਕੱਢਣ ਲੱਗ ਪੈਂਦੇ ਆਪਦੇ ਪੈਨਸ਼ਨ ਲਈ ਸੋ ਥੋੜਾ ਜਿਹਾ ਡਿਫਰੈਂਟ ਹੁੰਦਾ ਪਰ ਉਹ ਸੈਲਫ ਇੰਪਲੋਇਡ ਲਈ ਜ਼ਿਆਦਾ ਹੁੰਦੇ ਆ ਅੱਛਾ ਇੱਕ ਜਿਹੜੀ ਟੈਕਸ ਦੀ ਓਬਲੀਗੇਸ਼ਨ ਆ ਜੀ ਉਹਨੂੰ ਓਬਲੀਗੇਸ਼ਨ ਸਮਝਦੇ ਆ ਜਦ ਆਪਾਂ ਬਣ ਗਿਆ $2 ਮਿਲੀਅਨ ਉਹ ਕਹਿੰਦਾ ਯਾਰ ਇਹਦਾ ਹੁਣ ਐਂ ਕਰ ਵੀ ਤੂੰ 20-50 ਹਜ਼ਾਰ ਨਾਲ ਸਾਰ ਸਕਦਾ ਅਕਾਊਂਟੈਂਟ ਦੇ ਗਲ ਗੂਠਾ ਦਿੰਦੇ ਉਹ ਕਹਿੰਦਾ ਨਾ ਇਹ 2 ਮਿਲੀਅਨ ਦੇ ਤਾਂ ਤੁਸੀਂ 30% ਬ੍ਰੈਕਟ ਦੇ ਵਿੱਚੋਂ ਆਉਂਦੇ ਹੋ $6 ਲੱਖ ਦੇਣਾ ਪੈਣਾ ਜਾਂ ਫਿਰ ਕੋਈ ਕੰਪਨੀ ਬਣਾਓ ਜਿਵੇਂ ਦੱਸਦੇ ਨੇ ਪ੍ਰੋਫੈਸ਼ਨਲ ਦੱਸਦੇ ਆ ਅੱਛਾ ਇੱਕ ਦੱਸਿਓ ਜੀ ਇਹ ਜਿਹੜਾ ਟੈਕਸ ਅਸੀਂ ਦਿੰਦੇ ਆ ਚਾਹੇ ਅਸੀਂ ਸੈਲਫ ਇੰਪਲੋਇਡ ਆ ਇਹ ਟੈਕਸ ਜਿਹੜਾ ਸਰਕਾਰਾਂ ਨੂੰ ਦਿੰਦੇ ਆ ਅਸੀਂ ਆਪਣੀ ਕਮਾਈ ਤੋਂ ਕਿਤੇ ਸਾਨੂੰ ਫਾਇਦਾ ਦਿੰਦਾ ਜੀ ਫਿਰ ਫਾਇਦਾ ਆਏ ਜੀ ਹੁਣ ਤੁਸੀਂ ਜਾਓ ਸੜਕਾਂ ਥੋੜੀਆਂ ਪੇਵਡ ਜੇ ਹਸਪਤਾਲ ਜਾਣਾ ਹਸਪਤਾਲ ਜਾਓ ਜੇ ਪੁਲਿਸ ਨੂੰ ਫੋਨ ਕਰਨਾ ਕੋਈ ਆ ਜਾਂਦਾ ਅਗਲਾ ਦਾ ਕੋਈ ਆ ਜਾਂਦਾ ਜਦੋਂ ਪੜ੍ਹਾਉਣੇ ਟੀਚਰਾਂ ਹੈਗੀਆਂ
ਸੋ ਜਿਹੜੀ ਲਾਈਫ ਸਟਾਈਲ ਆਪਣੀ ਇੱਥੇ ਪਾਣੀ ਸਾਫ਼ ਆ, ਹਵਾ ਸਾਫ਼ ਆ, ਉਹ ਸਾਰਾ ਟੈਕਸਿਸ ਨਾਲ ਹੁੰਦਾ। ਹੋਰ ਕੰਟਰੀਆਂ ਵਿੱਚ ਜਾਵੜੋ ਜਿਹੜੇ ਟੈਕਸ ਨਹੀਂ ਦਿੰਦੇ ਤੇ ਉੱਥੇ ਉਹਨਾਂ ਦਾ ਹਾਲ ਵੇਖ ਲਓ ਕੀ ਹੈ, ਰਾਈਟ? ਜਿੱਥੇ ਹਾਈ ਟੈਕਸ ਕੰਟਰੀਜ਼ ਤੇ ਤੁਹਾਡੇ ਸਟੈਂਡਰਡ ਆਫ ਲਿਵਿੰਗ ਵੀ ਬਹੁਤ ਹਾਈ ਆ ਜਿੱਥੇ ਹਾਇਰ ਟੈਕਸ ਆ। ਸੋ ਫਾਇਦਾ ਤਾਂ ਹੈਗਾ, ਤੁਹਾਨੂੰ ਮਿਲਦਾ। ਇਕੁਅਲੀ ਤਾਂ ਨਹੀਂ ਮਿਲਦਾ। ਜੇ ਤੁਸੀਂ ਜ਼ਿਆਦਾ ਟੈਕਸ ਪੇ ਕਰਦੇ ਆਏ ਤਾਂ ਨਹੀਂ ਵੀ ਤੁਹਾਨੂੰ ਪਹਿਲੀ ਲਾਈਨ ਅਪ ਮਿਲ ਜਾਂਦੀ ਹਸਪਤਾਲ ਜੋ ਤੁਸੀਂ ਜਾਂਦੇ ਆ, ਸਾਰਿਆਂ ਨੂੰ ਜਾਂਦਾ। ਇਟਸ ਫॉर द ਕਾਮਨ ਗੁੱਡ। ਪਲੈਨਿੰਗ ਕੀਤੀ ਫਿਰ ਉਹਨੂੰ ਤਾਂ ਫਿਕਰ ਤਾਂ ਰਹਿਣਾ ਹੀ ਹੈ ਵੀ ਓਕੇ ਜੇ ਆਹ ਨਹੀਂ ਕੀਤਾ ਹੁਣ ਆਪਾਂ ਇੱਥੇ ਪੈਸੇ ਲਾਈਏ ਜਾਂ ਆਪਾਂ ਉੱਥੇ ਕਰੀਏ, ਜੇ ਆਹ ਵੀ ਕਰ ਲੈਣਾ ਤਾਂ ਉਹ ਡਿਫਰੈਂਟ ਚੀਜ਼ਾਂ ਫਿਰ ਸੋਰਸ ਤੁਹਾਡੀ ਡਿਫਰੈਂਟ ਰਹਿੰਦੀ ਹੈ। ਜਦੋਂ ਪਲਾਨ ਤੁਹਾਡੇ ਸਾਹਮਣੇ ਬਣਿਆ, ਜਿਵੇਂ GPS ਹੈ, ਤੁਸੀਂ ਕਾਰ 'ਚ GPS ਪਾ ਲਈ, ਤੁਹਾਨੂੰ ਤੁਸੀਂ ਜਾਣਾ ਕਿਤੇ, ਤੁਹਾਨੂੰ ਪਤਾ ਓਕੇ ਇੱਥੋਂ ਖੱਬੇ ਮੁੜ ਲਓ, ਇੱਥੇ ਸੱਜੇ ਮੁੜ ਲਓ, ਪਰ ਤੁਹਾਨੂੰ ਸੋਚਣ ਦੀ ਲੋੜ ਨਹੀਂ, ਬਸ ਗੱਡੀ ਚਲਾਉਣੀ ਹੈ। ਜਦੋਂ ਪਲਾਨ ਤੁਹਾਡਾ GPS ਵਾਂਗੂ ਹੀ ਆ, ਤੁਹਾਡਾ ਪਲਾਨ ਬਣ ਗਿਆ ਓਕੇ ਵੀ ਆਪਾਂ ਇਹ ਕਰਨਾ, ਫਿਰ ਤੁਸੀਂ GPS ਤੁਸੀਂ ਮੌਜ ਨਾਲ ਵੇਖੋ ਕੀ ਕਰਨਾ ਕੀ ਨਹੀਂ। ਜਦੋਂ GPS ਵਿੱਚ ਨਹੀਂ, ਫਿਰ ਤੁਹਾਨੂੰ ਆਹ ਕਿਹੜੀ ਸੜਕ ਆ ਗਈ, ਹੁਣ ਆਹ ਕਿਹੜੀ ਸੜਕ ਆ ਗਈ, ਹੁਣ ਇੱਥੇ ਇਟਸ ਡਿਫਰੈਂਟ, ਫੀਲਿੰਗ ਡਿਫਰੈਂਟ ਹੈ। ਅੱਛਾ, ਇੱਕ ਜਾਂਦੇ ਜਾਂਦੇ ਮੈਂ 5 ਮਿੰਟ ਹੋਰ ਲਾਉਣਾ ਚਾਹੁੰਦਾ ਜੀ। ਪਿਛਲੇ 5-4 ਸਾਲਾਂ 'ਚ ਗਿੱਲ ਸਾਹਿਬ ਹੁਣ ਜਿਹੜੀ ਇਮੀਗ੍ਰੇਸ਼ਨ ਹੋ ਰਹੀ ਹੈ ਨਾ, ਇੱਕ ਅਲੱਗ ਕਿਸਮ ਦੀ ਹੋ ਰਹੀ ਹੈ। ਬੱਚੇ ਆ ਰਹੇ ਨੇ, ਬੱਚੇ ਮਾੜੇ ਘਰ ਦੇ ਵੀ ਨੇ, ਤਕੜੇ ਘਰ ਦੇ ਵੀ ਨੇ, ਕੋਈ ਅਫੀਸਰਸ ਨੇ, ਸਾਰੇ ਉਹ ਬੱਚੇ ਇੱਥੇ ਆ ਕੇ ਹੌਲੀ ਹੌਲੀ PR ਹੁੰਦੇ ਨੇ ਤੇ ਪ੍ਰਾਪਰਟੀ ਖਰੀਦਣ ਦੀ ਗੱਲ ਹੁੰਦੀ ਹੈ। ਨਵਿਆਂ ਦਾ ਜਿਹੜਾ ਲੋਨ ਨਹੀਂ ਹੁੰਦਾ, ਰਿਸ਼ਤੇਦਾਰ ਕੋਈ ਨਵਾਂ ਆਇਆ ਉਹਦਾ ਲੋਨ ਨਹੀਂ ਹੁੰਦਾ। ਇੱਕ ਬੈਂਕ ਵਾਲੇ ਤੁਹਾਡੇ ਕੋਸਾਈਨ ਦੀ ਗੱਲ ਕਰਦੇ ਆ, ਉਹ ਕੋਸਾਈਨ ਕੀ ਆ ਜੀ? ਇਹ ਸਮਝਾਇਓ ਲੋਕਾਂ ਨੂੰ ਸਵਾਰ ਕੇ ਵੀ ਜਦ ਕੋਈ ਕਿਸੇ ਨੇ ਕੋਈ ਘਰ ਲੈਣਾ, ਮੰਨ ਲਓ ਨੇ $2 ਲੱਖ ਦੇਤਾ, 4 ਲੱਖ ਦੀ ਮੌਰਗੇਜ ਆ, ਉਹਨੂੰ ਅਪਰੂਵ ਕਰਨ ਲਈ ਕਿਸੇ ਐਸਟੈਬਲਿਸ਼ਡ ਬੰਦੇ ਦਾ ਇਹ ਦਸਤਖਤ ਜਿਹੜੀ ਹੈ ਬੈਂਕ ਚਾਹੁੰਦੀ ਹੈ। ਕੋਸਾਈਨਰ ਹੈ ਜਿਹੜਾ ਹੈ, ਉਹਦੀਆਂ ਓਬਲੀਗੇਸ਼ਨਸ ਕੀ ਨੇ ਜੀ? ਕੋਸਾਈਨਰ ਸੇਮ ਹੀ ਹੈ ਜੇ ਤੁਸੀਂ ਆਪਦੇ ਨਾਂ ਦੇ ਵਿੱਚ ਲੋਨ ਲਿਆ, ਸੋ ਤੁਹਾਡੇ ਆਪ ਦਾ ਕ੍ਰੈਡਿਟ ਦਾ ਵੀ ਫਰਕ ਪੈਂਦਾ। ਸੋ ਹੁਣ ਲੋਕਾਂ ਨੂੰ ਹੈਲਪ ਕਰਨਾ ਪੈਂਦਾ, ਆਪਣੀ ਫੈਮਿਲੀ ਨੂੰ ਹੈਲਪ ਕਰਨੀ ਪੈਂਦੀ, ਕੋਸਾਈਨ ਕਰ ਲੈਂਦੇ ਲੋਕ, ਪਰ ਤੁਹਾਨੂੰ ਵੇਖਣਾ ਪੈਣਾ ਵੀ ਠੀਕ ਹੈ ਜੇ ਬਾਈ ਚਾਂਸ ਪੇਮੈਂਟਾਂ ਮਿਸ ਹੋ ਗਈਆਂ ਤੇ ਤੁਹਾਨੂੰ ਦੇਣੀਆਂ ਪੈਣੀਆਂ। ਕਿਉਂਕਿ ਜਿਹੜਾ ਤਕੜਾ ਬੰਦਾ ਜਿਹਦੇ ਕੋਲੇ ਪੈਸੇ ਹੈਗੇ ਪਹਿਲਾਂ ਬੈਂਕ ਨੇ ਉਹਦੇ ਕੋਲੇ ਜਾਣਾ ਵੀ ਲਿਸਨ ਤੁਹਾਡੇ ਕੋਲੇ ਅਕਾਊਂਟਸ ਪਿਆ, ਤੁਹਾਡੇ ਪੇਮੈਂਟਾਂ ਮਿਸ ਹੋ ਗਈਆਂ 2 ਤੇ 4000 ਤੁਹਾਡਾ ਪੇਮੈਂਟ ਤੇ ਦਿਓ ਹੁਣ। ਸੋ ਕੋਸਾਈਨਰ ਦਾ ਸੇਮ ਹੀ ਹੈ ਜੇ ਤੁਸੀਂ ਆਪ ਲੋਨ ਲਿਆ। ਹੁਣ ਜੇ ਤੁਸੀਂ ਆਪ ਦਾ ਲੋਨ ਕਰਦੇ ਆ ਜਾਂ ਡਿਵੈਲਪਮੈਂਟ ਜਾਂ ਹੋਰ ਤੁਸੀਂ ਲੈਣਾ, ਫਿਰ ਉਹ ਬੈਂਕ ਵਿੱਚ ਆ ਜਾਂਦਾ ਤੁਹਾਡੇ ਕ੍ਰੈਡਿਟ ਰੈਕੋਰਡ ਵਿੱਚ ਵੀ, ਉਹ ਤੁਸੀਂ ਗੱਡੀ ਤੁਹਾਡੇ ਕੋਲੇ ਨਹੀਂ, ਮੇਰੇ ਤਾਂ ਗੱਡੀ ਹੈ ਨਹੀਂ, ਉਹ ਹਾਂ ਮੈਂ ਉਹਦੇ ਲਈ ਸਾਈਨ ਕੀਤਾ ਸੀਗਾ, ਉਹ ਠੀਕ ਆ, ਫਿਰ ਉਹ ਤੁਹਾਡੇ ਕ੍ਰੈਡਿਟ ਵਿੱਚ ਆ ਜਾਂਦਾ ਵੀ ਜਿਵੇਂ ਤੁਸੀਂ ਆਪ ਲੋਨ ਲਿਆ। ਤੁਸੀਂ ਘਰ ਦਮੋਗੇ ਜੇ ਤੁਸੀਂ ਇਹ ਤਾਂ ਮੇਰਾ ਘਰ ਨਹੀਂ, ਉਹ ਤਾਂ ਮੇਰਾ ਭਰਾ ਦਾ ਘਰ ਆ, ਓਕੇ ਠੀਕ ਆ ਭਰਾ ਦਾ ਘਰ, ਪਰ ਫਿਰ ਵੀ ਉਹ ਤੁਹਾਡੇ ਲੋਨ ਦੇ ਵਿੱਚ ਆ ਜਾਣਾ। ਸੋ ਦੈਟ ਮੀਨਸ ਫਿਰ ਤੁਸੀਂ ਆਪਦਾ ਘੱਟ ਪੈਸੇ ਬੋਰੋ ਕਰ ਸਕਦੇ ਆ, ਬਿਕਾਜ਼ ਜਿੰਨੀ ਤੁਹਾਡੀ ਕਪੈਸਿਟੀ ਹੈ ਬੋਰਿੰਗ ਉਹ ਕੋਸਾਈਨਰ ਦੇ ਵਿੱਚ ਨਾਲ ਵੀ ਯੂਜ਼ ਅਪ ਹੋ ਜਾਂਦੀ ਹੈ। ਓਕੇ, ਤੇ ਫਿਰ ਉਹਨੂੰ ਆਪਾਂ ਸੁਰੱਖਿਅਤ ਰੱਖਣ ਲਈ ਵੀ ਕਰਨਾ ਤਾਂ ਪੈਣਾ। ਫਿਰ ਉਹਦਾ ਜਿਹੜਾ ਕੋਸਾਈਨਰ ਹੈ ਫਿਰ ਬੈਸਟ ਆ ਵੀ ਉਹ ਉਸ ਪ੍ਰਾਪਰਟੀ ਦੇ ਟਾਈਟਲ ਤੇ ਵੀ ਆਪਣਾ ਨਾਮ ਰਖਾ ਲਵੇ। Sometimes depend, each situation ਸਾਰੀ different ਹੁੰਦੀ ਹੈ। ਕੋਈ ਵਾਰੀ legal paperwork ਬਣਾ ਲੈਂਦੇ ਆ ਵੀ they are owner, ਜੇ ਤੁਸੀਂ ਆਪਦਾ ਨਾਂ ਪਾਉਂਦੇ ਫਿਰ ਉਹ complications ਜ਼ਿਆਦਾ ਵੀ ਹੋ ਜਾਂਦੀਆਂ। ਕੋਈ ਵਾਰੀ ਉਹ ਦੇਖਣਾ ਪੈਂਦਾ ਵੀ ਕਿਹਨੂੰ ਪੈਸੇ ਦਿੰਦੇ ਆ, each person is different, ਪਰ ਹਾਂ ਐਂ ਕਰ ਲੈਂਦੇ ਆ ਲੋਕ
ਆਪਦਾ ਨਾਂ ਲਾ ਦਿੰਦੇ ਪ੍ਰੋਪਰਟੀ ਤੇ, ਪਰ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਜੋ ਤੁਹਾਡੇ ਪੈਸੇ ਉਹਨਾਂ ਨੇ ਵਾਪਸ ਦੇਤੇ ਤੇ take your name off the property, ਫਿਰ ਉਹਦੇ ਨਾਲ ਵੀ tax consequences ਤੇ ਹੋਰ ਚੀਜ਼ਾਂ ਹੋ ਜਾਂਦੀਆਂ। ਸੋ ਉਹ you have to just ਸੋਚ ਕੇ ਕਰਨਾ ਪੈਣਾ। ਓਕੇ, ਅਖੀਰ ਦੇ ਵਿੱਚ ਆਪਣੀ ਸਾਰੀ ਗੱਲ ਦੇ ਵਿੱਚੋਂ ਕੁਝ ਐਡ ਅਪ ਕਰਨਾ ਚਾਹੋ? No, I think ਆਪਾਂ ਕਾਫੀ ਬੈਨੀਫਿਟ ਆਪਣੇ ਲੋਕ ਜਿਹੜੇ ਇੱਥੇ ਆਏ ਆ, ਕੰਮ ਕਰਦੇ, ਮਿਹਨਤ ਬਹੁਤ ਕਰਦੇ ਆ, ਪਰ ਉਹ ਆਪਦੇ ਜਿਹੜੇ ਕਮਾਈ ਔਖੀ ਹੋ ਕੇ ਕਰਦੇ ਆ। ਜਸਟ ਬੀ ਕੇਅਰਫੁਲ ਵਿਦ ਇਟ। ਤੁਸੀਂ ਆਪਦਾ ਪਲੈਨਿੰਗ ਕਰੋ, ਸੋਚੋ ਵੀ ਕਿਵੇਂ ਪੈਸੇ ਲਾਉਣੇ ਆ, ਕਿੱਥੇ ਇਨਵੈਸਟ ਕਰਨੇ ਆ, ਕਿਵੇਂ ਇਨਵੈਸਟ ਕਰਨੇ ਆ। ਦੈਟਸ ਆਲ, ਬਿਕਾਜ਼ ਆਪਸ਼ਨਸ ਬਹੁਤ ਆ ਹੁਣ ਆਪਣੇ ਲੋਕਾਂ ਕੋਲ। ਤੇ ਤੁਸੀਂ ਵੇਖੋ ਜਿਹੜੇ ਦੂਜੇ ਕਮਿਊਨਿਟੀਜ਼ ਹੈਗੇ ਜਿਹੜੇ ਇੱਥੋਂ ਜੰਮੇ ਪਲੇ 3rd 4th 5th ਜਨਰੇਸ਼ਨ US ਦੇ ਵਿੱਚ ਜਿਹੜੀਆਂ ਬਹੁਤ ਵੱਡੀਆਂ ਫੈਮਲੀਆਂ ਵੀ ਉਹ ਕੀ ਕਰਦੇ ਆ ਆਪਦੇ ਪੈਸਿਆਂ ਦੇ ਨਾਲ, ਤੇ ਉਹ ਇਨਵੈਸਟ ਕਿਵੇਂ ਕਰਦੇ ਆ। ਬਿਕਾਜ਼ ਆਪਣੇ ਕੋਲ ਕੈਪੈਸਿਟੀ ਹੈਗੀ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਆਪਾਂ ਡਿਫਰੈਂਟ ਚੀਜ਼ਾਂ ਕਰ ਸਕਦੇ ਹਾਂ। ਇਨਵੈਸਟਮੈਂਟ ਇਨ ਸਟਾਕ ਮਾਰਕੀਟ, ਇਨਵੈਸਟਮੈਂਟਸ ਵਿਦ ਫੰਡਸ, ਇਨਵੈਸਟਮੈਂਟਸ ਵਿਦ ਡਿਫਰੈਂਟ ਥਿੰਗਸ, ਤੇ ਉਹ ਸਾਰਾ ਹੈਗਾ ਆਪਣੇ ਕੋਲ। ਵੀ ਕੈਨ ਡੂ ਆਲ ਦੋਸ ਥਿੰਗਸ। ਸੋ ਆਈ ਨਹੀਂ ਵੀ ਇਕੱਲੀ ਮੋਰਗੇਜਸ ਵਿੱਚ ਕਰੋ ਜਾਂ ਇਕੱਲੇ ਘਰ ਬਾਏ ਕਰੋ, ਦੋਸ ਥਿੰਗਸ। ਹੁਣ ਘਰ ਦੀਆਂ ਪ੍ਰਾਈਸਾਂ ਵੀ ਇੰਨੀਆਂ ਵੱਧ ਗਈਆਂ, ਤਾਂ ਵੀ ਸਾਰੇ ਕੋਲ ਡਾਊਨ ਪੇਮੈਂਟ ਹੈਗੀਆਂ to buy rental properties. Financing for rental properties ਵੀ ਹੁਣ ਔਖਾ ਹੋਣ ਲੱਗ ਪਿਆ। So options ਬਹੁਤ ਹੈਗੇ ਆਪਣੇ ਲੋਕਾਂ ਕੋਲ, and they just need to be open to them. thegillgroup.ca 604 535 4722 6045354722। ਗਿੱਲ ਸਾਹਿਬ ਧੰਨਵਾਦ ਬਹੁਤ। ਥੈਂਕ ਯੂ। ਸੈਟ ਗਿੱਲ ਗੱਲਬਾਤ ਕਰ ਰਹੇ ਸੀ। ਹੁਣੇ ਮੁੜੇ ਤੇ ਅੱਜ ਦੇ ਤਿੰਨੇ ਐਪੀਸੋਡ ਦੇ ਬਾਰੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਨਾਲ, ਕਿਰਨ ਪੱਤੀ ਤੇ ਗਿੱਲ ਸਾਹਿਬ ਨਾਲ ਜਿਹੜੀ ਗੱਲਬਾਤ ਕੀਤੀ, ਉਹਦੇ ਤੇ ਤੁਹਾਡਾ ਕੋਈ ਨਜ਼ਰੀਆ ਤੇ ਕੁਝ ਖਬਰਾਂ ਵੀ ਹੋਰ ਸਾਂਝੀਆਂ। ਬਰਤਾਨੀਆ ਦੇ ਸ਼ਾਹੀ ਘਰਾਣੇ ਦੇ ਵਿੱਚ ਬੜਾ ਸੋਗ ਦਾ ਮਾਹੌਲ ਹੈ ਜਦ ਦੀ ਓਪਰਾ ਵਿਨਫਰੀ ਨੇ ਇੰਟਰਵਿਊ ਕੀਤੀ ਹੈ ਹੈਰੀ ਤੇ ਮੇਗਨ ਮਾਰਕਲ ਦੀ। 73 ਕੰਮ ਹੋਇਆ। ਰਾਣੀ ਨੇ ਕਿਹਾ ਅੱਜ, ਕਹਿੰਦੀ ਮੈਂ ਬਹੁਤ ਇਸ ਗੱਲ ਤੋਂ, ਸਾਰਾ ਪਰਿਵਾਰ ਇਹ ਦੁਖੀ ਹੈ। ਪਰਿਵਾਰ ਦੁਖੀ ਤਾਂ ਇਹ ਗੱਲਾਂ ਹੈ, ਪਰ ਜਦ ਪਤਾ ਹੋਵੇ ਪਰਿਵਾਰ 'ਚ ਕੀ ਚੱਲਦਾ ਹੈ, ਇਹ ਜਿਹੜੀ, ਕਿਉਂਕਿ ਡਿਆਨਾ ਦੀ ਡੈਥ ਜਿਹੜੀ ਮੌਤ 1997 ਵਿੱਚ ਹੋਈ ਹੈ, ਜਦ ਵੀ ਬਹੁਤ ਪਰਿਵਾਰ ਦਾ ਜਿਹੜਾ ਇੱਕ ਕਿਸਮ ਦਾ ਜਲੂਸ ਨਿਕਲਿਆ ਸੀ, ਕਿਉਂਕਿ ਪਰਿਵਾਰ ਰਿਸਪੌਂਡ ਨਹੀਂ ਸੀ ਕਰ ਰਿਹਾ ਡਿਆਨਾ ਦੀ ਡੈਥ 'ਤੇ ਬਹੁਤ ਗੱਲਾਂ ਚੱਲ ਰਹੀਆਂ ਸੀ ਵੀ ਉਸ ਦਾ ਕਤਲ ਕਰਾਇਆ ਗਿਆ, ਦੋਦੀ ਅਲਫਾਹਦ ਦੇ ਨਾਲ ਉਸ ਦਾ ਤੋਰਾ ਫੇਰਾ ਪਰਿਵਾਰ ਨੂੰ ਐਕਸੈਪਟਡ ਨਹੀਂ ਸੀ। ਹੁਣ ਪਹਿਲਾਂ ਤਾਂ ਆਪ ਛੱਡੋ, ਫਿਰ ਛੱਡਣ ਤੋਂ ਬਾਅਦ ਉਹ ਜਿੱਥੇ ਜਾਵੇ ਤੇ ਉਹ ਵੀ ਐਕਸੈਪਟ ਨਾ ਕਰੋ। ਇਹ ਵੀ ਬਹੁਤ ਹੁੰਦਾ ਹੈ, ਇਹ ਬੜਾ ਭਾਈਚਾਰੇ ਦੇ ਵਿੱਚ ਆਪਣੇ ਵੀ ਐਕਸ ਤਾਂ ਹੋ ਜੂ। ਘਰ ਵਾਲੀ ਮੇਰੀ ਹੁਣ ਤਲਾਕ ਕਰਨ ਤੋਂ ਬਾਅਦ ਕਿਹਦੇ ਨਾਲ ਰਹਿੰਦੀ ਹੈ ਇਹ ਵੀ ਪਤਾ ਕਰਨਾ। ਮੇਰਾ ਘਰ ਵਾਲਾ ਹੁਣ ਕਿਹਨੂੰ ਵਿਆਹ ਕੇ ਲਿਆਇਆ ਇਹਦਾ ਵੀ ਪਤਾ ਕਰਨਾ। ਤਲਾਕ ਤੋਂ ਬਾਅਦ ਵੀ ਉਸ ਗਲੀ 'ਤੇ ਗੇੜਾ ਜ਼ਰੂਰ ਦੇਣਾ ਜਿੱਥੇ ਘਰ ਵਾਲਾ ਜਾਂ ਘਰ ਵਾਲੀ ਰਹਿੰਦੀ ਹੈ। ਸੋ ਇਹ ਮਨੁੱਖਤਾ ਦੀ ਇੱਕ ਗੱਲ ਹੈ। ਪਰ ਇਹ ਪਰਿਵਾਰ ਦਾ ਜਿਹੜੀ ਇੰਟਰਵਿਊ ਦਿੱਤੀ ਆ ਜਿਹਦੇ ਵਿੱਚ ਇਹ ਕਿਹਾ ਵੀ ਜਵਾਕ ਦੀ ਸਕਿਨ ਦਾ, ਚਮੜੇ ਦਾ ਰੰਗ ਕਿਹੋ ਜਿਹਾ ਹੋਊਗਾ। ਇਹ ਮਨਾਰਕੀ ਜਿਹੜੀ ਹੈ, ਇਹ ਰਾਜਾਸ਼ਾਹੀ ਹੈ ਜਿਹੜੀ, ਇਹਦੇ ਵਿੱਚ ਜਿਹੜਾ ਇਸ ਨੂੰ ਇੰਟਰਵਿਊ ਨੂੰ ਵੇਖਿਆ 12.5 ਮਿਲੀਅਨ ਨੇ, 1.25 ਕਰੋੜ ਦੇ ਕਰੀਬ ਇੰਗਲੈਂਡ ਦੇ ਵਿੱਚ ਲੋਕ ਦੇਖ ਚੁੱਕੇ ਨੇ, 2.25 ਕਰੋੜ ਅਮਰੀਕਾ 'ਚ ਦੇਖ ਚੁੱਕੇ ਨੇ। ਤੇ ਰਾਇਲ ਅਟੈਕ ਦੇ ਥੱਲੇ ਟਾਈਮਜ਼ ਨੇ ਲਿਖਿਆ ਵੀ ਇਹਨੂੰ ਪਰਿਵਾਰ ਇਹਨੂੰ ਡਿਫੈਂਡ ਨਹੀਂ ਕਰ ਸਕਦਾ, ਪਰਿਵਾਰ ਇਹਨੂੰ ਡਿਫੈਂਡ ਹੀ ਨਹੀਂ ਕਰ ਸਕਦਾ, ਕਿਉਂਕਿ ਫਸਟ ਹੈਂਡ ਐਕਸਪੀਰੀਅੰਸ ਹੈ। ਪਹਿਲਾਂ ਤਾਂ ਦੂਜਾ ਸੀ ਨਾ ਵੀ ਹਵਾ 'ਚ ਗੱਲ, ਡਿਆਨਾ ਦੇ ਨਾਲ ਕੀ ਹੋਇਆ, ਲੇਡੀ ਡਾਇਨਾ ਦੇ ਨਾਲ ਕੀ ਕਹਾਣੀ ਹੋਈ। ਪਰ ਹੁਣ ਤਾਂ ਪੁੱਤ ਨੇ ਕਹਿ ਦਿੱਤਾ ਕਿ ਜਿਹੜਾ ਰਾਜਕੁਮਾਰ ਹੈ ਉਹਨੇ ਦੱਸਤਾ ਵੀ ਉੱਥੇ ਤਾਂ ਬਹੁਤ ਔਖਾ। ਤੇ ਬਾਕੀ ਜਿਹੜਾ ਪੇਪਰਾਂ ਨੇ ਜਿਹੜੀਆਂ ਖਬਰਾਂ ਛਾਪੀਆਂ ਨੇ, ਡੇਲੀ ਮੇਲ ਨੇ ਜਿਹੜਾ ਉਹਦਾ ਦਿੱਤਾ ਇੱਕ ਹੈਡਿੰਗ ਹੈ ਉਹਦੇ 'ਤੇ ਵੀ ਕੇਟ ਮੇਡ ਮੀ ਕਰਾਈ, ਮੇਗਨ ਨੇ ਗੱਲ ਕੀਤੀ ਹੈ। ਸੋ ਇਹ ਹੋਇਆ ਉੱਥੇ, ਇਹ ਚੀਜ਼ਾਂ ਹੋਈਆਂ ਨੇ। 2 ਘੰਟੇ ਦੀ ਇਸ ਇੰਟਰਵਿਊ ਦੇ ਬਾਰੇ
ਤੁਸੀਂ ਸੁਣੀ ਹੋਵੇਗੀ, ਪੜ੍ਹੀ ਹੋਵੇਗੀ, ਤੁਹਾਡੇ ਵਿਚਾਰ, ਤੇ ਜਾਂ ਫਿਰ ਤੁਸੀਂ ਇਹ ਵੀ ਨਾਲ ਸਤਵੀਰ ਗਿੱਲ ਉਹਨਾਂ ਦੀ, ਮਨਜਿੰਦਰ ਸਿੰਘ ਸਿਰਸਾ ਉਹਨਾਂ ਦੀ ਕਿਸੇ ਵੀ ਇੰਟਰਵਿਊ ਦੇ ਬਾਰੇ ਤੁਸੀਂ ਗੱਲਬਾਤ ਕੋਈ ਕਰਨੀ ਚਾਹੋ ਤਾਂ ਕਰ ਸਕਦੇ ਹੋ। 604 204 0600 604 204 0600। ਕੋਵਿਡ-19 ਦੀ ਵੈਕਸੀਨ ਲਵਾਉਣ ਆਏ ਚਾਰਲਸ ਨੂੰ ਘੇਰ ਕੇ ਮੀਡੀਆ ਨੇ ਕਿਹਾ ਕਿ ਸਟੇਟਮੈਂਟ ਦੇਣੀ ਆ ਕੋਈ, ਕਹਿੰਦੇ ਉਹ ਰੁਕਿਆ ਤੇ ਉਹਨੇ ਦੇਖਿਆ ਤੇ ਉਹਦੇ ਬਾਅਦ ਪਿੱਠ ਕਰਕੇ ਤੁਰ ਗਿਆ। ਕਹਿਣਾ ਹੀ ਇਹ ਹੈ, ਹੋਰ ਕਰ ਕੀ ਜਵਾਬ ਕੋਈ ਹੈ ਨਹੀਂ, ਜਵਾਬ ਦੇ ਨਹੀਂ ਸਕਦੇ। ਸੋ ਮੇਰੇ ਖਿਆਲ ਇਹ ਜਿਹੜਾ ਇਹ ਤਾਂ ਜਦ ਤੋਂ ਜਿਹੜੇ ਪੇਪਰ ਨੇ ਉੱਥੇ ਦੇ, ਡੇਲੀ ਐਕਸਪ੍ਰੈਸ ਨੇ, ਡੇਲੀ ਮੇਲ ਨੇ, ਇਹਦੇ ਵਿੱਚ ਹੁਣ ਗੱਲ ਇਹ ਆ ਵੀ ਬਚਿਆ ਹੀ ਕੋਈ ਨਹੀਂ। ਇਹ 'ਚ ਵਿਲੀਅਮ ਦੇ ਘਰ ਵਾਲੀ ਕੇਟ ਦਾ ਵੀ ਇੱਕ ਵੱਡਾ ਰੋਲ ਹੈ ਕਿ ਉਸਨੇ ਮੇਗਨ ਦੇ ਨਾਲ ਕੀ ਕੀਤਾ। ਗੋਇਲ ਸਾਹਿਬ ਤੁਸੀਂ ਏਅਰ ਤੇ ਹੋ ਜੀ, ਲਾਈਨ ਨੰਬਰ 1। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਸੋ ਪਹਿਲੀ ਗੱਲ ਤਾਂ ਇਹ ਦੇਖੋ ਕੀ ਹੈ ਕਿ ਜਿਹੜੇ ਇਹ ਵੱਡੇ ਘਰਾਣੇ ਹੁੰਦੇ ਆ ਨਾ, ਇਹਨਾਂ ਦਾ ਜਿਹੜਾ ਹਿਸਾਬ ਕਿਤਾਬ ਹੁੰਦਾ ਕਿ ਜਿਹੜਾ ਸਿਸਟਮ ਹੈ ਇਹਨਾਂ ਦਾ, ਕਿ ਇਹ ਨਹੀਂ ਹੈਗਾ ਕਿ ਆਮ ਆਦਮੀ ਵਾਂਗੂ ਬਾਹਰ ਨਿਕਲ ਕੇ ਗੋਲ ਗੱਪਿਆਂ ਦੀ ਰੇਹੜੀ ਤੇ ਬਹਿ ਕੇ ਖਾ ਲੈਣਗੇ। ਇਹਨਾਂ ਦਾ ਤਾਂ ਦੇਖੋ ਜਿਹੜਾ ਸਿਸਟਮ ਹੁੰਦਾ ਵੀ ਤੁਸੀਂ ਪੁੱਛੇ ਬਿਨਾਂ ਜਾ ਨਹੀਂ ਸਕਦੇ, ਔਰ ਤੁਸੀਂ ਸੀਮਤ ਦਾਇਰੇ ਹੁੰਦੇ ਹੈਗੇ ਆ, ਉਸੇ ਦਾਇਰੇ ਦੇ ਵਿੱਚ ਹੀ ਰਹਿਣਾ ਹੁੰਦਾ। ਔਰ ਜਿਹੜੀਆਂ ਇਹਨਾਂ ਦੀਆਂ ਬੰਦਿਸ਼ਾਂ ਹੁੰਦੀਆਂ, ਉਹੀ ਬੰਦਿਸ਼ਾਂ ਕਰਕੇ ਡਾਇਨਾ ਦਾ ਵੀ ਜਿਹੜਾ ਸੀ ਉਹ ਰਹੀ ਸੀ ਖੁੱਲੀ, ਕਿਉਂਕਿ ਉਹ ਇੱਕ ਮਤਲਬ ਕਹਿੰਦਾ ਵੀ ਜਿਵੇਂ ਸਟੇਜ ਤੇ ਤੁਰਨ ਵਾਲੀ ਇੱਕ ਬਿਊਟੀ ਗਰਲ ਸੀ, ਤੇ ਉਹ ਇਸ ਕਰਕੇ ਵੀ ਉਹ ਹੁਣ ਜਿਹੜੀ ਬਾਹਰ ਰਹਿੰਦੀ ਹੈ ਉਹ ਥੋੜੇ ਕੈਦ ਵਿੱਚ ਨਹੀਂ ਰਹਿ ਸਕਦੀ ਜੀ। ਤੇ ਉਹੀ ਹਾਲ ਮੇਗਨ ਦਾ ਹੈਗਾ। ਮੇਗਨ ਵੀ ਇੱਕ ਮਤਲਬ ਕਿ ਇਸ ਤਰ੍ਹਾਂ ਹੀ ਲੜਕੀ ਹੈਗੀ ਹੈ। ਸੋ ਇਹਨਾਂ ਨੇ ਜਦੋਂ ਵਿਆਹ ਕਰਾਇਆ ਸੀ, ਰਾਣੀ ਨੇ ਕਿਹਾ ਸੀ ਵੀ ਇਸ ਨੂੰ ਜਿਹੜਾ ਦਰਜਾ ਹੈਗਾ ਮਲਕਾ ਵਾਲਾ ਨਹੀਂ ਮਿਲ ਸਕਦਾ ਗਾ, ਵੀ ਕੱਲ ਨੂੰ ਤੁਸੀਂ ਕਹੋ ਵੀ ਮਹਾਰਾਣੀ ਦਾ ਮਲਕਾ ਇਹਨੇ ਦਿਓ ਜੀ, ਹੁਣ ਰਾਣੀ ਹੋ ਗਈ ਆ, ਫਲਾਣਾ ਹੋ ਗਿਆ, ਉਹ ਨਹੀਂ ਮਿਲਣਾਗਾ। ਇਸ ਕਰਕੇ ਤੂੰ ਆਪਦਾ ਸੋਚ ਕੇ ਵਿਆਹ ਕਰਾਈ। ਬਾਕੀ ਗੱਲ ਇਹ ਰਹੇਗੀ ਕਿ ਜਿਹੜਾ ਵਾਈਟ ਲੋਕਾਂ ਦੇ ਵਿੱਚ ਤੇ ਇਹ ਜਿਹੜੀ ਮੇਗਨ ਹੈ ਇਹ ਬਲੈਕ ਲੋਕਾਂ ਦੇ ਵਿੱਚ ਹੈ, ਰਾਈਟ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਮੈਂਟਲੀ ਸਿਸਟਮ ਕਦੇ ਵੀ ਰਲ ਨਹੀਂ ਸਕਦਾਗਾ। ਪੂਰਬ ਤੇ ਪੱਛਮ ਨਹੀਂ ਰਲ ਸਕਦੇ ਤੇ ਇਹ ਨਹੀਂ ਰਲ ਸਕਦਾ। ਬਾਕੀ ਰਹੀ ਜਿਹੜੀ ਮੀਡੀਆ ਦੀ ਗੱਲ, ਮੀਡੀਆ ਇਹਦਾ ਛੋਟਾ ਜਿਹੜਾ ਆਪਣਾ ਨੋ ਸੀਗੀ, ਉਹ ਇੱਥੇ ਪਤਾ ਨਹੀਂ ਕਹਿ ਗਈ, ਪਤਾ ਨਹੀਂ ਕਿਤੇ ਆਈ ਸੀ, ਤੇ ਉਹ ਹੈਲੀਕਾਪਟਰ ਤੋਂ ਉਤਰੀ ਤੇ ਬਾਈ ਚਾਂਸ ਉਹਦਾ ਜਿਹੜਾ ਸਕਰਟ ਸੀ ਉਹ ਉੱਚੀ ਚਲੀ ਗਈ, ਤੇ ਫੋਟੋਗ੍ਰਾਫਰ ਨੇ ਉਹਦੇ ਉਵੇਂ ਜਿਹੀ ਪਿਕਚਰ ਲਾ ਕੇ ਤੇ ਟੀਵੀ ਤੇ ਦਿਖਾਤੀ। ਤੇ ਕਈ ਵਾਰੀ ਕੀ ਹੁੰਦਾ ਨਾ, ਮੀਡੀਆ ਵੀ ਉਸ ਗੱਲ ਨੂੰ ਕਈ ਵਾਰੀ ਪੁੱਠਾ ਸਿੱਧਾ ਕਰ ਦਿੰਦਾ। ਕਿਉਂ ਉਹ ਜਿਹੜਾ ਇਖਲਾਕੀ ਤੌਰ ਤੇ ਆਪਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਆਪਣੀ ਕੁੜੀ ਵੀ ਹੋ ਸਕਦੀ ਹੈ, ਆਪਣੀ ਮਾਂ ਵੀ ਹੋ ਸਕਦੀ ਹੈ, ਆਪਣੀ ਭੈਣ ਵੀ ਹੋ ਸਕਦੀ ਹੈ। ਇੱਕ ਇਨਸਾਨੀਅਤ ਦੇ ਨਾਤੇ ਵੇਖੀਏ ਨਾ, ਤੇ ਉਹ ਫਿਰ ਇਸ ਕਰਕੇ ਰਾਜ ਘਰਾਣੇ, ਜੇ ਤੁਸੀਂ ਐਂ ਲਾ ਲਓ ਆਪਣੇ ਪ੍ਰੈਜ਼ੀਡੈਂਟ ਸਾਹਿਬ ਹੈ ਟਰੂਡੋ ਸਾਹਿਬ, ਉਹ ਇਕੱਲੇ ਕਿਤੇ ਜਾ ਸਕਦੇ ਆ? ਕਿਤੇ ਨਹੀਂ ਜਾ ਸਕਦੇ ਜੀ। ਕਿਉਂ? ਸਿਕਿਉਰਿਟੀ ਨਾਲ ਜਾਊਗੀ ਅੱਗੇ ਪਿੱਛੇ। ਇੱਕ ਕਿਸਮ ਦਾ ਕੈਦੀ ਹੋ ਜਾਂਦਾ ਜੀ ਬੰਦਾ। ਤੁਸੀਂ ਕੋਈ ਵੀ ਠੀਕ ਹੈ ਪਦਵੀ ਲੈ ਲੈਂਦੇ ਹੋ, ਬਹੁਤ ਉੱਚੀ ਮੰਨ ਲਿਆ, ਲੇਕਿਨ ਤੁਸੀਂ ਫਿਰ ਇਕੱਲੇ ਨਹੀਂ ਕਿਤੇ ਜਾ ਸਕਦੇਗੇ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਸਿਸਟਮ ਹੈਗਾ, ਸੋ ਏਦਾਂ ਹੀ ਚੱਲਦਾ। ਰਾਜੇ ਮਹਾਰਾਜਾ ਤਾਂ ਪਹਿਲਾਂ ਵੀ ਏਦਾਂ ਸੀ ਜੀ, ਤੇ ਹੁਣ ਵੀ ਏਦਾਂ ਹੀ ਹੈ ਜੀ। ਯਾ ਥੈਂਕ ਯੂ ਜੀ। ਧੰਨਵਾਦ ਗੋਇਲ ਸਾਹਿਬ। ਬਿਲਕੁਲ ਜੀ, ਜਹਾਜ਼ 'ਚੋਂ ਉਤਰ ਰਹੀ ਸੀ ਵਿਕਟੋਰੀਆ ਦੇ ਵਿੱਚ, ਜਦ ਵਿਲੀਅਮ ਹੁਣੀ ਆਏ ਨੇ ਇੱਥੇ, ਤੇ ਵਾਕਈ ਉਹ ਗੱਲ ਠੀਕ ਹੈ ਗੋਇਲ ਸਾਹਿਬ ਦੀ, ਉਹ ਪਿਕਚਰ ਜਿਹੜੀ ਛਾਪਣ ਦੇ ਕਾਬਲ ਨਹੀਂ ਸੀ। ਇਹ ਸੀ ਅੱਜ ਦਾ ਪ੍ਰੋਗਰਾਮ ਜੀ। ਧੰਨਵਾਦ ਸਾਰਿਆਂ ਦਾ ਪ੍ਰੋਗਰਾਮ ਸੁਣਨ ਲਈ। ਕੁਛ ਮਸ਼ਵਰਾ ਹੋਵੇ, ਕੋਈ ਓਪੀਨੀਅਨ ਹੋਵੇ ਸ਼ੋਅ ਦੇ ਲਈ, ਮੈਨੇਜਮੈਂਟ ਨੂੰ ਕੋਈ ਗੱਲਬਾਤ ਕਰਨੀ ਹੋਵੇ, 604 204 0600, ਤੇ ਜੇ ਤਾਂ ਮੇਰੇ ਤੱਕ ਵੀ ਪਹੁੰਚਦਾ ਕਰਿਓ 604 729 1224 604 729 1224। ਧੰਨਵਾਦ ਬਹੁਤ ਬਹੁਤ। ਜਿਉਂਦੇ ਵਸਦੇ ਰਹੋ।